ਆਹ ਆ ਵੀ ਦੇਖੋ ਦਿਨ ਆਉਣਾ ਸੀ ਕਿਤੇ ਤੇ ਇੱਦਾਂ ਆਉਣਾ ਸੀ ਇਹ ਵੀ ਨਹੀਂ ਸੀ ਸੋਚਿਆ, ਪਰ ਚਲੋ ਕੁੱਲ ਮਿਲਾ ਕੇ ਆ ਗਿਆ। ਹੁਣ ਗੱਲ ਇੱਦਾਂ ਜੀ ਕਿ ਵੀ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ, ਹੋਊ ਨਹੀਂ ਹੋਊ, ਹੋਊ ਨਹੀਂ ਹੋਊ, ਪਰ ਫਾਈਨਲੀ ਕੱਲ੍ਹ ਦਾ ਹੋ ਗਿਆ। ਰਾਤ ਵੀ ਸੁੱਖੀ ਸੰਦੀ ਲੰਘ ਗਈ। ਜੇ ਮੈਂ ਗੱਲ ਕਰਾਂ ਤਾਂ ਖਬਰਾਂ ਵਾਲਾ ਕੰਮ ਤਾਂ ਕੁੱਲ ਮਿਲਾ ਕੇ ਅੱਜ ਹੀ ਹੋਇਆ, ਅਤੇ ਅੱਜ ਵੀ ਇੱਕ ਵਾਰ ਫਿਰ ਤੋਂ ਜੇ ਮੈਂ ਇੱਧਰ ਦੇ ਹਿਸਾਬ ਨਾਲ ਗੱਲ ਕਰਾਂ ਕੈਨੇਡਾ ਦੇ ਹਿਸਾਬ ਨਾਲ ਤਾਂ ਗੁਰਪੁਰਬ ਦੀਆਂ ਵਧਾਈਆਂ, ਅਤੇ ਜੇ ਮੈਂ ਗੱਲ ਕਰਾਂ ਖੇਤੀ ਕਾਨੂੰਨਾਂ ਦੀ ਤਾਂ ਕੱਲ੍ਹ ਦੇ ਹਿਸਾਬ ਨਾਲ ਫਿਰ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀਆਂ ਵਧਾਈਆਂ। ਵੈਸੇ ਤਾਂ ਅਸੀਂ ਉਦੋਂ ਵੀ ਆਪ ਜੀ ਦੇ ਨਾਲ ਸੀਗੇ, ਅੱਜ ਇੱਕ ਨਾ ਫਿਰ ਨਾਲ ਹਾਂ, ਅਤੇ ਬੰਦਾ ਵੀ ਉਹੀ ਨਾਲ ਹੈ ਪਰਮੀਰ ਬਾਠ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬਸ ਮੌਜਾਂ ਨੇ ਬੱਲੇ ਬੱਲੇ। ਮੈਂ ਸੰਧਾਲੀਆ ਸਾਹਿਬ ਸੋਚਦਾ ਸੀ, ਕਿਉਂਕਿ ਆਪਾਂ ਕੈਨੇਡਾ 'ਚ ਬੈਠੇ ਹਾਂ ਅਤੇ ਜਦੋਂ ਉੱਧਰ ਦਿਨ ਹੁੰਦਾ ਤਾਂ ਇੱਧਰ ਰਾਤ ਹੁੰਦੀ ਆ। ਮੈਂ ਸੋਚਦਾ ਸੀ ਕਿ ਸਾਲ ਇੱਕ ਇਸ ਕਰਕੇ ਨਹੀਂ ਨੀਂਦ ਆਈ ਕਿ ਪਤਾ ਨਹੀਂ ਉੱਥੇ ਦਿਨੇ ਕਿਸਾਨਾਂ ਨਾਲ ਕੀ ਹੁੰਦਾ ਹੋਣਾ। ਅਤੇ ਕੱਲ੍ਹ ਜਦੋਂ ਸੌਣ ਤੋਂ ਪਹਿਲਾਂ ਜਦੋਂ ਰਾਤ ਪਈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣਾ, ਉਹਦੇ ਤੋਂ ਬਾਅਦ ਫੇਰ ਨਾ ਨੀਂਦ ਆਵੇ। ਜਾਣੀ ਕਦੇ ਯਕੀਨ ਨਾ ਆਵੇ, ਕਦੇ ਆਪਣੇ ਆਪ ਤੇ ਸ਼ੱਕ ਜਿਹਾ ਹੋਵੇ, ਬੰਦਾ ਆਪਣੇ ਆਪ ਤੇ ਚੂੰਡੀ ਵੱਢ ਕੇ ਦੇਖੇ, ਉਧਰੋਂ ਟੈਲੀਫੋਨ ਖੜਕੀ ਜਾਣ ਕਿ ਕੀ ਇਹ ਸੱਚ ਆ। ਗੱਲ ਤਾਂ ਸੱਚ ਸੀ ਕਿ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕੀਤਾ, ਪਰ ਰਾਤ ਫਿਰ ਅੱਬੜਵਾਹਾ ਜਿਹਾ ਹੀ ਰਿਹਾ ਕੰਮ, ਮਾੜਾ ਜਿਹਾ ਜਾਗੋ ਮਿੱਟੀ ਜਿਹਾ ਰਿਹਾ। ਕਦੇ ਨੀਂਦ ਆ ਗਈ, ਝਪਕੀ ਲੱਗ ਗਈ ਵੀ ਕਿਤੇ ਐਂ ਲੱਗੇ ਭਾਈ ਉੱਦਾਂ ਹੀ ਤਾਂ ਨਹੀਂ। ਯਾਨੀ ਉਹ ਇੱਕ ਬੇਵਿਸ਼ਵਾਸੀ ਜਿਹੀ ਹੁੰਦੀ ਹੈ ਨਾ, ਕਿਉਂਕਿ ਜੇ ਤੁਸੀਂ 700 ਕੁਰਬਾਨੀਆਂ ਦਾ ਢੇਰ ਆਪਣੇ ਮੂਹਰੇ ਦੇਖਿਆ ਹੋਵੇ ਤੇ ਸਾਰੇ ਇਹੀ ਕਹਿੰਦੇ ਹੁਣ ਕਿ ਸੋਧ ਸਾਧ ਕਰਾਉਣੀਆਂ ਤਾਂ ਕਰਾ ਲਓ, ਇਹ ਵਾਪਸ ਥੋੜ੍ਹੀ ਹੁੰਦੇ ਆ। ਤੇ ਉਹਦੇ ਤੋਂ ਬਾਅਦ ਅਚਾਨਕ ਇੱਕ ਦਿਨ ਦੇਸ਼ ਦਾ ਸਭ ਤੋਂ ਤਾਕਤਵਰ ਵਿਅਕਤੀ ਆ ਕੇ ਆਖੇ ਕਿ ਭਾਈ ਤੁਹਾਡੀਆਂ ਭਾਵਨਾਵਾਂ ਦੇ ਮੱਦੇਨਜ਼ਰ ਵਾਪਸ ਲੈਂਦੇ ਆ, ਫਿਰ ਥੋੜ੍ਹਾ ਸਮਾਂ ਤਾਂ ਲੱਗਦਾ ਐਡਜਸਟ ਹੋਣ ਨੂੰ। ਨਹੀਂ ਬਿਲਕੁਲ ਲੱਗਦਾ, ਪਰ ਇੱਕ ਗੱਲ ਹੈ, ਮੈਨੂੰ ਲੱਗਦਾ ਵੀ ਮੋਦੀ ਸਾਹਿਬ ਦੀ ਜਿਵੇਂ ਦੀ ਰਾਜਨੀਤੀ ਹੈ, ਪਹਿਲਾਂ ਐਂ ਜਾਪਦਾ ਸੀ ਵੀ ਸ਼ਾਇਦ ਇਸ ਅੰਦੋਲਨ ਤੋਂ ਬਾਅਦ ਕੁਛ ਤਬਦੀਲੀ ਆਊਗੀ। ਤਬਦੀਲੀ ਸੁਭਾਅ 'ਚ ਆਈ, ਰਣਨੀਤੀ 'ਚ ਆਈ, ਉਹ ਆਪਾਂ ਕਹਿ ਨਹੀਂ ਸਕਦੇ, ਪਰ ਜਿਹੜੀ ਰਾਜਨੀਤੀ ਉਹਦੇ 'ਚ ਤਬਦੀਲੀ ਕੋਈ ਨਹੀਂ ਆਈ। ਕਿਉਂਕਿ ਇਹਦੋਂ ਪਹਿਲਾਂ ਵੀ ਆਪਾਂ ਦੇਖਦੇ ਰਹੇ ਸੀ, ਭਾਵੇਂ ਉਹ ਇਸ ਤੋਂ ਪਹਿਲਾਂ ਦੀਆਂ ਧਾਰਾਵਾਂ ਕਈ ਜਿਹੜੀਆਂ ਸੀ ਜੰਮੂ ਕਸ਼ਮੀਰ ਨਾਲ ਸੰਬੰਧਿਤ ਉਹਨਾਂ ਦੀ ਗੱਲ ਹੋਵੇ, ਕਿ ਇਹਦੋਂ ਪਹਿਲਾਂ ਆਏ ਕਾਨੂੰਨਾਂ ਦੀ ਗੱਲ ਹੋਵੇ, ਜਾਂ ਈਵਨ ਜਦੋਂ ਡੀਮੋਨੀਟਾਈਜੇਸ਼ਨ ਕੀਤੀ ਸੀ, ਜਦੋਂ ਕਹਿੰਦੇ ਸੀ ਵੀ ਭਾਈ ਔਰ ਬਹਿਨੋ ਇਹ ਜੋ ਨੋਟ ਹੈ ਮਿੱਟੀ ਹੋ ਗਏ ਹੈ, ਤੇ ਲੋਕਾਂ ਨੇ ਇੱਦਾਂ ਕਿੱਦਾਂ ਮਿੱਟੀ ਹੋ ਗਏ, ਇੱਦਾਂ ਹੋ ਗਏ ਤੇ ਇੱਦਾਂ ਹੋ ਗਏ। ਉਹ ਉਸੇ ਤਰਜ਼ ਦੇ ਉੱਪਰ ਹੀ ਇਹ ਜਿਹੜਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿਆਨ ਇਹ ਵੀ ਹੈ ਵੀ ਦੇਸ਼ ਕੋ ਸੰਬੋਧਨ ਕਰੇਂਗੇ। ਬੰਦਾ ਸੋਚਦਾ ਪਤਾ ਨਹੀਂ ਕੀ ਕਰੇਂਗੇ, ਤੇ ਜਦੋਂ ਸੰਬੋਧਨ ਕੀਤਾ ਉਦੋਂ ਕਹਾਣੀ ਇਹੋ ਜਿਹੀ ਕੱਢ ਮਾਰੀ। ਸੰਧਾਲੀਆ ਸਾਹਿਬ ਦੇਖੋ, ਜਦੋਂ ਵੀ ਕੋਈ ਬੰਦਾ ਕਹਿੰਦਾ ਸੀ ਨਾ ਕਿ ਕੀ ਹੋਊਗਾ, ਇਕੱਠ ਘਟ ਗਿਆ ਜੀ, ਉਹ ਤਾਂ ਨਹੀਂ ਵਾਪਸ ਲੈਣੇ, ਤੇ ਜਦੋਂ ਕਿਹਾ ਸੀ ਨਹੀਂ ਯਾਰ ਵਾਪਸ ਹੋ ਸਕਦੇ, ਗੱਲ ਕਿਹੜੀ, ਕਹਿੰਦੇ ਨਾ ਇਹ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ, ਇਹਨਾਂ ਨੇ ਜੋ ਕਹਿਤਾ, ਜਿਹੜਾ ਕਾਨੂੰਨ ਬਣਾਤਾ ਉਹ ਫਿਰ ਪੱਥਰ ਤੇ ਲਕੀਰ ਆ। ਅੱਜ ਤੱਕ ਕਹਿੰਦੇ ਕੀ ਵਾਪਸ ਲਿਆ। ਲੋਕਾਂ ਦੇ ਤਰਕ ਸੀਗੇ ਸੱਚੇ ਕਿ ਜੰਮੂ ਕਸ਼ਮੀਰ ਦਾ ਮਸਲਾ ਇੰਨੀ ਦੇਰ ਦਾ ਭੁੜਕਦਾ ਫਿਰਦਾ ਸੀ। ਕੋਈ ਕਹਿੰਦਾ ਸੀ ਕਿ ਧਾਰਾ 370 ਤੋੜ ਦਿੱਤੀ ਜਾਊ, ਅਗਲਿਆਂ ਤੋੜਤੀ। ਤੁਸੀਂ ਦੇਖੋ ਕਿ 1.5, 2, 2.5 ਸਾਲ ਉੱਥੇ ਚਿੜੀ ਨੂੰ ਪਰ ਨਹੀਂ ਮਾਰਨ ਦਿੱਤਾ। ਇੰਟਰਨੈਟ ਬੰਦ ਤਾਂ ਬੰਦ ਆ, ਅੰਤਰਰਾਸ਼ਟਰੀ ਪੱਧਰ ਤੇ ਰੌਲਾ ਪੈਂਦਾ ਤਾਂ ਪੈਂਦਾ। ਇਹਦੇ ਤੋਂ ਇਲਾਵਾ ਸ਼ਹੀਨ ਬਾਗ ਵਾਲਾ ਮੋਰਚਾ ਲੱਗਾ ਸੀ, 101ਵੇਂ ਦਿਨ ਕਰੋਨਾ ਦੇ ਨਾਂ ਦੇ ਉੱਤੇ ਚੱਕ ਦਿੱਤਾ। ਕਿੱਡਾ ਵੱਡਾ ਮੋਰਚਾ ਸੀ, ਉਹ ਖਤਮ ਹੋ ਗਈ ਕਹਾਣੀ। ਇਸੇ ਤਰੀਕੇ ਉੱਤਰ ਪ੍ਰਦੇਸ਼ ਦੇ ਕਈ ਫੈਸਲੇ, ਜਾਣੀ ਕਿ ਇੱਕ ਤੋਂ ਬਾਅਦ ਇੱਕ ਇੱਦਾਂ ਦੇ ਫੈਸਲੇ ਕੀਤੇ ਕਿ ਜੇ ਕੋਈ ਵਿਰੋਧ ਹੁੰਦਾ ਵੀ ਸੀ ਤਾਂ ਉਹ ਵਿਰੋਧ ਨੂੰ ਸਮਝਦੇ ਕੱਖ ਨਹੀਂ ਸੀ। ਪਰ ਆਹ ਖੇਤੀਬਾੜੀ ਵਾਲੇ ਕਾਨੂੰਨ ਜਿੱਦਾਂ ਵਾਪਸ ਲਏ ਆ, ਤੇ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ, ਅੰਤਰਰਾਸ਼ਟਰੀ ਜਿਹੜੇ TV ਚੈਨਲ ਨੇ ਦੂਸਰੀਆਂ ਭਾਸ਼ਾਵਾਂ ਦੇ, ਇੰਗਲਿਸ਼ ਤੇ ਫਰੈਂਚ ਦੇ, ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਭਾਈ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਪਹਿਲਾ ਫੈਸਲਾ ਬਦਲਿਆ। ਪਰ ਆਪਾਂ ਇਹ ਵੀ ਕਹਿੰਦੇ ਆ ਕਿ ਆਪਾਂ ਇਹ ਨਾ ਦੇਖੀਏ ਕਿ ਧੌਣ ਤੇ ਗੋਡਾ ਰੱਖ ਦਿੱਤਾ ਜਾਂ ਕੀ ਕਰ ਦਿੱਤਾ। ਉਹਨਾਂ ਕਰ ਦਿੱਤਾ, ਉਹਨਾਂ ਦਾ ਧੰਨਵਾਦ ਨਹੀਂ ਬਣਦਾ। ਹਾਂਜੀ, ਅਸਲ ਗੱਲ ਮੇਰੇ ਖਿਆਲ ਨਾਲ ਬਣਦੀ ਹੈ। ਇਹ ਆਪਾਂ ਵੈਸੇ ਤਾਂ ਟਿੱਪਣੀਆਂ ਇਹ ਦੇਖ ਰਹੇ ਹਾਂ, ਦੇਖਿਆ ਫਿਰ ਇੱਦਾਂ ਫਿਰ ਉੱਦਾਂ ਫਿਰ, ਮੈਂ ਨਾ ਵੀ ਇਹ ਦੇਖਿਆ ਫਿਰ ਇੱਦਾਂ ਫਿਰ ਉੱਦਾਂ ਫਿਰ ਤੋਂ ਠੀਕ 24 ਘੰਟੇ ਪਿੱਛੇ ਚਲੇ ਜਾਓ ਜੀ। ਹੈ ਸੀ ਕਿ ਨਹੀਂ ਤੌਖਲਾ ਯਾਰ ਹੋਊਗੀ ਜੀ, ਘੱਟੋ ਘੱਟ ਉਹ ਹੋਊਗੀ ਵਾਲਾ ਸਵਾਲ ਤੇ ਪਾਸੇ ਲੱਗਾ ਨਾ। ਹੁਣ ਗਾਂ ਚਲੋ ਠੀਕ ਆ, ਆਪਾਂ ਉਡੀਕਦੇ ਸੀ ਵੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ, ਉਹਨਾਂ ਨੇ ਕੁਛ ਨਾ ਕੁਛ ਅੱਗੇ ਐਲਾਨ ਕਰਨਾ, ਜਿੰਨਾ ਕੁ ਹੈ ਕੁੱਲ ਮਿਲਾ ਕੇ ਜੀ ਉਹਨਾਂ ਦਾ ਉਹ ਜਿਹੜਾ ਵੱਡੇ ਵਾਲਾ ਜਿਹਨੂੰ ਆਪਾਂ ਵਿਸਥਾਰਤ ਬਿਆਨ ਜਾਂ ਪਲਾਨ, ਉਹ ਤਾਂ ਜੇ ਉਹ ਵੀ ਉਡੀਕਦੇ ਆ ਵੀ ਪਹਿਲਾਂ ਸਰਕਾਰ ਵਾਲੇ ਪਾਸਿਓਂ ਕੁਛ ਪਤਾ ਲੱਗ ਜਾਵੇ। ਪਰ ਮੋਟਾ ਜਿਹੜਾ ਉਹ ਤੌਖਲਾ ਸੀ, ਕਿੱਦਾਂ ਆਪਾਂ ਬਜ਼ੁਰਗ ਨੱਚਦੇ ਵੇਖੇ, ਮੇਰੇ ਖਿਆਲ ਨਾਲ ਜਿਹੜੇ ਗੋਡਿਆਂ ਦੇ ਨੇ ਮਸਾਂ ਇੰਨਾ ਚੱਲਦੇ ਫੁੰਮਣ ਸਿਆਂ, ਹੁਣ ਹਿਲਦੇ ਘੱਟ ਆ, ਉਹ ਵੀ ਬਾਪੂ ਐ ਖੁੰਡੀ ਵੀ ਤਾਂ ਤੇ ਬਾਹਾਂ ਵੀ ਤਾਂ, ਉਹ ਕਹਿੰਦਾ ਵੀ ਜਿੰਨਾ ਖੇਲਿਆ ਜਾਂਦਾ ਮੈਨੂੰ ਇੱਕ ਨੱਚ ਲੈਣ ਦਿਓ। ਨਹੀਂ ਇੱਦਾਂ ਹੀ ਆ ਸੰਧਾਲੀਆ ਸਾਹਿਬ, ਜਿੰਨੇ ਬਜ਼ੁਰਗ ਦੁੱਧ ਚਿੱਟੀਆਂ ਦਾੜੀਆਂ ਵਾਲੇ, ਐਂ ਲੱਗਦਾ ਕਿ ਜ਼ਿੰਦਗੀ ਦਾ ਤਕਰੀਬਨ 90-95% ਪੈਂਡਾ ਹੰਢਾ ਲਿਆ। ਚਿਹਰੇ ਤੇ ਝੁਰੜੀਆਂ ਪਈਆਂ, ਮੱਥੇ ਤੇ ਤਿਉੜੀਆਂ ਪੱਕੀਆਂ ਹੀ ਪੈ ਗਈਆਂ, ਗੋਡੇ ਵਿੰਗੇ ਹੋਏ, ਲੱਤਾਂ ਵਿੰਗੀਆਂ ਹੋਈਆਂ। ਤੇ ਮੈਨੂੰ ਐਂ ਲੱਗਦਾ ਕਿ ਜੇ ਕੁੜੀ ਵੀ ਆਉਂਦੀ ਹੋਊ ਨਾ, ਪਾਪਾ ਫੇ
ਦੋਤੀ ਤੇਰੀ ਦਾ ਵਿਆਹ ਰੱਖਤਾ ਹੀ, ਉਹ ਤਾਂ ਕੋਈ ਨਹੀਂ ਜਾ ਆਉਣਗੇ ਇਹ ਸਾਰੇ, ਹੁਣ ਇਸ ਉਮਰੇ ਮੈਂ ਕਿੱਥੇ ਜਾਣਾ, ਕਿਹੜਾ ਹਿੱਲ ਹੁੰਦਾ ਉਹ ਵੀ ਭੰਗੜੇ ਪਾਉਂਦੇ। ਜਾਣੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਜਿਹੜੀ ਇਸ ਕਰਕੇ ਕਹਿੰਦੇ ਯਾਰ ਹੁਣ ਉਮਰ ਹੋ ਗਈ, ਕਿੱਥੇ ਆਵਾਂ, ਹੱਡ ਗੋਡਾ ਤੜਾਵਾਂਗੇ, ਉਹ ਟਰੈਕਟਰਾਂ ਤੇ ਜਿਹੜੇ ਉਹ ਭੰਗੜੇ ਪਾਈ ਜਾਂਦੇ ਆ, ਤੇ ਖੁੰਡੀ ਵੀ ਥੱਲੇ ਲਾਉਂਦੇ, ਖੁੰਡੀ ਭੰਗੜਾ ਪਾਉਣ ਦਾ ਸੰਦ ਬਣਾ ਲਈ ਉਹਨਾਂ ਨੇ ਕਿ ਭਈਆ ਝਾਫਾ ਕਰ ਰਹੀ ਹੈ, ਖੁੰਡੀ ਨੇ ਉਹਦੇ ਭੰਗੜੇ ਵਾਲਾ ਖੁੰਡਾ ਬਣ ਗਿਆ। ਹੁਣ ਸੰਧਾਲੀਆ ਸਾਹਿਬ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਬਹੁਤ ਸਾਰੇ ਲੋਕ ਉਹਨਾਂ ਦੇ ਸਵਾਲ ਹੈ ਕਿ ਕੀ ਲਾਗੂ ਹੋ ਜਾਊਗਾ ਜੋ ਫੈਸਲਾ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ, ਕੀ ਉਹਦੇ ਤੋਂ ਪਿਛਾਂਹ ਤਾਂ ਨਹੀਂ ਹਟ ਜਾਣਗੇ। ਤਾਂ ਜੇ ਇਹ ਕਿਹਾ ਜਾਂਦਾ ਸੀ ਨਹੀਂ ਯਾਰ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਐਲਾਨ ਕੀਤਾ, ਪਿਛਾਂਹ ਕਿੱਦਾਂ ਹਟ ਜਾਣਗੇ, ਉਹ 2 3 4 5 ਚੀਜ਼ਾਂ ਨੇ ਸਿਆਸੀ ਤੌਰ ਦੇ ਉੱਤੇ ਜਿਹੜੀ ਵਾਅਦਾ ਖਿਲਾਫੀ ਹੁੰਦੀ ਰਹੀ ਹੈ, ਲੋਕ ਉਹ ਗਣਾ ਦਿੰਦੇ ਆ, ਸੂਬਾ ਪੱਧਰੀ, ਕੇਂਦਰ ਦੀ, ਕਦੇ ਲੌਂਗੋਵਾਲ ਸਮਝੌਤਾ, ਕਦੇ ਆਹ ਕਿ ਭਾਈ ਕਹਿ ਕੇ ਮੁੱਕਰ ਜਾਂਦੇ ਲੀਡਰ। ਪਰ ਇੱਥੇ ਥੋੜੀ ਜਿਹੀ ਗੱਲ ਵੱਖਰੀ ਹੈ। ਪਹਿਲੀ ਗੱਲ ਹੈ ਕਿ ਇਹ ਮੁੱਦਾ ਚਾਹੁੰਦਿਆਂ ਨਾ ਚਾਹੁੰਦਿਆਂ ਹੋਇਆਂ ਵੀ ਚੋਣਾਂ ਨਾਲ ਜੁੜਿਆ ਹੈ, ਤੇ ਚੋਣਾਂ ਵੀ ਕਈ ਸੂਬਿਆਂ ਦੀਆਂ ਨਾਲ ਜੁੜਿਆ, ਇਹ ਗੱਲ ਪੱਕੀ ਹੈ। ਦੂਸਰੀ ਗੱਲ ਇਹ ਕਿ ਇਹਦੇ ਵਿੱਚ ਕੋਈ ਬੰਦ ਕਮਰਾ ਮੀਟਿੰਗ ਤਾਂ ਹੋਈ ਨਹੀਂ। ਜੇ ਪ੍ਰਧਾਨ ਮੰਤਰੀ ਸਾਹਿਬ ਕਿਸਾਨ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕਰਦੇ, ਕੈਪਟਨ ਅਮਰਿੰਦਰ ਸਿੰਘ ਨਾਲ ਕਰਦੇ, ਕਿਸੇ ਹੋਰ ਨਾਲ ਕਰਦੇ, ਕੋਈ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਕਰਦੇ, ਫਿਰ ਇਸ ਗੱਲ ਦਾ ਤੌਖਲਾ ਬਹੁਤ ਵੱਡੀ ਪੱਧਰ ਤੇ ਹੋਣਾ ਸੀ ਕਿ ਅੰਦਰ ਪਤਾ ਨਹੀਂ ਕੀ ਗੱਲ ਹੋਈ ਹੈ, ਕਿਤੇ ਲੋਕਾਂ ਨਾਲ ਛਲਾਵਾ ਤਾਂ ਨਹੀਂ ਕੀਤਾ ਜਾ ਰਿਹਾ। ਇਹ ਹੁਣ ਤਾਂ ਜੇ ਇਹਦੇ ਵਿੱਚ 1% ਰੱਤੀ ਭਰ ਵੀ ਇੱਧਰ ਉੱਧਰ ਕੁਝ ਹੁੰਦਾ ਤਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਦੇ ਜਾਊ ਕਿ ਭਾਈ ਤੁਸੀਂ ਉਹ ਕਿਹਾ ਨਾ, ਬਾਬੇ ਨਾਨਕ ਨੂੰ ਅੰਗ ਸੰਗ ਰੱਖਦਿਆਂ ਕਿਹਾ ਨਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਜ਼ਿਆਦਾ ਕੋਈ ਚਾਂਸ ਹੈਗਾ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਦੇ ਤੋਂ ਅੱਗੇ ਪਿੱਛੇ ਹੋਣਗੇ, ਕਿਉਂਕਿ ਉਹਨਾਂ ਨੇ ਦਿਨ ਵੀ ਖਾਸ ਤੌਰ ਤੇ ਚੁਣਿਆ, ਤੇ ਜਦੋਂ ਦਿਨ ਚੁਣਿਆ ਤੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਵੀ ਪਤਾ ਕਿ ਭਾਈ ਜੇ ਵਾਪਸ ਲੈ ਲਵਾਂਗੇ ਤਾਂ ਸਾਡੇ ਨੁਕਸਾਨ ਘਟਦੇ ਹੀ ਆ ਪਾਰਟੀ ਦੇ ਤੇ ਸਰਕਾਰ ਦੇ ਵੀ ਘਟਦੇ ਆ। ਇਸ ਕਰਕੇ ਲੱਗਦਾ ਹੈ ਕਿ ਜੇ ਕੋਈ ਬਹੁਤੀ ਹੇਠਲੀ ਉੱਤੇ ਨਾ ਹੋਈ ਇਹ ਕੰਮ ਲਾਗੂ ਹੋ ਜਾਣਾ। ਨਹੀਂ ਹੋ ਜਾਣਾ। ਦੇਖੋ ਇੱਥੇ ਮੇਰੇ ਖਿਆਲ ਨਾਲ ਜਿਹੜਾ ਨਾਰਾ ਨਾ ਬੀਜੇਪੀ ਦਾ, ਜਿਹੜਾ ਕਿ ਉਹ ਵਾਰ-ਵਾਰ ਲਾਉਂਦੇ ਆ, ਉਹ ਵੀ ਢੁਕਦਾ। ਐਂਡ ਮੈਨੂੰ ਲੱਗਦਾ ਵੀ ਹੋ ਸਕਦਾ ਫਿਰ ਉਹਨੂੰ ਵੀ ਅੱਗੇ ਪਿੱਛੇ ਕਰਨਾ ਪਵੇ ਜੇ ਇਦਾਂ ਨਹੀਂ ਹੁੰਦਾ। ਉਹ ਕਹਿੰਦਾ ਮੋਦੀ ਹੈ ਤਾਂ ਮੁਮਕਿਨ ਹੈ। ਤੇ ਮੇਰੇ ਖਿਆਲ ਨਾਲ ਜਿਹੜੀ ਗੱਲ ਸੀ ਹਰੇਕ ਨੂੰ ਹੌਕਾ ਤਦੇ ਲੈਣਾ ਪਿਆ ਕਿਉਂਕਿ ਵੀ ਯਾਰ ਇਹ ਗੱਲ ਮੁਮਕਿਨ ਲੱਗਦੀ ਨਹੀਂ ਹੈ ਨਾ, ਵੀ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਣ, ਇਸ ਤਰ੍ਹਾਂ ਆਣ ਕੇ ਸਾਰੀ ਡਿਟੇਲ ਤਫਸੀਲ 'ਚ ਸਮਝਾਉਣ, ਐਂਡ ਉਸ ਤੋਂ ਬਾਅਦ ਅਫਸੋਸ ਵੀ ਕਰਨ ਵੀ ਯਾਰ ਠੀਕ ਹੈ ਮੈਂ ਖਿਮਾ ਮੰਗਦਾ ਵੀ ਜੇ ਇਸ ਤਰ੍ਹਾਂ ਹੋ ਗਿਆ ਸਾਡੇ ਸਮਝ ਜਾਂ ਅਸੀਂ ਸਮਝਾ ਨਹੀਂ ਪਾਏ, ਕੋਈ ਵੀ ਕਹਾਣੀ ਰਹਿ ਗਈ, ਪਰ ਚਲੋ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਵੀ ਬਾਬੇ ਦਾ ਦੇਣਾ ਵੀ ਆਪਾਂ ਚਲੋ ਵਾਪਸ ਲੈ। ਹੁਣ ਇਹ ਵੀ ਤੇ ਤਾਂ ਹੀ ਮੁਮਕਿਨ ਹੋਇਆ, ਉਹ ਕਹਿੰਦੇ ਵੀ ਮੋਦੀ ਹੈ ਤਾਂ ਮੁਮਕਿਨ ਹੈ। ਦੂਜੀ ਗੱਲ ਹੈ ਐਲਾਨ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਗਏ ਉਹ ਨਤਮਸਤਕ ਹੋਣ, ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਸ਼ੁਕਰਾਨਾ ਕੀਤਾ ਵੀ ਚਲੋ ਮਹਾਰਾਜ ਕਿਸੇ ਤਰ੍ਹਾਂ ਹੋਇਆ, ਜੋ ਵੀ ਹੋਇਆ ਤੁਸੀਂ ਇਹਦਾ ਹੱਲ ਕਰਵਾ ਰਹੇ ਹੋ, ਬੜੀ ਵਧੀਆ ਚੀਜ਼। ਸੋ ਉਹ ਸਾਰੇ ਕੁਛ ਤੋਂ ਤੇ ਇਹ ਗੱਲ ਕਲੀਅਰ ਜਾਪਦੀ ਆ ਵੀ ਉਹਨਾਂ ਨੇ ਆਪਣੇ ਵੱਲੋਂ ਮੁਮਕਿਨ ਕਰ ਦਿੱਤਾ, ਕਿਉਂਕਿ ਹੋ ਸਕਦਾ ਵੀ ਜਿਹੜੇ ਅੰਦਰਲੇ ਸਲਾਹਕਾਰ ਕਹਿੰਦੇ ਹੁਣ ਵੀ ਇਹ ਜਿੱਥੇ ਪੇਚ ਫਸ ਗਿਆ ਜੀ, ਇਹ ਵਾਪਸ ਲੈ ਬਿਨਾਂ ਮੁਮਕਿਨ ਨਹੀਂ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਦੇਖੋ ਮੈਂ ਸੋਚਦਾ ਸੀ ਉਹ ਮੰਤਰੀ ਸੰਤਰੀ ਕਿੰਨੇ ਔਖੇ ਹੋ ਕੇ ਪੱਤਰਕਾਰਾਂ ਨੂੰ ਕਹਿੰਦੇ ਹੋਣੇ ਨਹੀਂ ਕੁਛ इधर उधर करवाना है तो करवा लीजिए, वापस थोड़ी होंगे, बहुत से किसान तो साथ हैं, कुछ मुट्ठी भर किसान है, थोड़े से पंजाब के, हरियाणा का तो बिल्कुल कम किसान है। खट्टर साहब कहते ਹੁੰਦੇ ਸੀ ਸਾਡੇ ਹਰਿਆਣੇ ਦੇ ਕਿਸਾਨ ਤਾਂ ਖੇਤਾਂ 'ਚ ਨਹੀਂ, ਉਹ ਤਾਂ ਕੰਮ ਕਰਦੇ ਆ। ਅੰਦੋਲਨ ਤਾਂ ਜਿਹੜਾ ਪੋਲੀਟੀਕਲੀ ਸਪਾਂਸਰਡ ਅੰਦੋਲਨ ਹੈ। ਪਰ ਹੁਣ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਕਿਹਾ ਕਿ ਕੁਝ ਕਿਸਾਨ ਸਾਡੀ ਗੱਲ ਸਮਝ ਨਹੀਂ ਪਾਏ ਜਾਂ ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾਏ, ਇਹਦਾ ਮਤਲਬ ਕਿਸਾਨ ਨੇ। ਇਹਦਾ ਮਤਲਬ ਹੈ ਕਿ ਪਿਛਲੀਆਂ ਜਿਹੜੀਆਂ ਗੱਲਾਂ ਕਿ ਉਹ ਪਤਾ ਨਹੀਂ ਵੱਖਵਾਦੀ ਨੇ, ਪਤਾ ਨਹੀਂ ਅੱਤਵਾਦੀ ਨੇ, ਪਤਾ ਨਹੀਂ ਕਿਹੜੇ ਵਾਦੀ ਨੇ, ਪਤਾ ਨਹੀਂ ਉਹਨਾਂ ਨੂੰ ਕੌਣ ਆ ਕੇ ਚੁੱਕ ਚੁਕਾ ਕੇ ਉੱਥੇ ਰੱਖ ਗਿਆ, ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਨਾਲ ਆਪਣੇ ਆਪ ਹੀ ਧੋ ਹੋ ਗਈਆਂ। ਨਹੀਂ ਹੋ ਗਈਆਂ। ਮੇਰੇ ਖਿਆਲ ਨਾਲ ਇਹ ਸਾਰੇ ਕੁਛ ਤੋਂ ਬਾਅਦ ਚਲੋ ਜੇ ਆਪਾਂ ਕਿਸਾਨਾਂ ਵਾਲੇ ਮੁੱਦੇ ਤੋਂ ਗੱਲ ਕਰੀਏ, ਉਹਨਾਂ ਵਾਲੇ ਖੇਮੇ ਦੇ ਵਿੱਚ ਤੇ ਕੁੱਲ ਮਿਲਾ ਕੇ ਖੁਸ਼ੀਆਂ ਨੇ। ਜਿਹੜੀ ਚੀਜ਼ ਉਹ ਕਹਿੰਦੇ ਸੀ ਉਹ ਹੋ ਗਈ। ਮਾੜੀ ਮੋੜ ਜੀ ਉਹ ਜਿਹੜਾ MSP ਦੀ ਗੱਲ ਲੈ ਲਓ ਜੀ, ਪਰਚਿਆਂ ਦੀ ਗੱਲ ਲੈ ਲਓ ਜੀ, ਦੂਜੀ ਉਹ ਠੀਕ ਆ, ਉਹ ਤੌਖਲਾ ਆਪਣੀ ਥਾਂ ਤੇ ਉਹਨਾਂ ਦਾ ਜਾਇਜ਼, ਕਿਉਂਕਿ ਜਿਹੜੀਆਂ ਮੰਗਾਂ ਦੀ ਗੱਲ ਉਹ ਕਰਦੇ MSP ਕਹਿਣ ਨੂੰ ਤੇ ਹੁਣ ਹਰਿਆਣੇ ਪੰਜਾਬ ਜਾਂ ਥੋੜ੍ਹੀ ਜਿਹੀ UP ਜਾਂ ਥੋੜ੍ਹੇ ਜਿਹੇ ਗੰਗਾਨਗਰ ਦੇ ਜ਼ਿਲ੍ਹਿਆਂ 'ਚ ਸੀ ਨਾ, ਪਰ ਜਦੋਂ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਾ ਕੇ ਆਪਾਂ ਦੇਖਿਆ ਵੀ ਕਿੱਦਾਂ ਉਹ ਸਾਊਥ ਵਾਲੇ ਪਾਸੇ ਹੋ ਗਿਆ ਜਾਂ ਉਧਰ ਬੰਗਾਲ ਵਾਲੇ ਪਾਸੇ ਹੋ ਗਿਆ, ਮੰਡੀਆਂ 'ਚ ਜਾ ਕੇ ਉਹਨਾਂ ਦੀ ਭਾਸ਼ਾ 'ਚ ਸਮਝਾਇਆ ਵੀ ਆਪ ਇਹ ਲੇਕਰ ਆਏ ਹੋ, ਇਤਨੇ ਕਾ ਹੈ, ਇਸਕਾ ਇਹ MSP ਹੈ। ਹੁਣ ਮੇਰੇ ਖਿਆਲ ਨਾਲ ਉਹਨਾਂ ਲੋਕਾਂ ਤੱਕ ਵੀ ਜਿਹੜੀ ਉਹ ਗੱਲ ਪਹੁੰਚਾਈ ਸੀ, ਉਹ ਗੱਲ ਜੇ ਉਹ ਲੋਕ ਆਪਣੇ ਉਸ ਕਾਰਨ ਦਾ ਕਰਕੇ ਸਹੀ ਨਾਲ ਜੁੜੇ ਸੀ, ਉਹ ਗੱਲ ਕਿਸੇ ਨਾ ਕਿਸੇ ਪਾਸੇ ਲਾਉਣੀ ਤੇ ਪਊਗੀ। ਉਹ ਮੇਰੇ ਖਿਆਲ ਆਪਣੇ ਥਾਂ ਤੇ ਜਾਇਜ਼ ਨੇ ਜੋ ਕਹਿੰਦੇ ਆ। ਤਾਂ ਸੰਧਾਲੀਆ ਸਾਹਿਬ ਇਹ ਬਹੁਤ ਚੰਗੀ ਤਰ੍ਹਾਂ ਸਮਝਣ ਵਾਲੀ ਗੱਲ ਹੈ। ਬਹੁਤ ਸਾਰੇ ਲੋਕ, ਕਿਉਂਕਿ ਮੇਰੇ ਵਰਗੇ ਲੋਕ ਪੇਤਲੀ ਸਮਝ ਵਾਲੇ ਕਈ ਵਾਰੀ ਹੁੰਦੇ ਆ, ਉਹਨਾਂ ਨੇ ਕਹਿਣਾ ਯਾਰ ਕਾਨੂੰਨ ਵਾਪਸ ਹੋ ਤਾਂ ਗਏ, ਹੁਣ ਘਰ ਨੂੰ ਪਰਤੇ ਆਓ। ਹੁਣ MSP ਆਪਾਂ ਨੂੰ ਮਿਲਦੀ ਤਾਂ ਹੈਗੀ ਆ, ਘਰ ਨੂੰ ਪਰਤੇ ਆਓ। ਐਦਾਂ ਐਵੇਂ ਅੜੀਆਂ ਨਹੀਂ ਕਰੀਦੀਆਂ ਹੁੰਦੀਆਂ। ਪਰ ਜਦੋਂ ਇਹ 3 ਕਾਨੂੰਨ MSP ਦਾ ਮੁੱਦਾ ਬਾਅਦ 'ਚ ਲਿਆਂਦਾ, ਜਦੋਂ ਇਹ 3 ਕਾਨੂੰਨਾਂ ਲਈ ਲੜਦੇ ਸੀ ਉਹ ਨਾਲ ਆਏ।
ਹਾਲਾਂਕਿ ਇਹ 3 ਕਾਨੂੰਨ ਉਹਨਾਂ ਦੇ ਕਿੰਨਾ ਕੁ ਫਰਕ ਪਾਉਂਦੇ, ਇੱਥੇ ਪਹਿਲਾਂ ਹੀ ਝੋਨਾ 600 ਨੂੰ ਵਿਕਦਾ, ਜਿਹਦੇ ਪਹਿਲਾਂ ਹੀ ਕਣਕ 800 ਨੂੰ ਵਿਕਦੀ ਹੈ। ਉਹ ਜਿਹੜਾ ਬੰਦਾ ਮਰਿਆ ਪਿਆ ਉਹਦੇ 4 ਡਾਂਗਾ ਤੁਸੀਂ ਹੋਰ ਮਾਰ ਲਓ, ਭਾਵੇਂ 8 ਮਾਰ ਲਓ, ਉਹਨੂੰ ਫਰਕ ਨਹੀਂ ਪੈਂਦਾ। ਉਹ ਨਾਲ ਆਏ। ਅੱਜ ਜੇ MSP ਦੇ ਮੁੱਦੇ ਤੋਂ ਬਿਨਾਂ ਹੀ ਪੰਜਾਬ ਤੇ ਹਰਿਆਣੇ ਦੇ ਕਿਸਾਨ ਟਰਾਲੀਆਂ ਲੈ ਕੇ ਟਰੈਕਟਰ ਨੂੰ ਸੈਲਫ ਮਾਰ ਕੇ ਵਾਪਸ ਪਰਤਦੇ ਆ, ਉਹਨਾਂ ਲੋਕਾਂ ਨਾਲ ਧੋਖਾ ਹੈ, ਉਹਨਾਂ ਕਿਸਾਨਾਂ ਦੇ ਨਾਲ ਧੋਖਾ। ਉਹਨਾਂ ਦੇ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਹੈ। ਇਦਾਂ ਦੀ ਗੱਲ ਹੈ ਕਿ ਭਾਈ ਵਰਤ ਕੇ ਸਿੱਟ ਦਿੱਤਾ, ਜਦੋਂ ਆਪ ਨੂੰ ਲੋੜ ਸੀ ਉਹ ਨਾਲ ਖੜੇ, ਹੁਣ ਉਹਨਾਂ ਦੀ ਵਾਰੀ ਸੀ ਤਾਂ ਨਾਲ ਨਹੀਂ ਖੜੇ। ਇੱਥੋਂ ਤੱਕ ਵੀ ਗੱਲ ਆ ਗਈ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਇੱਥੇ ਬਹੁਤ ਵਿਚਾਰਨ ਵਾਲੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ, ਪਰ ਉਹਨਾਂ ਦੇ ਬੋਲਾਂ ਨੂੰ ਆਪਾਂ ਜੇ ਥੋੜਾ ਜਿਹਾ ਹੋਰ ਧਿਆਨ ਨਾਲ ਦੇਖੀਏ, ਉਹਨਾਂ ਨੇ ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਨੇ। ਉਹ ਕਹਿੰਦੇ ਕਾਨੂੰਨ ਬਿਲਕੁਲ ਸਹੀ, ਅਸੀਂ ਕਿਸਾਨਾਂ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਹਾਂ, ਇਹ ਕਿਸਾਨਾਂ ਦੇ ਲਈ ਬਹੁਤ ਬਿਹਤਰ ਬਦਲ ਸੀ, ਬਹੁਤੇ ਕਿਸਾਨ ਸਾਡੀ ਮੰਨ ਗਏ, ਥੋੜੇ ਜਿਹਾ ਕਿਸਾਨਾਂ ਨੂੰ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋਏ। ਇਹ ਨਹੀਂ ਕਿਹਾ ਕਿ ਕਾਨੂੰਨ ਬਣਾਉਣ 'ਚ ਕਿਤੇ ਉਕਾਈ ਰਹਿ ਗਈ, ਉਹ ਕਹਿੰਦੇ ਚੰਗੇ ਕਾਨੂੰਨ ਸਮਝਾਉਣ 'ਚ ਉਕਾਈ ਰਹਿ ਗਈ ਕਿਤੇ, ਇਸ ਕਰਕੇ ਅਸੀਂ ਵਾਪਸ ਲੈ ਰਹੇ ਹਾਂ। ਜਾਣੀ ਕਿ ਜੇ ਆਪਾਂ ਕਹੀਏ ਕਿਸਾਨ ਆਪਣੀ ਲੀਹ ਤੋਂ ਲਿੱਥ ਗਿਆ, ਨਹੀਂ ਲਿੱਥੇ, ਤਾਂ ਜੇ ਕਹੀਏ ਉਹ ਲੀਹ ਤੋਂ ਲਿੱਥ ਗਿਆ ਤਾਂ ਲਿੱਥੇ ਉਹ ਵੀ ਨਹੀਂ। ਜਾਣੀ ਅਜੇ ਤੱਕ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਾਨੂੰਨਾਂ ਦੇ ਵਿੱਚ ਕੋਈ ਅਣਗਹਿਲੀ ਹੋ ਗਈ ਸੀ, ਗਲਤੀ ਹੋ ਗਈ ਸੀ, ਕੋਈ ਕਮਜ਼ੋਰੀ ਰਹਿ ਗਈ ਸੀ। ਚਲੋ ਕੋਈ ਨਾ ਕੋਈ ਸ਼ਬਦ ਵਰਤ ਕੇ ਫੇਰ ਹੀ ਵਾਪਸ ਕਰਨੇ ਹੁੰਦੇ, ਉਹਨਾਂ ਨੇ ਵਰਤ ਲਏ। ਹੁਣ ਉਹਦੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਬਿਨਾਂ ਮੀਟਿੰਗ ਕੀਤੀਆਂ, ਕਿਉਂਕਿ ਉਹਨਾਂ ਦੀ ਇੱਕ 7 ਮੈਂਬਰੀ ਕਮੇਟੀ ਹੈ, ਉਹ ਆਪਸ ਵਿੱਚ ਟੈਲੀਫੋਨ ਤੇ ਸੰਪਰਕ ਕਰ ਲੈਂਦੇ, ਜਿੰਨੇ ਇਕੱਠੇ ਹੁਣ ਮੀਟਿੰਗ ਕਰ ਲੈਂਦੇ। ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ, ਪਰ ਜਦੋਂ ਤੱਕ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ, ਕਾਨੂੰਨੀ ਰੂਪ ਦੇ ਵਿੱਚ ਜਿੱਦਾਂ ਬਣੇ ਆ ਉਦਾਂ ਹੀ ਰੱਦ ਨਹੀਂ ਹੁੰਦੇ, ਅਸੀਂ ਦਿੱਲੀ ਵਾਲਾ ਮੋਰਚਾ ਛੱਡਣਾ ਨਹੀਂ। 26 ਤਰੀਕ ਨੂੰ 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਆਇਆਂ ਨੂੰ ਮੁਕੰਮਲ ਹੋਣਾ ਹੈ। ਉਦੋਂ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਦਿੱਲੀ 'ਚ ਇਕੱਠ ਕਰੋ, ਉੱਥੇ ਜਿੱਥੇ ਬੈਠੇ ਆ ਉਹ ਇਕੱਠ ਕਹਿੰਦੇ ਉਦਾਂ ਹੀ ਹੋਣਗੇ, ਅਸੀਂ ਉੱਥੇ ਭਰਾਂਗੇ, ਪੂਰਾ ਮੇਲਾ 1 ਸਾਲ ਮੁਕੰਮਲ ਹੋਣਾ। ਪਰ 4 ਲੀਡਰਾਂ ਦੇ ਬਿਆਨ ਥੋੜੇ ਜਿਹਾ ਵੱਖਰੇ ਨੇ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਘਰਾਂ ਨੂੰ ਜਾਓ, ਬਾਬੇ ਨਾਨਕ ਦਾ ਦੇਣ ਆ, ਘਰੇ ਜਾਓ, ਖੇਤਾਂ ਨੂੰ ਜਾਓ, ਕੰਮ ਕਰੋ, ਪਰਿਵਾਰਾਂ 'ਚ ਬੈਠੋ। ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ। ਉਹ ਕਹਿੰਦੇ ਜੀ ਦੇਖੋ ਹੁਣ ਕਿਹੜੀ ਗੱਲ ਬਾਕੀ ਰਹਿ ਗਈ। ਪ੍ਰਧਾਨ ਮੰਤਰੀ ਸਾਹਿਬ ਨੇ ਏਡਾ ਵੱਡਾ ਦਿਲ ਦਿਖਾਇਆ, ਜਾਨੀ ਦਿਲ ਵਿਖਾਇਆ, ਦਿਖਾਇਆ ਨਹੀਂ, ਉਹ ਦਿਲ ਜਿਹੜਾ ਵਿਖਾਇਆ, ਤੇ ਉਹਦੇ ਤੋਂ ਬਾਅਦ ਹੁਣ ਅੰਦੋਲਨ ਕਰਨ ਦੀ ਕੋਈ ਤੁਕ ਨਹੀਂ ਹੈ। ਹੁਣ ਤਾਂ ਘਰਾਂ ਜਾਣਾ ਚਾਹੀਦਾ, ਆਪਣੇ ਨਿਆਣਿਆਂ ਜਾਓ, ਵਿਹੜੇ 'ਚ ਨਿਆਣੇ ਬੈਠੇ, ਉੱਥੇ ਜਾ ਕੇ ਖੁਸ਼ੀਆਂ ਮਨਾਓ, ਬਾਬੇ ਨਾਨਕ ਦੇ ਦਰ ਦੇ ਉੱਤੇ ਮੱਥਾ ਟੇਕੋ। ਹੁਣ ਅੰਦੋਲਨ ਕਰਨ ਦੀ ਕੋਈ ਤੁਕ ਨਹੀਂ। ਮਨੋਹਰ ਲਾਲ ਖੱਟਰ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ, ਉਹ ਵੀ ਕਹਿੰਦੇ ਕਿਸਾਨਾਂ ਨੂੰ ਹੁਣ ਆਪਣੇ ਘਰੇ ਜਾਣਾ ਚਾਹੀਦਾ। ਅਨਿਲ ਵਿਜ ਸਾਹਿਬ ਵੀ ਕਹਿੰਦੇ ਕਿਸਾਨਾਂ ਨੂੰ ਹੁਣ ਆਪਣੇ ਘਰੇ ਜਾਣਾ ਚਾਹੀਦਾ। ਇਹਦੇ ਤੋਂ ਇਲਾਵਾ ਤੋਮਰ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਕਾਨੂੰਨ ਵਧੀਆ ਸੀ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਪਰ ਕਿਉਂਕਿ ਕੁਝ ਲੋਕ ਨਹੀਂ ਸਮਝੇ, ਇਸ ਕਰਕੇ ਉਹਨਾਂ ਨੇ ਕਾਨੂੰਨ ਵਾਪਸ ਲੈ ਲਈ। ਦੇਖੋ ਦਰਿਆ ਦਿਲ ਕਿੱਡੇ ਨੇ, ਇਸ ਕਰਕੇ ਘਰਾਂ ਨੂੰ ਵਾਪਸ ਜਾਓ। ਪਰ ਕਿਸਾਨ ਕਹਿੰਦੇ ਨਹੀਂ, ਜਿੰਨੀ ਦੇਰ ਲੋਕ ਸਭਾ ਰਾਜ ਸਭਾ ਦੇ ਵਿੱਚ, ਕਿਉਂਕਿ ਦੁਬਾਰਾ ਉਦਾਂ ਹੀ ਬਿੱਲ ਪੇਸ਼ ਹੋਣਾ ਹੈ, ਜਿੱਦਾਂ ਕਾਨੂੰਨ ਬਣਨ ਦੇ ਲਈ ਬਿੱਲ ਪੇਸ਼ ਹੋਇਆ ਸੀ, ਉਦਾਂ ਹੀ ਲੋਕ ਸਭਾ ਤੇ ਰਾਜ ਸਭਾ 'ਚ ਬਿੱਲ ਪੇਸ਼ ਹੋਏਗਾ, ਉਦਾਂ ਹੀ ਉੱਥੇ ਬਹਿਸ ਹੋਏਗੀ, ਉਦਾਂ ਹੀ ਉੱਥੇ VOTING ਹੋਏਗੀ। ਜੇ ਬਿੱਲ ਦੋਨਾਂ ਸਦਨਾਂ ਦੇ ਵਿੱਚੋਂ ਪਾਸ ਹੋਏਗਾ ਫਿਰ ਰਾਸ਼ਟਰਪਤੀ ਕੋ ਜਾਏਗਾ, ਰਾਸ਼ਟਰਪਤੀ ਸਾਹਿਬ ਜੇ ਦਸਤਖਤ ਕਰਦੇ ਆ ਫਿਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੂ। ਇਹ 3 ਕਾਨੂੰਨ ਫੇਰ ਰੱਦ ਹੋਣੇ ਆ, ਗੱਲਾਂ ਨਾਲ ਨਹੀਂ। ਇਹ ਉਹ ਗੱਲ ਠੀਕ ਆ, ਪਰ ਕੁੱਲ ਮਿਲਾ ਕੇ ਦੇਖੋ ਐਬਸੋਲੂਟ ਮੈਜੋਰਿਟੀ ਅਗਲਿਆਂ ਦੇ ਕੋਲ, ਤੇ ਰਹੀ ਗੱਲ ਵਿਰੋਧੀ ਧਿਰ ਦੀ, ਉਹਨਾਂ ਚੋਂ ਕਿਸੇ ਨੇ ਵੋਟ ਤੇ ਪਾਉਣੀ ਨਹੀਂ, ਨਹੀਂ ਵੀ ਇਹ ਰੱਦ ਨਾ ਕਰੋ, ਹੈ ਤੇ ਹੈ ਨਹੀਂ ਕੋਈ ਕਹਿਣ ਵਾਲਾ। ਸੋ ਹੈ ਤਾਂ ਇੱਕ ਫਾਰਮੈਲਿਟੀ, ਪਰ ਉਸ ਫਾਰਮੈਲਿਟੀ ਨੂੰ ਵੀ ਅਜੇ 8-10 ਦਿਨ ਲੱਗਣੇ ਆ ਜੀ। ਇਸ ਕਰਕੇ ਇੱਕ ਤੇ ਇਹ ਤੌਖਲਾ। ਦੂਸਰਾ ਜਿਹੜੀ ਤੁਸੀਂ 26 ਵਾਲੀ ਗੱਲ ਕੀਤੀ ਸੀ, ਮੈਂ ਨਾ ਚਲੋ ਫਿਰ ਵੀ ਇੱਕ ਗੱਲੋਂ ਠੀਕ ਹੈ 26, ਕਿਉਂਕਿ ਹੁਣ ਤੱਕ 26 ਜਨਵਰੀ ਤੋਂ ਬਾਅਦ ਜਿੰਨੀਆਂ 26 ਆਈਆਂ, ਹਰੇਕ 26 ਤੇ ਕੁਛ ਨਾ ਕੁਛ ਕਿਸਾਨ ਅੰਦੋਲਨ ਵਾਲੇ ਪਾਸਿਓਂ ਹੁੰਦਾ ਰਿਹਾ। ਕੋਈ ਨਾ ਕੋਈ ਉਹ ਕਾਲ ਦਿੰਦੇ ਰਹੇ, ਕਦੀ ਕੋਈ ਬੰਦ ਦੀ ਕਾਲ ਹੋ ਗਈ, ਕਦੀ ਕੋਈ ਸੜਕ ਰੋਕਣ ਦੀ ਕਾਲ ਹੋ ਗਈ, ਕਦੀ ਇਕੱਠ ਦੀ ਕਾਲ ਹੋ ਗਈ, ਕਦੀ ਗਾਂ ਉੱਥੇ ਦਿੱਲੀ ਜਾਣ ਦੀ ਕਾਲ ਹੋ ਗਈ। ਤੇ ਐਤਕੀ 26 ਦੇ ਉੱਪਰ ਉਹਨਾਂ ਨੇ ਵੱਖਰੀ ਕਾਲ ਦਿੱਤੀ ਵੀ ਆਪਾਂ ਵਰ੍ਹੇਗੰਢ ਇੱਕ ਤਰ੍ਹਾਂ ਨਾਲ ਮਨਾਉਣੀ ਆ। ਮੈਂ ਨਾ ਚਲੋ ਵਧੀਆ ਗੱਲ ਆ ਵੀ ਐਟਲੀਸਟ ਤੁਸੀਂ ਇਹ ਦੇਖੋ ਵੀ ਜਾਣੇ ਤੇ ਟਰੈਕਟਰ ਉੱਦਾਂ ਹੀ ਸੀ ਜੀ, ਉੱਦਾਂ ਹੀ ਬਿਸਤਰੇ ਵੱਜੇ ਸੀ, ਉੱਦਾਂ ਹੀ ਰਾਸ਼ਨ ਪਾਣੀ ਸੀ, ਉੱਦਾਂ ਹੀ ਕੰਬਲ ਲੱਦੇ ਜਾ ਰਹੇ ਸੀ, ਉਹ ਸਾਰਾ ਕੁਝ ਲੱਦਿਆ ਲਦਾਇਆ ਜਾਣਗੇ। ਤੇ ਹੁਣ ਵੀ ਉਦੋਂ ਜਾਣਾ ਸੀ ਥੋੜਾ ਜਿਹਾ ਬੱਧੋ ਰੁੱਤੇ ਵੀ ਯਾਰ ਫਲਾਨਾ ਸਾਲ ਹੋ ਗਿਆ ਯਾਰ ਕਿਸੇ ਪਾਸੇ ਨਹੀਂ ਲੱਗੇ, ਤੇ ਹੁਣ ਜਾਣਗੇ ਚਾਹ ਨਾ ਵੀ ਲੈ ਯਾਰ ਕੰਮ ਤੇ ਆਪਣਾ ਬਣ ਗਿਆ, ਹੁਣ ਇੱਕ ਨਾ ਹਾਜ਼ਰੀ ਲਵਾਉਣੀ, ਉੱਥੇ ਜਲੇਬੀਆਂ ਉੱਥੇ ਲੋਕਾਂ ਨੂੰ ਖਵਾ ਕੇ ਆਈਏ, ਇੱਕ ਨਾ ਪਤਾ ਲੱਗੇ ਵੀ ਲੈ ਵੀ ਜਿੱਤ ਹੋ ਗਈ ਜੀ। ਇੰਨਾ ਕੁ ਫਰਕ ਜ਼ਰੂਰ ਪੈ ਗਿਆ। ਨਹੀਂ ਫਰਕ ਪਿਆ ਸੰਧਾਲੀਆ ਸਾਹਿਬ, ਤੁਸੀਂ ਦੇਖੋ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਐਨ ਤਿਆਰੀ ਸੀ ਦਿੱਲੀ ਵੱਲੋਂ ਕੂਚ ਕਰਨ ਦੀ ਕਿ ਭਾਈ ਦਿੱਲੀ ਨੂੰ ਜਾਣਾ ਹੈ, 2 ਦਿਨ ਰਹਿ ਕੇ ਆਉਣਾ ਹੈ, 6 ਮਹੀਨਿਆਂ ਦਾ ਰਾਸ਼ਨ ਵੀ ਹੈਗਾ। ਉਹਨੂੰ ਲੱਗਦਾ ਦਿੱਲੀ ਜਾਵਾਂਗੇ ਸਰਕਾਰ ਨੇ ਮੰਨ ਲੈਣੀ ਗੱਲ, ਕਿਹੜੀ ਗੱਲ ਆ ਨਾ। ਪਰ ਹੁਣ ਬਿਲਕੁਲ ਉਲਟਾ ਹੋ ਗਿਆ, ਕਿਉਂਕਿ ਅਸੀਂ 700 ਕੁਰਬਾਨੀਆਂ ਕਰ ਚੁੱਕੇ ਹਾਂ। ਇਹਦੇ ਵਿੱਚ ਬਹੁਤ ਕੁਝ ਤੱਤਾ ਠੰਡਾ ਹੰਡਾ ਲਿਆ, ਲਖੀਮਪੁਰ ਖੀਰੀ ਵਾਲਾ ਮਸਲਾ, ਕਰਨਾਲ ਵਾਲਾ ਮਸਲਾ,
ਪੰਜਾਬ ਦੇ ਮੋਗੇ ਵਾਲਾ ਮਸਲਾ, ਫਿਰੋਜ਼ਪੁਰ ਵਾਲਾ ਮਸਲਾ, ਬਹੁਤ ਕੁਝ ਹੋਇਆ। ਤੁਸੀਂ ਆ ਦੇਖੋ ਕਿ ਜਦੋਂ ਇੱਕ ਕਤਲ ਹੋਇਆ ਸੀ ਵਿਅਕਤੀ ਵਿਸ਼ੇਸ਼ ਦਾ, ਜਿਹੜਾ ਤਰਨਤਾਰਨ ਜ਼ਿਲ੍ਹੇ ਦਾ ਸੀ, ਉਦੋਂ ਐ ਲੱਗਦਾ ਸੀ ਕਿ ਬਹੁਤ ਵੱਡੀ ਸੱਟ, ਐ ਲੱਗਦਾ ਕਿ ਆਖਰੀ ਸੱਟ ਮਾਰ ਕੇ ਦੇਖ ਲਈ ਗਈ ਸੀ ਕਿ ਭਾਈ ਇਹ ਹੁਣ ਬਿਨਾਂ ਭੱਜੇ ਨਾ ਤੇ ਨਾ ਭੱਜਣਾ ਨਹੀਂ। ਤੇ ਉਹ ਨਹੀਂ ਭੱਜੇ, ਉਹ ਨਹੀਂ ਵੰਡ ਹੋਏ, ਉਹ ਤਾਕਤ ਉਹਨਾਂ ਨੇ ਆਪਣੀ ਜਿਹੜੀ ਉਹ ਬਣਾ ਕੇ ਰੱਖੀ। ਤੇ ਐਤਕੀ ਤਾਂ 26 ਨੂੰ ਜੁਲਾਈ ਹੀ ਵੱਖਰਾ ਹੋਣਾ, ਪਰ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਭਾਈ ਪਹਿਰੇਦਾਰੀ ਪੂਰੀ ਰੱਖਿਓ। ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਕੋਈ ਪਤਾ ਨਹੀਂ ਹੁੰਦਾ, ਅਸੀਂ ਨਹੀਂ ਕਹਿੰਦੇ ਕਿ ਸਰਕਾਰ ਨੇ ਕੁਝ ਕਰਨਾ ਜਾਂ ਕਿਸੇ ਨੇ ਕਰਨਾ, ਸ਼ਰਾਰਤੀ ਅਨਸਰ ਬਹੁਤ ਹੁੰਦੇ ਆ, ਉੱਥੇ ਪਹਿਰੇਦਾਰੀ ਵੀ ਪੂਰੀ ਰੱਖਿਓ, ਉੱਥੇ ਇੱਕ ਦੂਜੇ ਨਾਲ ਇਤਫਾਕ ਵੀ ਪੂਰਾ ਰੱਖਿਓ, ਜਿੱਦਾਂ ਪਹਿਲਾਂ ਸੁਹਿਰਦਤਾ ਦੇ ਨਾਲ ਬੈਠੇ ਹੋ ਉਦਾਂ ਹੀ ਬੈਠੇ ਹੋ, ਕਿਉਂਕਿ ਜਦੋਂ ਤੱਕ ਵਾਪਸ ਨਹੀਂ ਆਉਂਦੇ। ਤੇ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਹੈ, ਵੈਸੇ ਤਾਂ ਅਸੀਂ ਹੁਣ ਬਹੁਤ ਸੁਧਰ ਗਏ ਹਾਂ, ਐਤਕੀ ਜਦੋਂ ਦਿੱਲੀੋਂ ਵਾਪਸ ਜੇ ਆਏ, ਜੇ ਸਾਰਾ ਕੁਝ ਠੀਕ ਹੋ ਗਿਆ, MSP ਵਾਲਾ ਕੰਮ ਵੀ ਨੇਪਰੇ ਚੜ ਗਿਆ, ਉੱਥੋਂ ਇਦਾਂ ਆਉਣਾ ਕਿ ਜਦੋਂ ਵਾਪਸ ਆਉਣ ਤੇ ਉੱਥੇ ਦਰਖਤ ਦਿਸਣ ਲੱਗੇ ਹੋ, ਉੱਥੇ ਇੱਕ ਕਾਗਜ਼ ਦਾ ਟੁਕੜਾ ਵੀ ਖਿਲਾਰੇ ਦਾ ਨਾ ਪਿਆ ਹੋਵੇ। ਯਾਨੀ ਕਿ ਲੋਕੀ ਐਗਜ਼ਾਮਪਲ ਸੈੱਟ ਕਰਨ ਕਿ ਕਿਸੇ ਆਪਣੇ ਆਪ ਦੇ ਵਿੱਚ ਬਣੇ ਧਾਰਮਿਕ ਆਗੂ ਦਾ, ਆਪਣੇ ਆਪ 'ਚ ਬਣੇਗਾ ਹੀ ਨਾ, ਧਾਰਮਿਕ ਆਗੂਆਂ ਦੇ ਮੂਹਰੇ ਤਾਂ ਸਿਰ ਝੁਕਦਾ ਹੀ। ਉਹਨਾਂ ਨੇ ਇੱਕ ਵਾਰੀ ਯਮੁਨਾ ਦੇ ਕਿਨਾਰੇ ਤੇ ਬਹੁਤ ਵੱਡਾ ਸਮਾਗਮ ਕਰਾਇਆ ਸੀ ਤੇ ਮੁੜ ਕੇ 5-5 ਕਰੋੜ ਦੇ ਜੁਰਮਾਨੇ ਲੱਗੇ ਸੀ ਕਿ ਖਲਾਰਾ ਪਾ ਕੇ ਚਲ ਗਿਆ। ਹਾਂ, ਤੇ ਖਲਾਰਾ ਸਾਂਭਣ ਲਈ ਵੀ ਫੌਜ ਆਈ ਸੀ। ਯਾਨੀ ਕਿ ਭਾਰਤ ਦੀ ਫੌਜ, ਜਿਸ ਫੌਜ ਦਾ ਕੰਮ ਹੈ ਦੇਸ਼ ਦੀ ਰਾਖੀ ਕਰਨੀ ਜੀ, ਉਹ ਮਤਲਬ ਉਹ ਸਾਧੂ ਦੇ ਪਵਾਏ ਹੋਏ ਖਲਾਰੇ ਨੂੰ ਚੁੱਕਦੀ ਫਿਰਦੀ, ਰਾਖੀ ਉਹ ਤੋਂ ਕਰਦੀ, ਯਾਰ ਇਹਨਾਂ ਤੋਂ ਬਚਾਓ, ਇਹਨਾਂ ਤੋਂ। ਸੋ ਮੇਰੇ ਖਿਆਲ ਨਾਲ ਉਹ ਕੰਮ ਨਹੀਂ ਹੋਣਾ ਚਾਹੀਦਾ। ਸੋ ਇਹ ਗੱਲ ਵਧੀਆ ਵਾਟ ਸਾਹਿਬ ਕਿ ਵੀ ਜਦੋਂ ਉੱਥੋਂ ਮੁੜਿਆ ਜਾਵੇ ਤੇ ਉਹ ਜਾਣੇ ਉਹ ਜਿਹੜੇ, ਕਿਉਂਕਿ ਉੱਥੇ ਤਾਂ ਖੂਹ ਕਿਆਰੀਆਂ ਸੀਗੀਆਂ ਹੀ ਵੀ ਇੱਥੇ ਕਿਤੇ ਧਨੀਆ ਲਾ ਲਿਆ, ਗੰਢੇ ਬੀਜ ਲਏ, ਰੁੱਖ ਬੂਟੇ ਲਾਏ ਵੀ ਖੈਰ, ਤੇ ਜਦੋਂ ਮੁੜਨ ਲੱਗਿਆ ਇੱਕ ਵਾਰ ਜ਼ਰੂਰ ਮੇਰੇ ਖਿਆਲ ਨਾਲ ਜੇ ਉਹ ਸਾਰੇ ਕੁਛ ਨੂੰ ਦੁਬਾਰਾ ਲਾਤਾ ਜਾਵੇ, ਕੀ ਪਤਾ ਕਿੰਨੇ ਬਚਣੇ ਕਿੰਨੇ ਨਹੀਂ ਬਚਣੇ, ਪਰ ਫਿਰ ਵੀ ਜੇ ਕਿਤੇ ਬੂਟੇ ਬਚ ਗਏ ਤੇ ਕਿਤੇ ਜਾਂਦੇ ਆਉਂਦੇ ਦੇਖਿਆ ਤੇ ਕਰਾਂਗੇ ਨਾ ਉਹ ਤੇਰਾ ਭਲਾ। ਆਹ ਫਿਰ ਜਿਹੜੀ ਧਰੇਕ ਹੀ ਨਾ, ਉਦੋਂ ਫਿਰ ਸਾਡੀ ਟਰਾਲੀ ਇੱਥੇ ਲੱਗੀ ਹੁੰਦੀ ਸੀ ਐਂ ਕਰਕੇ ਤੇ ਅਸੀਂ ਲਾਈ, ਆਹ ਵੇਖ ਲਾ ਕਿੱਡੀ ਹੋ ਗਈ। ਐਤਕੀ ਹੋ ਸਕਦਾ ਕਈ ਪਰਿਵਾਰਾਂ ਦੇ ਪਰਿਵਾਰ ਜਿਹੜੇ ਪਹਿਲਾਂ ਪੂਰੇ ਪਰਿਵਾਰ ਨਹੀਂ ਗਏ, ਉਹ ਵੀ ਉੱਥੇ ਜਾਣਗੇ, ਜਿੱਥੇ ਭਾਪੇ ਨੂੰ 10 ਮਹੀਨੇ ਹੋ ਗਿਆ ਬੈਠੇ ਨੂੰ, ਬੀਬੀ ਦੇਖ ਕੇ ਆਉਣਾ ਹੀ, ਮੈਂ ਨਾਲ ਚੱਲਣਾ, ਉਹ ਕਹਿੰਦਾ ਲੈ ਕੇ ਆਵੇ ਐਤਕੀ, ਕੋਈ ਗੱਲ ਨਹੀਂ। ਭਾਪੇ ਨੇ ਫਿਰ ਦਿਖਾਉਣਾ, ਪੁੱਤ ਇੱਥੇ ਮੇਰਾ ਝੋਲਾ ਪਿਆ ਹੁੰਦਾ, ਜਿਹ 'ਚ ਮੇਰਾ ਝੱਗਾ ਹੁੰਦਾ ਸੀ, ਪੁੱਤ ਇੱਥੋਂ ਦੀ ਮੈਂ ਚੜ੍ਹਦਾ ਹੁੰਦਾ ਸੀ, ਆ ਵਿਸਾਖਾ ਸੂਹ ਦਾ ਮੁੰਡਾ, ਇਹ ਸਵੇਰੇ ਮੈਨੂੰ ਇਹਨੇ ਚਾਹ ਕਰਕੇ ਲਿਆ ਕੇ ਦੇਣੀ, ਇਹਨੂੰ ਪਤਾ ਸੀ ਵੀ ਇਹ ਮੈਂ ਪੱਕੇ ਮਿੱਠੇ ਦੀ ਪੀਣਾ, ਬਾਕੀ ਕੱਚੇ ਮਿੱਠੇ ਦੀ ਬਣਾਉਂਦੇ ਸੀ, ਇਹਨੇ ਫਿਰ ਮੈਨੂੰ ਇੱਥੇ ਗਲਾ ਲੈਣਾ, ਫਿਰ ਮੈਂ ਕਾਇਮ ਜਾ ਹੋ ਕੇ ਸਿੱਧਾ ਪੜਾਲ 'ਚ ਚੱਲ ਜਾਣਾ, ਪੜਾਲ 'ਚ ਜਾ ਕੇ ਫਿਰ ਮੈਂ ਲੀਡਰਾਂ ਦੇ ਉੱਥੇ ਭਾਸ਼ਣ, ਬੜਾ ਵਧੀਆ ਬੋਲਦੇ ਸੀ ਬੰਦੇ, ਹੈਨਾ, ਇਹ ਗੱਲਾਂ ਹੋਣੀਆਂ। ਨਹੀਂ ਬਿਲਕੁਲ ਹੋਣਗੀਆਂ, ਯਾਦਾਂ ਰਹਿ ਜਾਣੀਆਂ। ਪਰ ਚਲੋ ਇਹ ਮਤਲਬ ਮੇਰੇ ਖਿਆਲ ਨਾਲ ਇੱਕ ਬੜੇ ਸੁਖਾਲੇ ਜੇ ਜਾਂ ਸੌਖੇ ਜਾਂ ਸੁਖੀ ਮੋੜ ਦੇ ਉੱਪਰ ਆ ਕੇ ਚੀਜ਼ਾਂ ਮੁੱਕੀਆਂ, ਵਧੀਆ ਗੱਲ ਹੈ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਨਾ ਹੁਣੇ ਬਾਠ ਸਾਹਿਬ ਕਿ ਵੀ ਯਾਰ ਕੁਛ ਪਤਾ ਨਹੀਂ ਬੰਦੇ ਦੇ ਦਿਮਾਗ ਕਿੱਦਾਂ ਰਹਿੰਦੇ ਆ। ਦਿਮਾਗ ਚਲੋ ਆਮ ਬੰਦੇ ਦਾ ਤੇ ਆਪਾਂ ਮੰਨਦੇ ਹਾਂ, ਜਾਂ ਕੋਈ ਘੱਟ ਪੜ੍ਹਿਆ ਲਿਖਿਆ ਕੋਈ ਮਿਰਗਾ ਹੋ ਸਕਦਾ ਸਿੱਧ ਪੱਧਰਾ, ਪਰ ਬੀਬੀ ਜਿਹੜੀ ਐਡੀ ਵੱਡੀ ਕਲਾਕਾਰ ਆ, ਉਹਨੇ ਵੀ ਜਿਹੜਾ ਟਵੀਟ ਕਰਕੇ ਦੱਸਿਆ, ਮਤਲਬ ਜਿੱਦਾਂ ਉਹਨੇ ਦੱਸਿਆ ਵੀ ਮੈਂ ਕਿੰਨੀ ਕੁ ਸੰਵਿਧਾਨੀ ਰੱਖਦੀ ਹਾਂ, ਹੁਣ ਜੀ ਉਹਦੇ ਦਿਮਾਗ 'ਚ ਇਹ ਆ ਸਕਦਾ ਜਾਂ ਉਹਦੇ ਉਸ ਟਵੀਟ ਜਾਂ ਉਤੋਂ ਗੱਲ ਤੋਂ ਬਾਅਦ ਉਹਦੀ ਪ੍ਰੋੜਤਾ ਕਰਨ ਵਾਲੇ ਬਹੁਤ ਸਾਰੇ ਲੋਕ ਨੇ, ਇਹਦਾ ਮਤਲਬ ਉਸ ਧਾਰਨਾ ਦੇ ਲੋਕ ਵੀ ਹੈਗੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਭਾਈ ਸਾਹਿਬ ਅਜੇ ਕੱਲ੍ਹ ਤੱਕ ਜਿਹੜੀ ਸਰਕਾਰ ਦੇ ਖਿਲਾਫ ਸਾਰਾ ਕੁਝ ਚੱਲਦਾ ਸੀਗਾ, ਜੇ ਅੱਜ ਉਹ ਸਰਕਾਰ ਨੇ ਲੋਕਾਂ ਦੇ ਲਈ ਕੁਛ ਨਾ ਕੁਛ ਕਰ ਲਿਆ ਤੇ ਕਿਉਂ ਕਰ ਲਿਆ, ਉਹਨੂੰ ਇਸ ਚੀਜ਼ ਤੇ ਵੀ ਇਤਰਾਜ਼ ਆ ਬਈ। ਅਨਿਲ ਘਨਵਤ ਦਾ ਨਾਂ ਸੁਣਿਆ ਹੋਣਾ, ਸੁਪਰੀਮ ਕੋਰਟ ਦੀ ਕਮੇਟੀ ਦੇ ਵਿੱਚੋਂ ਇੱਕ ਬੰਦਾ ਮਹਾਰਾਸ਼ਟਰ ਤੋਂ ਸੀ, ਉਹ ਕਹਿੰਦਾ ਪਿਛਾਂਹ ਖਿੱਚੂ ਫੈਸਲਾ, ਅਸੀਂ ਤਾਂ ਸਿਫਾਰਿਸ਼ਾਂ ਬੜੀਆਂ ਕਮਾਲ ਦੀਆਂ ਦਿੱਤੀਆਂ ਸੀ, ਸਾਡੀਆਂ ਸਿਫਾਰਿਸ਼ਾਂ ਲਾਗੂ ਕਰ ਦਿੰਦੇ ਖੇਤੀ ਉੱਪਰ ਨੂੰ ਚੱਲ ਜਾਣੀ ਸੀ ਸਰਕਾਰ ਵਾਲੇ, ਇਹਨਾਂ ਨੇ ਸਾਡੀਆਂ ਸਿਫਾਰਿਸ਼ਾਂ ਨੂੰ ਪੜ੍ਹਿਆ ਵੀ ਨਹੀਂ, ਜਾਣੀ ਸਿਆਣੇ ਬੰਦੇ ਦੀ ਘਾਟ ਨਹੀਂ, ਅਸੀਂ ਸੁਪਰੀਮ ਕੋਰਟ ਦਾ ਬਹੁਤ ਸਤਿਕਾਰ ਕਰਦੇ ਹਾਂ। ਉਹਨਾਂ ਦੀ ਕਮੇਟੀ ਦੇ ਇੱਕ ਮੈਂਬਰ ਨੇ ਘਨਵਤ ਸਾਹਿਬ, ਉਹ ਕਹਿੰਦੇ ਗਲਤ ਹੈ, ਇੱਦਾਂ ਥੋੜ੍ਹੀ ਹੋਣੀ, ਪ੍ਰਧਾਨ ਮੰਤਰੀ ਸਾਹਿਬ ਫੈਸਲਾ ਕਰਦੇ ਆ, ਸਾਰੇ ਦੇਸ਼ ਦੇ ਵਿੱਚ ਲੱਡੂ ਵੰਡੇ, ਯਾਰ ਦੁਕਾਨ ਦੇ ਉੱਤੇ ਲੱਡੂ ਦਾ ਭੂਰ ਚੂਰ ਵੀ ਨਹੀਂ ਬਚਿਆ ਕਿਤੇ, ਬਜ਼ੁਰਗ ਭੰਗੜਾ ਪਾਈ ਜਾਂਦੇ। ਮੈਂ ਰਿਪੋਰਟ ਦੇਖਦਾ ਸੀ, ਦਿੱਲੀ ਸ਼ਹਿਰ ਦੇ ਲੋਕ ਲੱਡੂ ਲੈ ਕੇ ਆਏ ਕਿਸਾਨ ਮੋਰਚੇ 'ਚ, ਕਿਆ ਸ਼ਕੋ ਪਾਈ ਅਸੀਂ ਤੁਹਾਨੂੰ ਦੇਖਨੇ ਆ। ਨਹੀਂ ਉਹ ਹੈ, ਇੱਕ ਤਾਂ ਉਹ ਵੀ ਸੀਗਾ, ਉਹ ਕਹਿੰਦਾ ਵੀ ਜਲੇਬੀਆਂ ਵੀ ਸਿੱਧੀਆਂ ਜਿਹੀਆਂ ਰਹੀ ਜਾਂਦੀਆਂ, ਯਾਰ ਕੀ ਕਰਦੇ, ਇੱਕ ਹੁੰਦਾ ਨਾ ਵੀ ਯਾਰ ਕੋਈ ਨਹੀਂ ਲਿਆ, ਉਹ ਯਾਰ ਇੱਕ ਮਿੰਟ ਕੱਢ ਤੇ ਲੈਣ ਦੇ, ਉਹ ਕਹਿੰਦਾ ਕੋਈ ਨਹੀਂ ਬਸ ਸੱਪ ਜੇ ਬਣਾ ਕੇ ਤੂੰ ਦਈ ਆ, ਇੱਕ ਨਾਲ ਲੱਗ ਜਾਵੇ ਜਲੇਬੀ ਜਾਪੇ, ਕੋਈ ਨਹੀਂ ਉਸ ਹਿਸਾਬ ਨਾਲ ਜਿਹੜਾ ਕੰਮ ਵਰਤਿਆ। ਸੋ ਮੇਰੇ ਖਿਆਲ ਨਾਲ ਉਹਦੇ 'ਚ ਵੀ ਇਹੋ ਜਿਹੇ ਬੰਦੇ ਹੈਗੇ ਜੇ ਜਿਹਨੂੰ ਲੱਗਦਾ ਵੀ ਇਹ ਬੜਾ ਪਿਛਾਂਹ ਖਿੱਚੂ ਫੈਸਲਾ, ਜਾਂ ਜਿਹੜੀ ਬੀਬੀਆਂ ਆਂਦੀ ਆ ਵੀ ਹਾਂ ਜੇ ਸੜਕਾਂ ਦੇ ਉੱਪਰ ਹੀ ਸਾਰਾ ਕੁਝ ਹੋਣਾ ਤੇ ਫਿਰ ਚੁਣੀ ਹੋਈ ਸਰਕਾਰ ਕਾਹਦੇ ਲਈ ਹੈ। ਹੁਣ ਸਮਝੋ ਬਾਹਰ ਆ ਵੀ ਜੇ ਕੱਲ੍ਹ ਤੱਕ ਆਪਾਂ ਕਲਾਕਾਰੀ 'ਚ ਰਹੇ ਸੀਗੇ, ਅਚਾਨਕ ਆਪਾਂ ਨੂੰ ਇੰਨੀ ਰਾਜਨੀਤੀ ਦੀ ਵੀ ਸਮਝ ਆ ਜਾਂਦੀ ਹੈ, ਸਰਕਾਰਾਂ ਕਿੱਦਾਂ ਚੱਲਣੀਆਂ ਉਹਦੀ ਵੀ ਸਮਝ ਆ ਜਾਂਦੀ ਵੀ ਅਸੀਂ ਏਡੇ ਵੱਡੇ ਫੈਸਲੇ ਤੋਂ ਬਾਅਦ ਵੀ ਟਿੱਪਣੀ ਜ਼ਰੂਰ ਕਰਦੇ ਹਾਂ ਸੋਸ਼ਲ ਮੀਡੀਆ ਤੇ ਆ ਕੇ। ਨਹੀਂ ਸੰਧਾਲੀਆ ਸਾਹਿਬ, ਮੈਂ ਤਾਂ ਬੀਬੀ ਜੀ ਨੂੰ ਇਹੀ ਕਹੂੰਗਾ ਕਿ ਬੀਬੀ ਤੇਰੀ ਸਮਝਦਾਰੀ ਹੈ, ਤੂੰ ਸੁਰਮੇ ਦੀ ਡੱਬੀ ਵਿੱਚ ਰੱਖ ਬੀਬੀ, ਹੈ ਨਾ, ਉਹਦੇ ਵਿੱਚ ਹੀ ਦੱਬ ਦੁੱਬ ਕੇ ਰੱਖ ਲਿਆ ਕਰ, ਕੋਈ ਗੱਲ ਨਹੀਂ, ਕਿਉਂਕਿ ਜਦੋਂ ਟਵੀਟ ਦੇ ਰੂਪ ਦੇ ਵਿੱਚ ਆਉਂਦੀ ਹੈ ਤਾਂ ਖਲਾਰਾ ਬੜਾ ਪੈਂਦਾ ਹੀ। ਮੈਂ ਕਹਿੰਦਾ ਘਨਵਤ ਸਾਹਿਬ ਤੇ ਇਹ ਬੀਬੀ ਜੀ ਹੋਰਾਂ ਨੂੰ ਨਾ 1.5 ਕਿੱਲਾ ਜ਼ਮੀਨ ਦਵਾਈਏ ਕਿਤੇ, ਠੇਕਾ ਵੀ ਨਾ ਲਈਏ, ਮੈਂ ਨਾ ਸੰਘਣੀ ਖੇਤੀ ਕਰੋ। ਹਾਂ ਨਾ ਵੀ ਤੁਸੀਂ ਇੱਥੇ ਨਾ 1.5 ਕਿੱਲੇ ਦੇ ਵਿੱਚ ਜਿਹੜਾ ਵੀ ਤੁਹਾਡੇ ਕੋਲ ਕੋਈ ABC ਜਿਹੜੀਆਂ ਤੁਸੀਂ ਆਪਣੇ ਵੱਲੋਂ ਸਿਫਾਰਿਸ਼ਾਂ ਕੀਤੀਆਂ ਜਾਂ ਜਿਸ ਹਿਸਾਬ ਨਾਲ ਬੀਬੀ ਚਾਹੁੰਦੇ ਨੇ
ਉਸ ਹਿਸਾਬ ਨਾਲ ਮੈਂ ਨਾ ਵੀ ਹੋਰ ਕੁਝ ਨਹੀਂ ਵੀ ਗਾਂ ਆਉਣ ਵਾਲੇ ਟਾਈਮ ਤੇ ਕੋਈ ਮਟਰ ਲਾਵੇ, ਕੋਈ ਭਿੰਡੀਆਂ, ਕੋਈ ਤੋਰੀਆਂ, ਕੋਈ ਗੰਨਾ, ਕੋਈ ਕੁਝ ਵੀ, ਜੋ ਵੀ ABC ਫਸਲ ਉਹਨਾਂ ਨੂੰ ਸਮਝ ਆਉਂਦੀ, ਇਹ ਕਹਿੰਦਾ ਕਰਕੇ ਤੇ ਵੇਖਣ। ਤੇ ਨਾਲ ਇਹ ਜ਼ਰੂਰ ਰੱਖਣ ਵੀ ਉਹਨਾਂ ਚਿਰ ਤੱਕ ਹੋਰ ਆਸਿਓ ਪਾਸਿਓਂ ਰੋਟੀ ਕਮਾਈ ਕੋਈ ਨਾ ਹੋਵੇ, ਬਸ ਉਹ 1.5 ਕਿੱਲੇ ਤੋਂ ਟੱਬਰ ਪਾਲਣਾ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਗਨਵਰ ਸਾਹਿਬ DAP ਲੈਣ ਨੂੰ ਲਾਈਨ 'ਚ ਲੱਗੇ ਹੁਣ ਤਾਂ ਬੀਬੀ ਜੀ ਉੱਥੇ ਮਿੱਟੀ ਦਾ ਸੈਂਪਲ ਚੈੱਕ ਕਰਾਉਣ ਨੂੰ ਤੁਰੇ ਫਿਰਨ। ਨਹੀਂ ਤੇ ਫੇਰ ਹੀ ਪਤਾ ਲੱਗਣਾ ਨਾ ਵੀ ਉਹ ਬੰਦੇ ਉਹਦੇ ਕਿਉਂ ਬੈਠੇ ਸਾਲ, ਕਿਉਂਕਿ ਜਿਹੜਾ ਸੌਖਾ ਉਹ ਟਿਕ ਟਿਕ ਕਰਕੇ ਉਂਗਲਾਂ ਤੇ ਹਿਲਾ ਦੇਣੀਆਂ ਹੁੰਦੀਆਂ, ਨਾਲ ਇੱਕ ਜੂਸ ਦਾ ਸਿਪ ਵੀ ਪੀ ਲੈਣਾ ਹੁੰਦਾ ਜੀ। ਉਹ ਗਾਂ ਵਧੂ ਚੀਜ਼ਾਂ ਜਿਹੜੀਆਂ ਕਿੰਨੀਆਂ ਗਾਂ ਵਧੂ ਨੇ ਉਦੋਂ ਹੀ ਪਤਾ ਲੱਗਣੀਆਂ ਪ੍ਰੈਕਟੀਕਲ ਕਰਕੇ। ਨਹੀਂ, ਉਦੋਂ ਹੀ ਲੱਗਣੀਆਂ। ਇੱਥੇ ਸੰਧਾਲੀਆ ਸਾਹਿਬ ਇੱਕ ਬੇਨਤੀ ਜ਼ਰੂਰ ਕਰਨੀ ਸੀ, ਮੈਨੂੰ ਲੱਗਦਾ ਕਿ ਸ਼ਾਇਦ ਉਹ ਚੇਤਿਆਂ 'ਚ, ਲੱਡੂਆਂ 'ਚ, ਢੋਲ 'ਚ, ਭੰਗੜੇ 'ਚ, ਧਮਾਲ 'ਚ ਕਿਤੇ ਵਿਸਰ ਨਾ ਜਾਵੇ। 700 ਤੋਂ ਵੱਧ ਕਿਸਾਨ ਜਿਹੜੇ ਹੈ ਉਹ ਸ਼ਹੀਦ ਹੋਏ, ਕਈਆਂ ਦੇ ਐਕਸੀਡੈਂਟ ਹੋਏ, ਕਈ ਨਕਾਰਾ ਹੋ ਗਏ, ਕਈਆਂ ਦਾ ਕੋਈ ਅੰਗ ਟੁੱਟ ਗਿਆ, ਬਹੁਤ ਕੁਝ ਆਪਾਂ ਝੱਲਿਆ। ਇੱਕ ਤਾਂ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਦੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਹੀ ਨੇ, 70, 75, 80%। ਹੁਣ ਆਪਾਂ ਪਿੰਡਾਂ ਨੂੰ ਜਾਣਾ ਹੈ। ਜਦੋਂ ਪਿੰਡਾਂ ਨੂੰ ਜਾਣਾ ਹੈ ਤੇ ਪਹਿਲੀ ਗੱਲ ਕਿ ਜੇ ਤੁਹਾਡੇ ਪਿੰਡ, ਤੁਹਾਡੇ ਸ਼ਹਿਰ ਜਾਂ ਕਸਬੇ ਦੇ ਵਿੱਚੋਂ ਕੋਈ ਕਿਸਾਨ ਹੈ, ਜੇ ਉਹ ਮੋਰਚੇ 'ਚ ਸ਼ਹੀਦ ਹੋਇਆ ਜਾਂ ਜ਼ਖਮੀ ਹੋ ਗਿਆ ਜਾਂ ਕੰਮ ਕਰ ਹੋ ਗਿਆ, ਕੁਝ ਵੀ ਹੈ, ਕੋਈ ਉਹਦਾ ਨਿਆਣਾ ਪੜ੍ਹਨੋਂ ਨਾ ਰਹਿ ਜਾਵੇ। ਪਹਿਲੀ ਗੱਲ ਕਿ ਉਹਨਾਂ ਨੂੰ ਫੀਸ ਮੰਗਣ ਪਿੰਡ ਵਾਲੇ ਦੇ ਕਿਸੇ ਘਰ ਦਾ ਦਰ ਨਾ ਖੜਕਾਉਣਾ ਪਵੇ। ਇਹ ਤੁਹਾਡੀ ਡਿਊਟੀ ਹੈ। ਜਿੱਦਾਂ ਤੁਸੀਂ ਆਪਦੇ ਨਿੱਕੇ ਨਿਆਣਿਆਂ ਦਾ 2-2, 4-4, 5-5 ਸਾਲ ਪਹਿਲਾਂ ਅਰੇਂਜ ਕਰਦੇ ਹੋ, ਸਾਰੇ ਪਿੰਡ ਦੀ ਡਿਊਟੀ ਹੈ ਕਿ ਭਾਈ ਉਹਨਾਂ ਦੇ ਨਿਆਣੇ ਠੋਕ ਕੇ ਵਧੀਆ ਥਾਂ ਦੇ ਉੱਤੇ ਪੜ੍ਹਨ। ਦੂਸਰਾ, ਕੋਈ ਬਜ਼ੁਰਗ ਆ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕਿਸੇ ਨੂੰ ਦਵਾ ਦਾਰੂ ਦੀ ਲੋੜ ਹੈ, ਕੋਈ ਆਪਰੇਸ਼ਨ, ਬਿਮਾਰੀਆਂ ਤਾਂ ਹੁੰਦੀਆਂ, ਉਹਨਾਂ ਦੇ ਕਰਵਾਨਾ ਵੀ ਲੱਗਣਾ ਨਹੀਂ ਚਾਹੀਦਾ ਕਿ ਕੋਈ ਕਮਾਊ ਜੀ ਉਹਨਾਂ ਨੇ ਤੁਹਾਡੇ ਲਈ ਕੁਰਬਾਨ ਕੀਤਾ ਹੈ। ਤੀਸਰੀ ਗੱਲ, ਵਿਆਹ ਸ਼ਾਦੀ ਹੋਵੇ, ਕਿਸੇ ਨਿੱਕੇ ਨਿਆਣੇ ਕੋਈ ਕਾਰੋਬਾਰ ਖੋਲ੍ਹਣਾ ਹੋਵੇ, ਇੰਨੇ ਕੁ ਜੋਗੇ ਆਪਾਂ ਹੈਗੇ ਆ। ਖੇਤੀਬਾੜੀ ਅੰਦੋਲਨ ਨੇ ਦਿਖਾਤਾ, ਜੇ ਉੱਥੇ ਅਸੀਂ ਪਿੰਨੀਆਂ ਬਣਾ ਕੇ ਲਿਜਾ ਸਕਦੇ ਹਾਂ, ਬਦਾਮ ਵੰਡ ਸਕਦੇ ਹਾਂ, ਜੇ ਉੱਥੇ ਬਾਰ-ਬਾਰ ਬਿਸਤਰੇ, ਕੰਬਲ, ਟੈਂਟ, ਸਾਰਾ ਕੁਝ ਲਿਜਾ ਸਕਦੇ ਹਾਂ, ਸਾਲ-ਸਾਲ ਦਾ ਰਾਸ਼ਨ ਭੇਜ ਸਕਦੇ ਹਾਂ, ਤੇ ਅਸੀਂ ਆਪਣੇ ਪਿੰਡ ਦਾ ਜੇ ਕੋਈ ਕਿਸਾਨ ਸ਼ਹੀਦ ਹੋ ਗਿਆ ਜਾਂ ਫੱਟੜ ਹੋ ਗਿਆ ਜਾਂ ਕੰਮ ਤੋਂ ਨਕਾਰਾ ਹੋ ਗਿਆ ਅੰਦੋਲਨ ਦੇ ਵਿੱਚ, ਅਸੀਂ ਸਾਰੇ ਰਲ ਮਿਲ ਕੇ ਉਹਦਾ ਟੱਬਰ ਤਾਂ ਪਾਲ ਸਕਦੇ ਹਾਂ ਤੇ ਉਹਨੂੰ ਅਸੀਂ ਭੀਖ ਨਹੀਂ ਦੇਣੀ। ਉਹਦਾ ਹੱਕ ਬਣਦਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਪਾਲੀਏ, ਕਿਉਂਕਿ ਇਹ ਸਾਡੇ ਭਾਈਚਾਰੇ ਦੀ ਇੱਕ ਤਰਾਸਦੀ ਹੈ ਕਿ ਅਸੀਂ ਕਈ ਸ਼ਹੀਦ ਰੋਲੇ ਬਹੁਤ ਬੁਰੀ ਤਰ੍ਹਾਂ, ਇਤਿਹਾਸ ਪੜ੍ਹ ਲਓ ਨਹੀਂ ਤਾਂ ਮੁੜ ਕੇ ਅਗਲੇ ਬੱਸ ਪਾਸ ਬਣਾਉਣ ਦੇ ਲਈ ਵੀ ਧੱਕੇ ਖਾਂਦੇ ਜੀ, ਸਾਡੀ ਪੈਨਸ਼ਨ ਨਹੀਂ ਲੱਗੀ, ਸਾਡੇ ਬਾਪੂ ਜੀ ਦੇਸ਼ ਲਈ ਸ਼ਹੀਦ ਹੋ ਗਏ ਸੀ। ਐਤਕੀ ਸਾਡੇ ਕੋਲੇ ਮੌਕਾ ਕਿ ਅਸੀਂ ਇਤਿਹਾਸ ਬਦਲ ਦਈਏ। ਐਤਕੀ ਸਾਡੇ ਕੋਲੇ ਮੌਕਾ ਕਿ ਭਾਈ ਮਾਣ ਨਾਲ ਅਗਲੇ ਕਹਿਣ ਕਿ ਭਾਈ ਇੱਕ ਅੰਦੋਲਨ ਚੱਲਿਆ ਸੀ, ਉਸ ਅੰਦੋਲਨ ਦੇ ਵਿੱਚ ਸਾਡੇ ਪਰਿਵਾਰ ਦੇ ਕਿਸੇ ਜੀ ਨੇ ਕੁਰਬਾਨੀ ਦਿੱਤੀ ਸੀ ਤੇ ਆਹ ਦੇਖੋ ਮਾਣ ਤਾਣ ਕਿੱਦਾਂ ਹੁੰਦਾ। ਤੇ ਨਾਲ ਇੱਕ ਬੇਨਤੀ ਹੋਰ ਕਰਨੀ ਹੈ, ਜਿਹੜੇ ਪਿੰਡਾਂ ਦੇ ਵਿੱਚੋਂ ਨੌਜਵਾਨ, ਬਜ਼ੁਰਗ, ਬੀਬੀਆਂ, ਕੋਈ ਵੀ ਬੰਦਾ ਕਿਸਾਨ ਅੰਦੋਲਨ ਜਿਹਨੇ ਹਿੱਸਾ ਪਾਇਆ, ਉੱਥੇ ਗਿਆ, ਕਿਸੇ ਬੀਬੀ ਨੇ ਰੋਟੀਆਂ ਪਕਾ ਕੇ ਭੇਜੀਆਂ, ਜਿਹਨੇ ਵੀ ਕਿੱਦਾਂ ਯੋਗਦਾਨ ਦਿੱਤਾ, ਤੁਹਾਡੇ ਟੂਰਨਾਮੈਂਟਾਂ ਦੇ, ਤੁਹਾਡੇ ਕਿਸੇ ਵੀ ਸਮਾਗਮ ਦੇ ਪੋਸਟਰਾਂ ਦੇ ਉੱਤੇ ਫੋਟੋ ਉਹਨਾਂ ਦੀ ਹੋਵੇ, ਮੋਹਰਲਾ ਗੱਦੇ ਵਾਲੀ ਕੁਰਸੀ ਉਹਨਾਂ ਨੂੰ ਮਿਲੇ, ਕਿਉਂਕਿ ਤੁਹਾਡੇ ਮੁੱਖ ਮਹਿਮਾਨ ਉਹ ਹੋਣ। ਬੜੇ ਲੋਕ ਹੁਣ ਆਉਣੇ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਸਕਸੈਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ, ਪਰ ਨਹੀਂ, ਜਿਨ੍ਹਾਂ ਨੇ ਉੱਥੇ ਠੰਡ ਸਹਿਣ ਕੀਤੀ ਹੈ, ਜਿਨ੍ਹਾਂ ਨੇ ਉੱਥੇ ਗਰਮੀ ਸਹਿਣ ਕੀਤੀ ਹੈ, ਮੈਂ ਤਾਂ ਕਹਿੰਦਾ ਹਰ ਬੰਦੇ ਦਾ ਮਾਣ ਤਾਣ ਕਰੋ। ਤੁਹਾਡੇ ਕੋਲੇ ਸੋਸ਼ਲ ਮੀਡੀਆ, ਜਿਹੜੇ ਵੀ ਬੰਦੇ ਨੇ ਤੁਹਾਨੂੰ ਲੱਗਦਾ ਕਿ ਚੰਗਾ ਕੰਮ ਕੀਤਾ, ਉਹ ਕਿਸਾਨ ਆਗੂ ਆ, ਉਹ ਪੱਤਰਕਾਰ ਆ, ਉਹ ਕੋਈ ਵੀ ਤੁਹਾਡੇ ਪਿੰਡ ਦਾ ਬੰਦਾ, ਕੋਈ ਇੱਧਰਲਾ, ਉਹ ਬੰਦੇ ਨੂੰ ਉੱਪਰਲੇ ਪਾਸੇ ਨੂੰ ਲੈ ਕੇ ਆਓ, ਕਿਉਂਕਿ ਇਹ ਨਾ ਹੋਵੇ ਕਿ ਭੜਕ ਨੂੰ ਤੁਹਾਡੇ ਪਿੰਡਾਂ ਦੀਆਂ ਸਟੇਜਾਂ ਤੇ ਫਿਰ ਵੱਡੇ ਵੱਡੇ ਢਿੱਡਾਂ ਵਾਲੇ ਤੇ ਚਿੱਟੇ ਕੁੜਤੇ ਪਜਾਮੇ ਵਾਲੇ ਬੈਠੇ ਹੋਣ, ਕਰਾਇਆ ਫੇ ਪ੍ਰੈਸ ਬਿਆਨ ਦਿੱਤਾ ਸੀ, ਉਦੋਂ ਅਸੀਂ ਗਏ ਸੀ, ਉਦੋਂ ਅਸੀਂ ਵੀ 3 ਦਿਨ ਲਾ ਕੇ ਆਏ ਆ, ਮੈਂ ਮੁਲਾਕਾਤ ਵੀ ਕੀਤੀ। ਨਹੀਂ, ਜਿਹੜੇ ਉੱਥੇ ਬਾਲਣ ਪਾੜਦੇ ਰਹੇ ਆ, ਜਿਹੜੇ ਉੱਥੇ ਪਾਟੇ ਟੈਂਟਾਂ ਨੂੰ ਸਿਉਂਦੇ ਰਹੇ ਆ, ਜਿਹੜੇ ਹਨੇਰੀ ਦੇ ਵਿੱਚ ਉੱਥੇ ਕਿਰਕ ਪਈ ਦਾਲ ਖਾਂਦੇ ਰਹੇ ਆ, ਅੱਜ ਤੁਹਾਡੇ ਹੀਰੋ ਹੋਣੇ ਚਾਹੀਦੇ। ਜੇ ਤੁਸੀਂ ਅੰਦੋਲਨ ਦਾ ਜਾਗ ਅੱਗੇ ਤੱਕ ਲੈ ਕੇ ਜਾਣਾ, ਕਿਸੇ ਸੁਧਾਰਾਂ ਨੂੰ ਵਧਣਾ, ਆਹ ਚੀਜ਼ਾਂ ਬਹੁਤ ਜ਼ਰੂਰੀ ਹੈ। ਮੈਂ ਕਿਤੇ ਢੋਲ ਦੀ ਥਾਪ ਦੇ ਵਿੱਚ ਭੁੱਲ ਨਾ ਜਾਣਾ। ਨਹੀਂ ਭੁੱਲਦੇ ਬਿਲਕੁਲ ਨਹੀਂ ਵਾਰ ਸਾਹਿਬ। ਦੇਖੋ ਕਾਰਨ ਪਤਾ ਕੀ ਹੈ, ਭੁੱਲਣਗੇ ਤੇ ਤਾਂ ਵੀ ਜੇ ਐਵੇਂ ਮਾੜੀ ਮੋੜ ਘਟਨਾ ਹੋਵੇ ਜੀ। ਤੁਸੀਂ ਇਹ ਦੇਖੋ ਵੀ ਭਾਈ ਸਾਹਿਬ ਚੱਲਦੇ ਟੈਲੀਵਿਜ਼ਨ ਤੇ ਸੰਧਾਲੀਆ ਸਾਹਿਬ ਨੇ ਆਪ ਕਰ ਕਮਲਾਂ ਦੇ ਨਾਲ ਮਤਲਬ ਆਹੋ ਮਤਲਬ ਹੁਣ ਵਿਖਾ ਦੇ ਹੁਣ ਫਿਰ ਰੋਜ਼ ਮੈਂ ਇਹ ਬੰਦਾ ਮੇਰੇ ਇਹ ਸਾਹਮਣੇ ਕੋ ਰੱਖਦੇ, ਮੈਨੂੰ ਇਹ ਦੱਸੋ ਪਹਿਲਾਂ। ਨਹੀਂ, ਮੈਂ ਰੱਖਣ ਲੱਗਿਆ, ਦੇਖੋ ਜੀ $5 ਦੀ ਸ਼ਰਤ ਲੱਗੀ ਸੀ, ਰਾਤ ਵੀ ਦੱਸਿਆ। ਇਹ ਭਾਈ ਸਾਹਿਬ ਕਹਿੰਦੇ ਸੀ ਕਿ ਨਾ ਨਾ ਕੁਝ ਨਹੀਂ ਬਣਨਾ, ਲੋਕਾਂ ਨੂੰ ਜਾਗ ਜੂਗ ਘੱਟੇ ਆਉਂਦੀ ਹੁੰਦੀ ਆ, ਤੇ ਦਾਸ ਕਹਿੰਦਾ ਸੀ ਕਿ ਭਾਈ ਲੋਕ ਜਾਗ ਗਿਆ, ਜਿੱਤ ਲੋਕਾਂ ਦੀ ਹੋਣੀ ਹੈ, ਤੇ ਡਾਲਿਆਂ 5 ਦੀ ਸ਼ਰਤ ਸੀ ਤੇ ਇਹ ਭਾਅ ਤੋਂ ਰਾਤੀ ਲੈ ਲਿਆ। ਆ $5 ਇਹ ਭਾਅ ਤੋਂ ਰਾਤੀ ਲੈ ਲਿਆ ਜੀ। ਇਹਨਾਂ ਨੇ ਹੱਥੀਂ ਬੱਧੀ ਦਿੱਤੇ ਆ, ਦੇਖੋ ਜੀ $5 ਮੈਂ ਦੋਨੋਂ ਪਾਸੇ ਦਿਖਾਉਣਾ, ਇਹ $5 ਇਹਨਾਂ ਨੇ ਦੇ ਦਿੱਤੇ ਆ, ਜਾਣੀ ਕਿ ਇਹ ਤੁਹਾਡੀ ਆਪਣੀ ਕਾਮਯਾਬੀ ਹੈ, ਇਹ ਤੁਹਾਡੀ ਆਪਣੀ ਜਿੱਤ ਹੈ। ਜੇ ਤੁਸੀਂ ਇਦਾਂ ਹੀ ਇਕਜੁੱਟ ਰਹੇ ਤਾਂ ਆ $5 ਨਹੀਂ ਹੈਗੇ, ਇਹ ਪੰਜਾਬ ਦਾ ਭਵਿੱਖ ਆ ਜਿਹੜਾ ਤੁਸੀਂ ਸਾਡੀ ਝੋਲੀ ਪਾਇਆ। ਇਹ ਸੰਧਾਲੀਆ ਸਾਹਿਬ ਦੀ ਹਾਰ ਨਹੀਂ ਹੋਈ, ਇਹ ਉਹਨਾਂ ਲੋਕਾਂ ਦੀ ਹਾਰ ਹੈ ਜਿਹੜੇ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੇ ਆ।
ਨਹੀਂ, ਇੱਕ ਗੱਲ ਮੈਂ ਬੇਨਤੀ ਕਰਾਂ, ਇਹ ਦੇਖੋ, ਇਹ ਜਿਹੜੀ ਸ਼ਰਤ ਸੀ ਜਦੋਂ ਮੈਂ ਲਾਈ ਸੀ ਜੀ, ਇਹ ਇਕੱਲਾ ਮੈਂ ਨਹੀਂ ਸੀਗਾ, ਬਹੁਤਾਤ ਮੇਰੇ ਵਾਲੇ ਪਾਸੇ ਸੀ। ਮੈਨੂੰ ਰੋਜ਼ ਮੈਸੇਜ ਆਉਂਦੇ ਤੂੰ ਹਰ ਜਾਣਾ ਹੀ ਹੈ, ਇਦਾਂ ਹੀ ਸੀ। ਐਂਡ ਤੁਸੀਂ ਇਹ ਦੇਖੋ ਵੀ ਜਦੋਂ ਮੈਨੂੰ ਮੈਸੇਜ ਆਉਂਦੇ ਮੈਨੂੰ ਬੜਾ ਦੁੱਖ ਹੁੰਦਾ ਹੈ, ਯਾਰ ਮੈਂ ਜਿੱਤਣਾ ਨਹੀਂ ਚਾਹੀਦਾ। ਐਂਡ ਮੈਨੂੰ ਇਹ ਸ਼ਰਤ ਹਾਰ ਕੇ ਜਿੰਨੀ ਖੁਸ਼ੀ ਹੋ ਸਕਦਾ ਤੁਹਾਨੂੰ ਜਿੱਤ ਕੇ ਵੀ ਉਨੀ ਨਾ ਹੋਵੇ। ਨਹੀਂ, ਗੱਲ ਤੁਹਾਡੀ ਠੀਕ ਹੈ। ਹੁਣ ਪਰ ਗੱਲ ਇਹ ਆ ਵੀ ਇਹ ਆਪਾਂ ਤਾਂ ਇਹ ਜ਼ਿਕਰ ਦੁਬਾਰਾ ਕੀਤਾ ਵੀ ਇੱਕ ਤੇ ਸ਼ਰਤ ਵਾਲੀ ਗੱਲ ਕਲੀਅਰ ਹੋ ਜਾਵੇ, ਭਾਈ ਜਿਹੜੀ ਲੱਗੀ ਸੀ ਅਸੀਂ ਆਪਣੀ ਨਿਭਾਤੀ, ਗਾਂ ਜੇ ਕੋਈ ਲਾ ਲਈ ਤੇ ਫਿਰ ਦੇਖ ਲਾਂਗੇ। ਦੂਜੀ ਗੱਲ ਇਹ ਵੀ ਜੇ ਇਹ ਇੰਨੀ ਚੇਂਜ ਆਈ ਪੰਜਾਬ ਦੇ ਵਿੱਚ, ਤਾਂ ਚੇਂਜ ਪਹਿਲਾਂ ਆ ਗਈ ਸੀ, ਦਿੱਲੀ ਵਾਲੀ ਤਾਂ ਜੇ ਹੁਣ ਆਈ, ਇਹ ਜਿਹੜੀ ਚੇਂਜ ਆਈ ਇਹ ਇੱਕਦਮ ਨਹੀਂ ਆਈ। ਇੱਕ ਹੁੰਦਾ ਨਾ ਵੀ ਉਹ ਵੀ ਅਚਾਨਕ ਬੱਦਲ ਆ ਗਏ, ਮੀਂਹ ਪੈ ਗਿਆ, ਗੱਲ ਖਤਮ ਹੋ ਗਈ, ਵੀ ਸਵੇਰੇ ਸੂਰਜ ਚੜੂ, ਗੱਲ ਮੁੱਕ ਜਾਣੀ। ਇਹ ਤਾਂ ਹੌਲੀ ਹੌਲੀ ਜਿਸ ਹਿਸਾਬ ਨਾਲ ਮੇਰੇ ਖਿਆਲ ਨਾਲ ਲੋਕਾਂ 'ਚ ਬੜੀ ਚੇਂਜ, ਜਿਸ ਹਿਸਾਬ ਨਾਲ ਲੋਕਾਂ ਨੇ ਆਪ ਮੁਹਾਰੇ ਬਾਹਰ ਆ ਕੇ ਸਾਰਾ ਕੁਝ ਕਰਨਾ ਸ਼ੁਰੂ ਕੀਤਾ, ਤੇ ਉਹ ਦਬਾਅ ਮੇਰੇ ਖਿਆਲ ਨਾਲ ਦਿੱਲੀ ਵਾਲੇ ਪਾਸਿਓਂ ਤਾਂ ਬਹੁਤ ਬਾਅਦ 'ਚ ਹੋਇਆ। ਪੰਜਾਬ ਦੇ ਵਿੱਚ ਆਪਾਂ ਕਿੰਨਾ ਦੇਖਦੇ ਸੀ, ਇੱਥੇ ਵੀ ਤੇ ਮੁੱਖ ਮੰਤਰੀ ਦੀ ਕੁਰਸੀ ਬਦਲੀ ਗਈ, ਇੱਥੇ ਵੀ ਤੇ ਕਈ ਫੈਸਲੇ ਆਪਾਂ ਦੇਖੇ, ਇੱਥੇ ਵੀ ਤੇ ਆਪਾਂ ਬਹੁਤ ਸਾਰੇ ਲੀਡਰ ਸਾਹਿਬਾਨ ਜਿਹੜੇ ਇਹ ਡੀਕਦੇ ਨੇ, ਯਾਰ ਕਿਸ ਤਰ੍ਹਾਂ ਖੁੱਲ ਕੇ ਜੇ ਰੈਲੀ ਨਹੀਂ ਹੁੰਦੀ ਵੀ ਮੈਂ ਸੋਫੇ ਤੋਂ ਮੈਂ ਪਿਛਾਂ ਨੂੰ ਸਿਰ ਜਿਹਾ ਕਰਾਂ, ਸਾਹਮਣੇ ਪੰਡਾਲ ਭਰਿਆ ਹੋਇਆ ਕਿਤੇ ਪੰਜਾਬ 'ਚ ਨਹੀਂ ਹੋਇਆ। ਮਤਲਬ ਜੇ ਉਹ ਸਾਰੀ ਚੇਂਜ ਪੰਜਾਬ ਦੇ ਵਿੱਚ ਆਲਰੇਡੀ ਆ ਚੁੱਕੀ ਆ ਤੇ ਆਪਾਂ ਇਹ ਕਹੀਏ ਵੀ ਰਾਤੋਂ ਰਾਤ ਉਹ ਸਾਰਾ ਕੁਝ ਫਿਰ ਪਹਿਲਾਂ ਵਾਂਗ ਹੋ ਜਾਊਗਾ, ਮੈਨੂੰ ਆਸ ਨਹੀਂ ਹੈਗੀ। ਨਹੀਂ, ਗੱਲ ਤੁਹਾਡੀ ਪਹਿਲਾਂ ਹੋਣਾ ਹੀ ਨਹੀਂ, ਹੁਣ ਤਾਂ ਇਹ ਅਜੇ ਜਾਗ ਲੱਗਾ, ਇਹ ਤਾਂ ਅਜੇ ਦਹੀਂ ਜੰਮਣਾ ਸਰਦਾਰਾ। ਨਹੀਂ ਵਧੀਆ, ਮੈਂ ਫਿਰ ਮੈਨੂੰ ਪੰਜਾਂ ਦਾ ਦੇ ਦਿਓ, ਹੈ ਨਾ ਪੰਜਾਂ ਦਾ ਮੈਨੂੰ ਦਹੀਂ ਦੇ ਦਿਓ। ਮੈਂ ਸੰਧਾਲੀਆ ਸਾਹਿਬ ਇੱਕ ਉਦਾਹਰਣ ਦਿੰਦਾ ਜੀ, ਲੋਕ ਮਾਣ ਕਰਨ ਆਪਣੇ ਆਪ ਤੇ, ਹਰਿਆਣੇ ਵਾਲਿਆਂ ਤੇ, ਯੂਪੀ ਵਾਲਿਆਂ ਤੇ, ਰਾਜਸਥਾਨ ਵਾਲਿਆਂ ਤੇ, ਜਿੰਨੇ ਵੀ ਬੰਦਿਆਂ ਨੇ ਯੋਗ ਦਿੱਤਾ, ਸ਼ਹਿਰੀਆਂ ਤੇ, ਪੇਂਡੂਆਂ ਤੇ, ਸਾਰਿਆਂ ਤੇ ਮਾਣ ਕਿਉਂ ਕਰਨ? ਤੁਸੀਂ ਇਹ ਦੇਖੋ ਕਿ ਪੰਜਾਬ ਸੂਬੇ ਦੇ ਬਹੁਤ ਸਾਰੇ ਮਸਲੇ ਸੀ ਜਿਨ੍ਹਾਂ ਨੂੰ ਸਾਡੀ ਪੋਲੀਟੀਕਲ ਕਲਾਸ, ਸਾਡੀ ਲੀਡਰਸ਼ਿਪ, ਸਾਡੇ ਸਾਰੇ ਸਤਿਕਾਰਯੋਗ ਨੇ, ਅਸੀਂ ਸਾਰਿਆਂ ਦਾ ਡਟ ਕੇ ਸਤਿਕਾਰ ਕਰਦੇ ਹਾਂ। ਉਹ ਪੰਜਾਬ ਦੇ ਬੜੇ ਮੁੱਦੇ ਲੈ ਕੇ ਜਾਂਦੇ ਸੀ। ਮੈਂ ਜਸਟ ਇਹਨੂੰ ਉਦਾਹਰਣ ਦੇ ਰਿਹਾ, ਆਖੇ ਜੀ ਪੰਜਾਬ ਦੀ GST ਜਿਹੜੀ ਹੈ ਨਾ, GST ਦਾ ਹਿੱਸਾ ਉਹ ਕੇਂਦਰ ਦਿੰਦਾ ਨਹੀਂ, ਅਸੀਂ ਮੰਗ ਪੱਤਰ ਦੇਣ ਚੱਲੇ, ਅਸੀਂ ਮੁਲਾਕਾਤ ਕਰਨ ਚੱਲੇ, ਪੂਰਾ ਮਿਲਿਆ। ਆਖੇ ਜੀ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣਾ, ਪੰਜਾਬ ਦੇ ਲੋਕ ਨਹੀਂ ਸੀ ਲੈਣ ਜਾਂਦੇ। ਸਾਡੀ ਸੱਤਾਧਾਰੀ ਵਿਰੋਧੀ ਧਿਰ ਦਿੱਲੀ ਜਾਂਦੀ ਸੀ, ਮਿਲਦੀ ਸੀ, ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਦੀ ਸੀ, ਦੋਸ਼ ਲਾਉਂਦੀ ਸੀ, ਮੁੜੇ ਹੁੰਦੀ, ਨਹੀਂ ਮਿਲਿਆ। ਆਖੇ ਜੀ ਚੰਡੀਗੜ੍ਹ ਸਾਨੂੰ ਦੇ ਦਿਓ। 20 25 30 35 ਸਾਲ ਇਹਨਾਂ ਨੇ ਚੰਡੀਗੜ੍ਹ ਮੰਗਿਆ, ਲਿਆਂਦਾ ਤਾਂ ਨਹੀਂ। ਇਹਦੇ ਤੋਂ ਬਾਅਦ ਕਹਿੰਦੇ ਜੀ ਪਾਣੀ ਸਾਡੇ, ਪੰਜਾਬੀ ਬੋਲਦੇ ਇਲਾਕੇ ਸਾਡੇ। ਮੈਨੂੰ ਲੱਗਦਾ ਕਿ 15-20 ਮੁੱਦੇ ਸੀ ਜਿਹੜੇ ਪੰਜਾਬ ਦੇ ਸਿਆਸੀ ਨੇਤਾ ਸਾਨੂੰ ਪਿੰਡਾਂ 'ਚ ਆ ਕੇ ਦੱਸਦੇ ਕਿ ਅਸੀਂ ਕਿਹਾ ਕੇਂਦਰ ਨੂੰ, ਅਸੀਂ ਫਲਾਨੀ ਚੀਜ਼ ਹਿਲਾ ਦੇਾਂਗੇ, ਅਸੀਂ ਪ੍ਰੈਸ ਕਾਨਫਰੰਸ ਕੀਤੀ, ਅਸੀਂ ਮੰਗ ਪੱਤਰ ਦਿੱਤਾ, ਅਸੀਂ ਕੇਸ ਕਰਤਾ। ਇੱਕ ਵੀ ਮੁੱਦਾ ਇਹਨਾਂ ਤੋਂ ਹੱਲ ਨਹੀਂ ਹੋਇਆ। ਤੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਰਾਜਨੀਤਿਕ ਲੀਡਰ ਲਾਂਭੇ ਕਰਤੇ ਕਿ ਤੁਸੀਂ ਨਹੀਂ ਜੇ ਵੜਨਾ, ਉਹ ਪਿੱਛੇ ਰਹਿ ਕੇ ਨਜ਼ਾਰੇ ਲਓ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ, ਤੁਸੀਂ ਸਾਡੇ ਵਾਲੀ ਸਟੇਜ ਤੇ ਨਹੀਂ ਆਉਣਾ, ਬਹਿਣਾ ਤੇ ਆ ਕੇ ਦਰੀ ਤੇ ਬਹਿ ਜਾਓ। ਪਹਿਲੀ ਵਾਰ ਪੰਜਾਬ ਦੀ ਸਿਆਸੀ ਜਮਾਤ ਕਿਸੇ ਦਿੱਲੀ ਨਾਲ ਚੱਲੇ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਸੀ ਤੇ ਉਹ ਕਾਨੂੰਨ ਵਾਪਸ ਹੋਏ ਤੇ ਲੋਕ ਜਿੱਤੇ ਨੇ। ਜਾਣੀ ਇਹ ਤੋਂ ਸਾਬਿਤ ਕੀ ਹੁੰਦਾ ਕਿ ਜਿਹੜੀ ਲੀਡਰਸ਼ਿਪ ਅਸੀਂ ਚੁਣੀ ਹੈ, ਜਾਂ ਤਾਂ ਅਸੀਂ ਉਹਨੂੰ ਖੁੱਲ੍ਹਾ ਹੀ ਇੰਨੀਆਂ ਦੇਤੀਆਂ ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਸੀਂ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝੋ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ, ਤੇ ਜਾਂ ਫਿਰ ਸਾਨੂੰ ਲੀਡਰਸ਼ਿਪ ਥੋੜੀ ਜਿਹੀ ਤਬਦੀਲ ਕਰਨੀ ਪਊਗੀ। ਜਾਣੀ ਜੇ ਅਸੀਂ ਇੱਕ ਘੋਲ 1 ਸਾਲ ਦੇ ਵਿੱਚ ਬਿਨਾਂ ਇੱਕ ਵੀ ਸਿਆਸੀ ਲੀਡਰਸ਼ਿਪ ਦੇ ਪੈਰ ਪਾਇਆ ਉੱਥੇ ਜਿੱਤ ਸਕਦੇ ਆ, ਤੇ ਫਿਰ ਭਾਈ ਜੇ ਸਾਡੇ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ 'ਚ, ਕਿਸੇ ਲੜਾਈ ਝਗੜੇ 'ਚ, ਗੁਰੂ ਘਰ ਦੀ ਕਮੇਟੀ ਦੀ ਚੋਣ 'ਚ, ਪਿੰਡ ਦੀ ਲੰਬੜਦਾਰੀ ਦੀ ਚੋਣ ਦੇ ਵਿੱਚ ਜੇ ਅਸੀਂ ਸਿਆਸਤਦਾਨਾਂ ਨੂੰ ਨਾ ਫਸਾਈਏ, ਸਾਡੇ ਪਿੰਡ ਗਲ ਨੂੰ ਵੱਜ ਜਾਣਗੇ। ਇਸ ਕਰਕੇ ਇਹਦੇ ਤੋਂ ਵੱਡੀ ਐਗਜ਼ਾਮਪਲ ਕੋਈ ਨਹੀਂ ਹੋ ਸਕਦੀ ਕਿ ਸਿਆਸਤਦਾਨ ਤੁਹਾਡੇ ਪਿੰਡਾਂ ਦਾ, ਸ਼ਹਿਰਾਂ ਦਾ, ਘਰਾਂ ਦਾ, ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ, ਹਸਪਤਾਲਾਂ ਦਾ, ਤੁਹਾਡੀ ਬਰਕਤ ਦਾ, ਤੁਹਾਡੇ ਏਕੇ ਦਾ ਸੱਤਿਆਨਾਸ਼ ਕਰ ਦੇਣਗੇ, ਉਹਨੂੰ ਗਲਾ ਦੇਣਗੇ। ਉਸ ਕੰਮ ਤੋਂ ਉਹਨਾਂ ਨੂੰ ਬਾਹਰ ਰੱਖੋ ਤੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਉਹਨਾਂ ਦੇ ਉੱਤੇ ਚੈੱਕ ਪੂਰਾ ਰੱਖੋ। ਨਹੀਂ ਹੁਣ ਤਾਂ ਰੱਖਿਆ ਹੀ ਜਾਣਾ, ਹੁਣ ਤੇ ਕਲੀਅਰ ਹੋ ਗਿਆ। ਹੁਣ ਤੁਸੀਂ ਦੇਖੋ ਵੀ ਇਹ ਸਾਰੇ ਕੁਝ ਤੋਂ ਬਾਅਦ ਕਈਆਂ ਨੂੰ ਆਖਣਾ ਵੀ ਤੇਰਾ ਭਲਾ ਜੇ ਉਧਰੋਂ ਇਦਾਂ ਹੋ ਗਿਆ ਨਾ, ਫਲਾਨਾ ਹੈ, ਤੂੰ ਆਹ ਕੰਮ ਨਾ ਕਰੀ ਵੀਰ ਓਏ, ਐਵੇਂ ਤੰਗ ਹੋਵਾਂਗੇ ਮੁੜ ਕੇ, ਕਿਉਂਕਿ ਦਿੱਲੀ ਦੇ ਬੜੀ ਦੂਰ ਹੈ, ਇਹਦੇ ਇੱਥੇ ਘੇਰ ਘੂਰ ਲੈਂਦੇ ਕਿਤੇ, ਕਿਉਂਕਿ ਆਪਾਂ ਤਾਂ ਕਿਸੇ ਵੇਲੇ ਪੁੱਛਣਾ ਵੀ ਫਲਾਨੀ ਸੜਕੇ ਚੱਲਾਂਗੇ, ਉਹਦੇ ਫਲਾਨੀ ਸੜਕ ਵੀ ਬੰਦ ਆ ਤੇ 2-3 ਗਲੀਆਂ ਵੀ ਬੰਦ ਕੀਤੀਆਂ ਅਗਲੇ ਨੇ, ਇਸ ਕਰਕੇ ਬਿਲਕੁਲ ਨਹੀਂ ਜਾਣਾ। ਦੂਜੀ ਚੀਜ਼ ਇਹ ਵੀ ਹੈ ਵਾਰ ਸਾਹਿਬ, ਜਿੱਦਾਂ ਤੁਸੀਂ ਕਿਹਾ ਨਾ ਕਿ ਵੀ ਚੰਡੀਗੜ੍ਹ ਦਾ ਮੁੱਦਾ ਹੋ ਗਿਆ, ਆਹ ਮੁੱਦਾ ਹੋ ਗਿਆ, ਉਹ ਮੁੱਦਾ ਹੋ ਗਿਆ, ਦਿੱਲੀ ਜਾਣਾ, ਦਿੱਲੀ ਪੰਜਾਬ ਨਾਲ ਇਦਾਂ ਕਰਦੀ, ਦਿੱਲੀ ਪੰਜਾਬ ਨਾਲ ਉਦਾਂ ਕਰਦੀ। ਇਹ ਮਸਲਾ ਹੁਣ ਤੱਕ ਬਣਿਆ ਸੀ, ਆਮ ਲੋਕਾਂ ਦੀ ਵੀ ਧਾਰਨਾ ਬਣ ਗਈ ਵੀ ਦਿੱਲੀ ਪੰਜਾਬ ਨਾਲ ਇਦਾਂ ਕਰਦੀ ਜੀ। ਕੁਦਰਤੀ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਵੀ ਕਿਤੇ ਇਦਾਂ ਦੇ ਨਹੀਂ ਵੀ ਦਿੱਲੀ ਪੰਜਾਬ ਨਾਲ ਕਰੇ ਨਾ ਕਰੇ, ਡਾਕੀਆ ਕਰੀ ਜਾਂਦੇ, ਇਹੋ ਹੀ ਕਰੀ ਕੁਰੀ ਜਾਂਦੇ ਤੇ ਆਣ ਕੇ ਦੱਸਦੇ ਵੀ ਦਿੱਲੀ ਐਂ ਕਰਦੀ ਹੈ। ਕਿਉਂਕਿ ਦੇਖੋ ਨਾ, ਜੇ ਦਿੱਲੀ ਪੰਜਾਬ ਨਾਲ ਕਰਦੀ ਸੀ ਤੇ ਜਿਹੜੇ ਵੀ ABCD ਲੀਡਰ ਨੇ, ਇਹਨਾਂ ਦੀਆਂ ਕੁਰਸੀਆਂ ਕਿੱਦਾਂ ਕਾਇਮ ਸੀ? ਘੁੰਮ ਫਿਰ ਕੇ ਕਿਸੇ ਨੂੰ ਉਹ ਕਹਿੰਦਾ ਵੀ ਚੱਲ ਤੂੰ ਐਤਕੀ ਗੱਦੇ ਵਾਲੀ ਤੇ ਹੋ ਜਾ, ਮੈਂ ਦੂਸਰੀ ਤੇ ਹੋ ਜਾਣਾ, ਅਗਲੀ ਵਾਰ ਫਿਰ ਆਪਾਂ ਦੋਵੇਂ ਅੱਧੀ ਗੱਦੇ ਵਾਲੀ ਕਰ ਲਾਂਗੇ,
ਉਦੋਂ ਬਾਅਦ ਫਿਰ ਤੂੰ ਦੂਸਰੀ ਤੇ ਹੋ ਜੀ, ਮੈਂ ਗੱਦੇ ਵਾਲੀ ਤੇ ਆ ਜਾਊਂਗਾ। ਮਤਲਬ ਚੱਲਦੀ ਤਾਂ ਇਦਾਂ ਹੀ ਰਿਹਾ ਕੰਮ, ਹੁਣ ਗਾਂਹ ਵੀ ਇਦਾਂ ਚੱਲਣਾ ਸੀਗਾ। ਨਹੀਂ ਸੰਧਾਲੀਆ ਸਾਹਿਬ, ਕਮਾਲ ਦੀ ਗੱਲ ਹੈ, ਲੈਣ ਤਾਂ ਉੱਥੋਂ ਚੰਡੀਗੜ੍ਹ ਜਾਂਦੇ ਸੀ, ਲੈਣ ਤਾਂ ਉੱਥੋਂ ਪੈਕੇਜ ਜਾਂਦਾ ਸੀ, ਲੈ ਕੇ ਕੇਂਦਰੀ ਮੰਤਰੀ ਦੀ ਕੁਰਸੀ ਆ ਜਾਂਦੇ ਸੀ। ਕਹਿੰਦੇ ਜੀ ਕੀ ਲੈ ਆ, ਮਿਲ ਗਿਆ ਪੈਕੇਜ ਤਾਂ ਨਹੀਂ ਮਿਲਿਆ, ਕੁਰਸੀ ਲੈ ਆਏ ਆਪਣੇ ਲਈ। ਆਹੋ, ਮਤਲਬ ਇਹ ਹੁਣ ਵੀ ਹੋ ਰਿਹਾ। ਦੇਖੋ ਇਹ ਗਾਂਹ ਵੀ ਹੋਣਾ, ਹੁਣ ਵੀ ਹੋ ਰਿਹਾ। ਆਪਾਂ ਇਹ ਦੇਖੋ ਹੈਰਾਨਗੀ ਵਾਲੀ ਗੱਲ ਵੀ ਜਿਹੜਾ ਬੰਦਾ ਜਿਸ ਪਾਰਟੀ 'ਚ ਹੁੰਦਾ ਅਚਾਨਕ ਉਹ ਤੋਂ ਛੱਡ ਜਾਂਦਾ, ਤੇ ਜਿਹੜੀ ਪਾਰਟੀ ਨੂੰ ਸਭ ਤੋਂ ਵੱਧ ਮੋਟੀਆਂ ਗਾਲਾਂ ਕੱਢੀਆਂ ਹੁੰਦੀਆਂ ਉਸੇ ਦੇ ਨਾਲ ਹੀ ਜੁੜ ਜਾਂਦਾ, ਤੇ ਅਗਲੀ ਪਾਰਟੀ ਵਾਲੇ ਸਭ ਤੋਂ ਅਗਲੀ ਕੁਰਸੀ ਤੇ ਬਿਠਾ ਕੇ ਪਤਾ ਕੀ ਸੰਬੋਧਨ ਕਰਦੇ ਵੀ ਪਾਰਟੀ ਬਹੁਤ ਮਾੜੀ ਸੀ, ਇਹ ਬੰਦਾ ਚੰਗਾ ਹੈ, ਸਾਡੇ 'ਚ ਆ ਗਿਆ। ਹਾਂ, ਮਾੜੀ ਪਾਰਟੀ, ਚੰਗਾ ਬੰਦਾ ਸੀ, ਚਿੱਕੜ 'ਚ ਕਮਲ ਦਾ ਫੁੱਲ ਖਿੜਿਆ ਗਿਆ। ਆਹੋ, ਮੈਨੂੰ ਸਮਝ ਨਹੀਂ ਆਇਆ ਵੀ ਉਹ ਕਿਹੜਾ ਐਸਾ ਸਰਫ ਦਾ ਪੈਕਟ ਇਹਨਾਂ ਨੇ ਰੱਖਿਆ ਲਿਆ ਕੇ ਵੀ ਜਿਹਦੇ ਵਿੱਚ ਦੀਆਂ ਨੁਹਾਲ ਧੁਆਲ ਕੇ ਬੰਦਾ ਓਕੇ ਕਰ ਦਿੰਦੇ। ਉਹ ਜਾਣੀ ਉਹ ਹੋਣਾ ਨਹੀਂ ਹੁੰਦਾ, ਇਤਨੀ ਸਫੈਦ ਕੈਸੇ, ਉਹ ਕਹਿੰਦੇ ਐਸੇ। ਸੰਧਾਲੀਆ ਸਾਹਿਬ, ਇੱਕ ਗੱਲ ਮੇਰਾ ਹੋਰ ਕਰਨ ਨੂੰ ਜੀ ਕਰਦਾ, ਤੁਸੀਂ 3-4 ਕਰੋ, ਕੋਈ ਗੱਲ ਨਹੀਂ। ਹਾਂਜੀ, ਹੁਣ ਰੌਲਾ ਕੀ ਹੈ ਕਿ ਦਿਨ ਵਧੀਆ, ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਐਲਾਨ ਕੀਤਾ ਤੇ ਲੋਕ ਬਾਗੋ ਬਾਗ ਨੇ। ਦੁਨੀਆ ਦਾ ਕੋਈ ਦੇਸ਼ ਐਸਾ ਨਹੀਂ ਜਿੱਥੇ ਪੰਜਾਬੀ ਆ ਤੇ ਜਿੱਥੇ ਕੱਲ ਉਹਨਾਂ ਨੇ ਆਤਿਸ਼ਬਾਜ਼ੀ ਨਹੀਂ ਚਲਾਈ, ਜਿੱਥੇ ਢੋਲ ਦੇ ਡਗੇ ਦੇ ਉੱਤੇ ਭੰਗੜੇ ਨਹੀਂ ਪਏ, ਕੰਮ ਛੱਡ ਕੇ ਘਰਾਂ ਤੋਂ ਬਾਹਰ ਆ ਕੇ ਕਿਤੇ ਠੰਡ ਆ ਕਿਤੇ ਗਰਮੀਆਂ, ਚੌਂਕਾਂ 'ਚ ਖੜ ਕੇ ਧੰਨਵਾਦ ਸਾਰਿਆਂ ਦਾ ਕੀਤਾ। ਜਾਣੀ ਕੱਲ ਦੇਖਣ ਵਾਲੀ ਗੱਲ ਸੀ। ਇਹ ਤੋਂ ਪਤਾ ਕੀ ਸਾਬਿਤ ਹੁੰਦਾ ਕਿ ਪ੍ਰਵਾਸੀ ਜਿੱਥੇ ਵੀ ਬੈਠਾ ਉਹ ਚਾਹੁੰਦਾ ਕਿ ਸਾਡਾ ਦੇਸ਼ ਚੰਗਾ ਹੋਵੇ, ਉਹ ਚਾਹੁੰਦਾ ਕਿ ਸਾਡਾ ਸੂਬਾ ਚੰਗਾ ਹੋਵੇ। ਤੁਸੀਂ ਨਹੀਂ ਚੰਗੇ, ਜੇ ਤੁਸੀਂ ਚੰਗੇ ਹੋ, ਜਿਹੜੇ ਇੱਥੇ ਲੱਡੂ ਵੰਡ ਸਕਦੇ ਆ, ਢੋਲ ਵਜਾ ਸਕਦੇ ਆ, ਇਸ ਕੰਮ ਦੇ ਲਈ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਲਿਜਾਣ ਦੇ ਲਈ ਫੰਡ ਦੇ ਸਕਦੇ ਆ, ਤੁਹਾਡੇ ਸੂਬੇ 'ਚ ਫੈਕਟਰੀ ਨਹੀਂ ਲਾ ਸਕਦੇ, ਤੁਹਾਡੇ ਪਿੰਡ ਦੀ ਸੜਕ ਨਹੀਂ, ਸਭ ਕੁਝ ਕਰ ਸਕਦੇ ਆ। ਸਿਆਸਤਦਾਨਾਂ ਨੇ ਰਾਹ ਦੇ ਵਿੱਚ ਕੰਡੇ ਬੀਜ ਦਿੱਤੇ। ਹੁਣ ਸੰਧਾਲੀਆ ਸਾਹਿਬ, ਇੱਕ ਕਮਾਲ ਦੀ ਗੱਲ ਕਿ ਨਹੀਂ, ਮੈਨੂੰ ਇੱਥੋਂ ਇੱਕ ਗੱਲ ਧਿਆਨ 'ਚ ਆਈ। ਮੈਨੂੰ ਲੱਗਦਾ ਵੀ ਇਹ ਨਾ ਹੋਵੇ ਵੀ ਇਹ ਆਪਾਂ ਨੂੰ ਇਹ ਜਾਪਦਾ ਵੀ ਸ਼ਾਇਦ 1 ਸਾਲ ਹੋਇਆ ਕਿਸਾਨ ਸੰਘਰਸ਼ ਹੋਇਆ। ਕਿਸਾਨ ਸੰਘਰਸ਼ ਤਾਂ ਖੈਰ ਇਹਦਾ ਨਾਂ ਹੀ ਰਹਿ ਗਿਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮੁੱਚੇ ਪੰਜਾਬੀਆਂ ਦਾ ਇੱਕ ਸਮਾਜਿਕ ਸੰਘਰਸ਼ ਸੀਗਾ, ਕਿਉਂਕਿ ਹਰੇਕ ਬੰਦੇ ਨੂੰ ਆਪਣਾ ਆਪਣਾ ਦੁੱਖ ਉਹਦੇ 'ਚ ਨਜ਼ਰ ਆਇਆ ਤੇ ਹਰੇਕ ਬੰਦਾ ਉਹਦੇ 'ਚੋਂ ਆਪਣਾ ਕੋਈ ਨਾ ਕੋਈ ਭਲਾ ਭਾਲਦਾ ਸੀ ਵੀ ਸ਼ਾਇਦ ਹੋ ਜਾਵੇ। ਮੈਨੂੰ ਐ ਜਾਪਦਾ ਵੀ ਜਿਸ ਢੰਗ ਨਾਲ ਇਹ ਢੰਗ ਤਰੀਕਾ ਲੋਕਾਂ ਨੂੰ ਸਮਝ ਆ ਗਿਆ ਵੀ ਜੇ ਕੋਈ ਤੰਗ ਕਰੇ ਤੇ ਫਿਰ ਕੁੱਲ ਮਿਲਾ ਕੇ ਡਾਂਗ ਹੀ ਹੱਲ ਹੈ ਉਹਦਾ, ਤੇ ਡਾਂਗ ਮਾਰਨੀ ਨਹੀਂ, ਵਿਖਾਉਣੀ ਹੈ ਹੈ ਨਾ, ਘਮਾਈ ਜਾਣੀ ਵੀਰ, ਜੇ ਤੂੰ ਲੱਗ ਗਿਆ ਬਾਕੀ ਤੇਰੀ ਮਰਜ਼ੀ ਆ, ਆਪਾਂ ਆਂਦੇ ਕੋਈ ਕੁਝ ਨਹੀਂ ਏਦਾਂ ਹੀ ਆ। ਹੁਣ ਜੇ ਕੱਲ ਨੂੰ ਮੰਨ ਲਓ ਇੱਕ ਤੇ ਇਨਵੈਸਟਮੈਂਟ ਹੁੰਦੀ ਨਾ ਵੀ NRI ਭਰਾ ਇੱਥੇ ਇਨਵੈਸਟ ਕਰਨ, ਇਹ ਬੰਬੇ ਤੋਂ ਆ ਕੇ ਬਾਊ ਜੀ ਇੱਥੇ ਇਨਵੈਸਟ ਕਰਨ, ਉਹ ਕਿੰਨੇ ਕੀਤਾ ਕਿੰਨੇ ਕੀ ਨਹੀਂ ਕੀਤਾ ਸਾਰਿਆਂ ਨੂੰ ਪਤਾ। ਹੁਣ ਜੇ 1 ਸਾਲ ਉੱਥੇ ਸੜਕਾਂ ਤੇ ਪਿੰਡ ਵਸਾਏ ਜਾ ਸਕਦੇ ਆ, ਤੇ ਫਿਰ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਉਹਨਾਂ ਨੂੰ ਦੁਬਾਰਾ ਕਿਉਂ ਨਹੀਂ ਵਸਾਇਆ ਜਾ ਸਕਦਾ? ਤੇ ਮੇਰੇ ਖਿਆਲ ਨਾਲ ਜੇ ਦੁਬਾਰਾ ਇਨਵੈਸਟਮੈਂਟ ਵਾਲਾ ਕੰਮ ਚੱਲੇ ਤੇ ਉੱਥੇ ਕੋਈ ABC ਅਧਿਕਾਰੀ ਆ ਕਿ ਇਹ ਵੀ ਫਲਾਣੇ ਥਾਂ ਤੋਂ ਪਰਮਿਸ਼ਨ ਨਹੀਂ ਤੁਹਾਨੂੰ ਮਿਲਣੀ, ਤੇ ਇਹੋ ਹੀ ਟਰਾਲੀ ਵਾਲੇ ਬਾਬੇ ਫੇਜ ਆਵਣ, ਕੀ ਆਂਦੇ ਤੁਸੀਂ ਬਾਊ ਜੀ, ਕੀ ਨਹੀਂ ਮਿਲਣਾ ਜੀ? ਉਹ ਜੀ ਉਹ ਤਾਂ ਸਾਰਾ ਕੁਝ ਹੋ ਗਿਆ ਸੀ ਜੀ, ਕੱਲ ਹੀ ਕਰ ਦਿੱਤਾ ਸੀ, ਸੂਤ ਹੋ ਗਿਆ ਸੀ, ਰਹਿੰਦਾ ਖੁੰਦਾ ਮੈਂ ਆਪ ਜਾ ਕੇ ਕਰ ਆਉਣਾ ਜੀ, ਤੁਸੀਂ ਚਲਾਓ ਕੰਮ। ਮੈਨੂੰ ਲੱਗਦਾ ਵੀ ਹੋ ਸਕਦਾ ਵੀ ਇਹ ਇਦਾਂ ਹੀ ਨਾ ਕਿਤੇ ਸੈੱਟ ਹੋਣਾ ਹੋਵੇ ਪੰਜਾਬ। ਨਹੀਂ, ਪੰਜਾਬ ਤਾਂ ਸੰਧਾਲੀਆ ਸਾਹਿਬ ਇਦਾਂ ਹੀ ਸੈੱਟ ਹੋਣਾ। ਤੁਸੀਂ ਦੇਖੋ, 3 ਵੱਡੇ ਮਸਲੇ ਲੋਕਾਂ ਨੇ ਜਦੋਂ ਇੱਥੋਂ ਟਰਾਲੀਆਂ ਲੈ ਕੇ ਪਿੰਡ ਨੂੰ ਜਾਣਾ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ, ਸਾਡੇ ਕਹਿੰਦੇ ਨਹੀਂ, ਕਲੀਅਰ ਕੱਟ ਗੱਲ ਹੈ, ਸੰਯੁਕਤ ਕਿਸਾਨ ਮੋਰਚਾ ਜਦੋਂ ਕਹੂਗਾ, ਪਹਿਲੀ ਗੱਲ ਇਹ ਹੈ ਕਿ ਤੁਹਾਡੇ ਪਿੰਡ ਦੇ ਲੋਕ ਜਿੱਦਾਂ ਕਿਸਾਨ ਮੋਰਚੇ 'ਚ, ਮਜ਼ਦੂਰ ਮੋਰਚੇ 'ਚ ਇੱਕ ਰਹੇ ਆ, ਕਿਉਂਕਿ ਮਜ਼ਦੂਰਾਂ ਦਾ ਬਹੁਤ ਵੱਡਾ ਸਾਥ ਰਿਹਾ, ਉਦਾਂ ਹੀ ਜੇ ਅਸੀਂ ਪਿੰਡ 'ਚ ਇੱਕ ਰਹਿ, ਤੁਹਾਡੇ ਪਿੰਡ ਦੇ ਕਿਸੇ ਬੰਦੇ ਤੋਂ ਕੋਈ ਰਿਸ਼ਵਤ ਨਹੀਂ ਮੰਗ ਸਕਦਾ। ਇਹ ਗੱਲ ਬੜੀ ਕਲੀਅਰ ਹੈ। ਤੁਸੀਂ ਸਾਰੇ ਪਿੰਡ, ਕਿਉਂਕਿ ਤੁਹਾਨੂੰ ਪਤਾ ਲੱਗਿਆ ਕਿ ਇੱਕ ਝੋਲਾ ਕੀਲੀ ਦੇ ਡਾਂਗੇ ਰੱਖਣਾ, ਤੁਹਾਨੂੰ ਪਤਾ ਲੱਗਿਆ ਕਿ ਦਰੀ ਕਿੱਦਾਂ ਜਾ ਕੇ ਵਿਛਾਈ ਦੀ ਆ, ਬੈਠੀ ਦਾ ਕਿੱਥੇ ਹੈ, 4 ਬੰਦੇ ਜਾ ਕੇ ਰੋਟੀਆਂ ਲਾਉਣ ਲੱਗ ਪੈਂਦੇ ਆ, 2 ਬੰਦੇ ਇੱਟਾਂ ਐ ਰੱਖ ਕੇ ਪਤੀਲਾ ਰੱਖ ਕੇ ਨਾਲ ਹੀ ਚਾਹ ਧਰ ਦਿੰਦੇ ਕਿ ਕੰਮ ਲੰਬਾ ਚੱਲੂ। ਥਾਣੇ ਵਾਲਾ ਰਿਸ਼ਵਤ ਲੈ ਲੂ, ਤਹਿਸੀਲ ਵਾਲਾ ਰਿਸ਼ਵਤ ਲੈ ਲੂ, ਕੋਈ ਹੋਰ ਬੰਦਾ ਲਾਇਸੈਂਸ ਵਾਲਾ ਰਿਸ਼ਵਤ ਲੈ ਲੂ, ਪਾਸਪੋਰਟ ਵਾਲਾ ਰਿਸ਼ਵਤ ਲੈ ਲੂ, ਜਨਮ ਸਰਟੀਫਿਕੇਟ, ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਬਸ ਇਕੱਠੇ ਰਹੋ। ਦੂਸਰੀ ਗੱਲ, ਨਸ਼ਾ। ਜਦੋਂ ਅਗਲਿਆਂ ਨੂੰ ਪਤਾ ਹੋਇਆ ਨਾ ਕਿ ਰਾਤ ਨੂੰ ਪਹਿਰਾ ਲਾਉਂਦੇ ਆ, ਫਿਰ ਅਗਲਾ ਕਹਿੰਦਾ ਕਿ ਭਾਈ ਸਾਡੇ ਪਿੰਡ ਨਾ ਹੀ ਹੁਣ ਇੱਥੇ ਰਾਤ ਨੂੰ ਪਹਿਰਾ ਲੱਗਦਾ ਹੀ। ਹੁਣ ਜਦੋਂ ਪਹਿਰਾ ਲੱਗਣ ਲੱਗ ਪਿਆ, ਜਿਹੜੇ ਦਿੱਲੀ 'ਚ ਦਿਨ ਰਾਤ ਪਹਿਰਾ ਲਾ ਸਕਦੇ ਆ, ਟਰਾਲੀਆਂ ਦੀ ਰਾਖੀ ਕਰ ਸਕਦੇ ਆ, ਉਹ ਆਪਣੇ ਪਿੰਡਾਂ ਦੀ ਰਾਖੀ ਵੀ ਕਰ ਸਕਦੇ। ਅੱਗੇ ਤਾਂ ਉਹ ਤਸਕਰ ਲੱਤਾਂ ਤਾਂ ਤੋੜ ਜਾਂਦੇ ਸੀ ਕਿ 4 ਮੁੰਡੇ ਉੱਠਦੇ ਆ, ਇਹਨਾਂ 'ਚ 2 ਦੀਆਂ ਲੱਤਾਂ ਭੰਨਾਂਗੇ ਤਾਂ ਬਾਕੀਆਂ ਨੇ ਆਪੇ ਨਹੀਂ ਉੱਠਣਾ, ਪਰ ਹੁਣ ਤਾਂ ਪਿੰਡ ਉੱਠ ਪਏ। ਤੁਹਾਡੀ ਨਸ਼ੇ ਦੀ ਸਮੱਸਿਆ ਹੱਲ ਹੋ ਜੂ, ਤੁਹਾਡੇ ਤੋਂ ਕੋਈ ਰਿਸ਼ਵਤ ਨਹੀਂ ਲੈ ਸਕੂ, ਤੇ ਸਭ ਤੋਂ ਵੱਡੀ ਗੱਲ, ਇੱਕ ਕੰਮ ਜਾ ਕੇ ਕਰ ਦਿਓ, ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ, ਕਹਿ ਦਿਓ ਸਾਰੇ ਲੀਡਰਾਂ ਨੂੰ ਕਿ ਭਾਈ ਉਹ ਅੱਗੇ ਦਿੰਦੇ ਹੁੰਦੇ ਜੀ, ਤੁਹਾਡੇ ਪਿੰਡ ਇਸ ਦਿਨ ਸ਼ਾਮ ਨੂੰ 4 ਵਜੇ ਆਹ ਲੀਡਰ ਸਾਹਿਬ ਆਉਣਗੇ, ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ, ਉਹਨਾਂ ਦੇ ਵਿਚਾਰ ਸੁਣੋ, ਉਹਨਾਂ ਦੇ ਵਿਚਾਰ ਤੁਹਾਡੇ ਆਪਣੇ ਵਿਚਾਰ ਨੇ, ਉਹਨਾਂ ਦੀ ਸਫਲਤਾ ਤੁਹਾਡੀ ਆਪਣੀ ਸਫਲਤਾ। ਹੁਣ ਇਦਾਂ ਨਹੀਂ, ਪਿੰਡ ਦੇ ਬਾਰੇ ਇੱਕ ਥਾਂ ਨਿਰਧਾਰਤ ਹੋਣੀ ਆ, ਪਿੰਡ ਵਾਲਿਆਂ ਨੇ ਕਿਸੇ ਚੰਗੇ ਨਿਆਣੇ ਦੀ ਉਹਦੀ ਸੁੰਦਰ ਲਿਖਾਈ ਦੇ 5 ਨੰਬਰ ਆਉਂਦੇ ਆ, ਉਹ ਤੇ ਲਿਖਾ ਕੇ ਲਾ ਦੇਣਾ ਕਿ ਜੇ ਕਿਸੇ ਸਿਆਸੀ ਪਾਰਟੀ ਦੇ ਬੰਦੇ ਨੇ ਸਾਡੇ ਪਿੰਡ ਪ੍ਰਚਾਰ ਕਰਨ ਆਉਣਾ ਹੈ ਤੇ ਇਸ ਦਿਨ ਇੰਨੇ ਵਜੇ ਇਸ ਥਾਂ ਤੇ
4 ਵਜੇ ਤੋਂ ਲੈ ਕੇ 6 ਵਜੇ ਤੱਕ ਸਾਰਾ ਪਿੰਡ ਇਕੱਠਾ ਹੋਊਗਾ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ 5-5 ਦੀ ਗਿਣਤੀ ਦੇ ਵਿੱਚ ਇੱਥੇ ਆ ਜਾਣ। ਜੇ 6ਵਾਂ ਬੰਦਾ ਹੋਵੇ ਤਾਂ ਅਸੀਂ ਪਿੰਡ ਨਹੀਂ ਵੜਨ ਦੇਣੇ। ਤੇ ਇੱਥੇ ਆ ਕੇ ਸਾਨੂੰ ਦੱਸੋ ਕਿ ਸਾਡੇ ਲਈ ਤੁਹਾਡੇ ਕੋਲੇ ਮੌਕਾ ਕਿਹੜਾ, ਕੀ ਕਰੋਗੇ, ਸਾਡੀ ਖੇਤੀ ਦਾ ਮਸਲਾ ਹੱਲ ਕਿੱਦਾਂ ਕਰੋਗੇ, ਰੁਜ਼ਗਾਰ ਕਿੱਥੋਂ ਦਿਓਗੇ। ਤੇ ਉਹਦੇ ਨਾਲ ਸਾਡੇ ਪਿੰਡਾਂ 'ਚ ਵੰਡੀਆਂ ਨਹੀਂ ਪੈਣਗੀਆਂ। ਜਿਹੜਾ ਤੁਹਾਨੂੰ ਸਾਗ ਦਾ ਰੋਟੀ ਖਾਂਦਿਆਂ ਨੂੰ ਕੁੰਡਾ ਖੜਕਾ ਕੇ ਉਧਰੋਂ ਸਾਗ ਠੰਡਾ ਹੋ ਜਾਂਦਾ, ਵੋਟ ਤਾਂ ਤੁਸੀਂ ਪਾਉਣੀ ਹੁੰਦੀ ਕਿ ਨਹੀਂ ਪਾਉਣੀ ਹੁੰਦੀ, ਗੱਲ ਵੱਖਰੀ ਹੈ। ਜੇ ਅਸੀਂ ਕਿਤੇ ਇਦਾਂ ਕਰਨ 'ਚ ਕਾਮਯਾਬ ਹੋ ਗਏ ਤਾਂ ਸੰਧਾਲੀਆ ਸਾਹਿਬ 9 ਨਿੱਧਾਂ ਤੇ ਕਿੰਨੀਆਂ ਸਿੱਧਾਂ ਤੁਸੀਂ ਦੱਸ ਦਿਓ। ਨਹੀਂ, ਮੈਨੂੰ ਤਾਂ 12 ਤੋਂ ਟੱਪ ਜਾਣੀ। ਟੱਪ ਚਲੋ ਕੁੱਲ ਮਿਲਾ ਕੇ ਇਹ ਗੱਲ ਹੋ ਗਈ ਕਿ ਵੀ ਇਹ ਜਿਹੜੀ ਏਕਤਾ ਹੈ, ਏਕੇ 'ਚ ਬਰਕਤ ਵਾਲੀ ਗੱਲ ਹੈ। ਜੇ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਪ੍ਰੋਗਰਾਮ 'ਚ, ਉਹੀ ਵੀ ਆਪਾਂ ਏਕੇ 'ਚ ਬਰਕਤ ਵਾਲੀ ਕਹਾਣੀ ਪੜ੍ਹੀ ਹੋਊਗੀ ਕਿਤੇ, ਉਦੋਂ ਬਾਅਦ ਉਹ ਕਿਤਾਬ ਵੀ ਜਦੋਂ ਰੱਦੀ 'ਚ ਵੇਚੀ ਦੀ ਹੈ ਤੇ ਉਦੋਂ ਬਾਅਦ ਕਿਤੇ ਗਾਂਹ ਉਹ ਕਾਗਜ਼ ਕਿਤੇ ਇੱਧਰ ਉੱਧਰ ਪਕੌੜੇ ਪਕੂੜੇ ਖਾਂਦਿਆਂ ਨਜ਼ਰ ਆਏ ਤੇ ਫਿਰ ਉਹ ਤੀਰਾ ਭਲਾ ਜੀ ਇੱਕ ਬਜ਼ੁਰਗ ਸੀ, ਉਹਦੇ 4 ਪੁੱਤ ਸੀ, ਉਹ ਲੜਦੇ ਸੀ, ਉਹ ਇਦਾਂ ਸੀ। ਉਸ਼ਣ ਕਟੀਬੰਦ ਜੰਗਲ ਕਿੱਥੇ ਨੇ ਹੈਨਾ, ਉਹ ਜਿਹੜੀਆਂ ਗੱਲਾਂ ਆਪਾਂ ਨੂੰ ਚੇਤੇ ਭੁੱਲ ਗਈਆਂ ਸੀ। ਮੈਂ ਖਿਆਲ ਆ ਵੀ ਇਹ ਸਾਰੇ ਅੰਦੋਲਨ ਨੇ ਆਪਾਂ ਨੂੰ ਚੇਤੇ ਕਰਾਤੀਆਂ ਤੇ ਵਧੀਆ ਗੱਲ ਆ ਵੀ ਲੋਕਾਂ ਨੂੰ ਚੇਤੇ ਆ ਗਈਆਂ। ਹੁਣ ਮੈਨੂੰ ਲੱਗਦਾ ਵੀ ਥੋੜਾ ਜੇ ਬਹੁਤੀ ਨਾ ਤੁਸੀਂ ਕਰੋ, ਥੋੜੀ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਨੀ। ਨਹੀਂ, ਇੱਕ ਗੱਲ ਹੋਰ ਕਰਨੀ ਹੈ ਪਹਿਲਾਂ, ਜਿਹੜੀ ਚੇਤਾ ਨਾ ਭੁੱਲ ਜਾਏ, ਕਿਉਂਕਿ ਰਾਜਨੀਤੀ ਦੇ ਆਪਾਂ ਰੋਜ਼ ਹੀ ਗੱਲ ਕਰਨੀ ਹੈ। ਅੱਜ ਤਾਂ ਇਹਦੇ ਨਾਲ ਜੋੜ ਕੇ ਮੈਂ ਤਾਂ ਕਹਿੰਦਾ ਸੀ ਜਿੰਨੀ ਇਹਦੇ ਨਾਲ ਜੁੜਨ ਵਾਲੀ ਇੱਕ ਨਿਬੇੜ ਲੈਣ ਦਿਓ ਪਹਿਲਾਂ। ਉਹ ਨਿਬੇੜਨੀ ਹੈ ਕਿ ਬਹੁਤ ਸਾਰੇ ਲੋਕ ਚੇਤਾ ਨਾ ਭੁਲਾ ਦੇਣ, ਕਿਉਂਕਿ ਅੱਜ ਦਾ ਦਿਨ ਜਿਹੜਾ ਨਾ ਕਿ ਚੇਤਾ ਕੀ ਨਾ ਭੁਲਾ ਦੀਏ ਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਪਿਛਲੇ ਸਾਲ 26 ਨਵੰਬਰ ਨੂੰ ਤੁਰੇ ਸੀ ਤਾਂ ਟਰੈਕਟਰਾਂ ਦੇ ਨਾਲ ਜਦੋਂ ਬੈਰੀਕੇਡ ਪੁੱਟੇ ਆ, ਜਦੋਂ ਲੋਕਾਂ ਨੇ ਹੱਥਾਂ ਦੇ ਨਾਲ ਮਿੱਟੀ ਪਾ ਕੇ ਜਿਹੜੀਆਂ ਸੜਕਾਂ ਪੁੱਟੀਆਂ ਗਈਆਂ ਸੀ ਟੋਏ ਉਹ ਪੂਰ ਦਿੱਤੇ ਆ, ਜਦੋਂ ਗਿੱਲੀਆਂ ਬੋਰੀਆਂ ਜਾਂ ਗਿੱਲੇ ਕੱਪੜੇ ਪਾ ਕੇ ਅਥਰੂ ਗੈਸ ਦੇ ਗੋਲੇ ਚੱਕ ਕੇ ਪਰੇ ਸਿੱਟੇ ਆ, ਜਦੋਂ ਵਾਟਰ ਕੈਨਨ ਵਾਲੇ ਨਵਦੀਪ ਨੇ ਉਹ ਮਾਰ ਕੇ ਛਾਲ ਤੇ ਉੱਥੇ ਵਾਟਰ ਕੈਨਨ ਦਾ ਮੂੰਹ ਹੀ ਮੋੜ ਦਿੱਤਾ ਸੀ, ਉਹ ਤਸਵੀਰ ਦੇਖੋ ਕਿੱਡੀ ਵੱਡੀ ਸੀ। ਉਹ ਸਾਰੀਆਂ ਚੀਜ਼ਾਂ ਤੇ ਬੰਗਾਲ ਤੱਕ ਜਾਣ, ਉਹ ਸੀ ਚੜ੍ਹਦੀ ਕਲਾ, ਇੱਕ ਜੋਸ਼, ਉਹ ਸਾਡੇ ਚੇਤਿਆਂ 'ਚ ਰਹਿਣਾ। ਕਲਾਕਾਰਾਂ ਨੇ ਵੀ ਜੋਸ਼ ਭਰਿਆ ਕਮਾਲ ਦਾ। ਪਰ ਨਾਲ ਦੀ ਨਾਲ ਜਿਹੜਾ ਇੱਕ ਬੁੱਧੀਮਾਨਤਾ ਦਾ ਇਤਿਹਾਸ ਸਿਰਜ ਕੇ ਆਏ ਆ, ਉੱਥੇ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਉੱਥੇ ਅਸੀਂ ਲੋਕਾਂ ਦੇ ਨਿਆਣੇ ਜਿਹੜੇ ਆਲੇ ਦੁਆਲੇ ਦੇ ਕਮਜ਼ੋਰ ਵਰਗਾਂ ਦੇ ਲੋਕ ਸੀ ਉਹਨਾਂ ਦੇ ਨਿਆਣੇ ਪੜ੍ਹਾਏ। ਉੱਥੇ ਅਸੀਂ ਕਿਸੇ ਨੂੰ ਭੋਜਨ ਤੋਂ ਲੰਗਰ ਤੋਂ ਮਨਾ ਨਹੀਂ ਕੀਤਾ। ਉੱਥੇ 10-10 ਬਿਸਤਰਿਆਂ ਦੇ ਕੱਚੇ ਹਸਪਤਾਲ ਬਣਾਤੇ ਤੇ ਸਥਾਨਕ ਲੋਕਾਂ ਦਾ ਸਭ ਤੋਂ ਪਹਿਲਾਂ ਇਲਾਜ ਕੀਤਾ। ਜਦੋਂ ਕੋਵਿਡ ਦੇ ਕਰਕੇ ਸਾਰੀ ਸਿਹਤ ਵਿਵਸਥਾ ਦੇਸ਼ ਦੀ ਤਹਿਸ-ਨਹਿਸ ਹੋਣ ਦੇ ਕੰਢੇ ਤੇ ਪਹੁੰਚ ਗਈ ਸੀ, ਹਸਪਤਾਲ ਫੁੱਲ ਸੀ, ਤੇ ਉਦੋਂ ਕਿਸਾਨ ਮੋਰਚੇ ਵਾਲੇ ਕਹਿੰਦੇ ਆਲੇ ਦੁਆਲੇ ਦੇ 20-25 ਪਿੰਡਾਂ ਦੀ ਜ਼ਿੰਮੇਵਾਰੀ ਸਾਡੀ ਬਈ। ਯਾਨੀ ਕਿ ਅਸੀਂ ਕਿਤਾਬ ਨਾਲ ਜੁੜੇ, ਅਸੀਂ ਲਾਇਬ੍ਰੇਰੀ ਦੇ ਨਾਲ ਜੁੜੇ, ਅਸੀਂ ਉੱਥੇ ਸੈਮੀਨਾਰ ਕੀਤੇ। ਤੁਸੀਂ ਇਹ ਦੇਖੋ ਨਾ ਕਿ ਕਿਸਾਨ ਪਾਰਲੀਮੈਂਟ ਕੀਤੀ, ਉਹਦੇ ਵਿੱਚ ਕੌਣ ਸੰਬੋਧਨ ਕਰਦਾ ਸੀ? ਆਰਥਿਕ ਮਾਹਿਰ, ਖੇਤੀ ਮਾਹਿਰ, ਵਿੱਤੀ ਮਾਹਿਰ, ਆਹ ਮੌਸਮ ਵਿਭਾਗ ਦਾ ਮਾਹਿਰ, ਆਹ ਦੇਖੋ ਜੀ ਬਿਊਰੋਕ੍ਰੇਸੀ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਬੰਦੇ। ਜੇ ਸਾਡੇ ਕਿਸਾਨ ਵੀ ਜਾ ਕੇ ਮੰਤਰੀਆਂ ਤੇ ਬਿਊਰੋਕਰੇਟਸ ਦੇ ਮੂਹਰੇ ਬੈਠਦੇ ਸੀ ਤਾਂ ਉਹਨਾਂ ਨੂੰ ਪੁੱਛਣਾ ਨਹੀਂ ਸੀ ਪੈਂਦਾ ਕਿਸੇ ਨੂੰ ਟੈਲੀਫੋਨ ਕਰਕੇ ਕਿ ਇਹਦਾ ਜਵਾਬ ਕੀ ਦਈਏ। ਇੱਕ ਮਦ ਉਹਨਾਂ ਦੇ ਇੱਥੇ ਵਸੀ ਹੋ ਸੀ। ਜਾਣੀ ਜੇ ਪੰਜਾਬ ਬਚਾਉਣਾ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਰਾ ਕੁਝ ਠੀਕ ਤਰੀਕੇ ਦੇ ਨਾਲ ਅੱਗੇ ਵਧੇ, ਤਾਂ ਸਾਨੂੰ ਕਿਤਾਬ ਫੜਨੀ ਪਊਗੀ, ਸਾਨੂੰ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ੍ਹਣੀਆਂ ਪੈਣਗੀਆਂ। ਜਦੋਂ ਵੀ ਕੋਈ ਸਰਕਾਰ ਕਿਤੇ ਨਵਾਂ ਫੈਸਲਾ ਲਵੇ, ਕੇਂਦਰ ਦੀ ਜਾਂ ਸੂਬੇ ਦੀ ਜਾਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਤਬਦੀਲੀ ਹੋਵੇ, ਅਸੀਂ ਸਾਰੇ ਸਿਰ ਜੋੜ ਕੇ ਬੈਠੀਏ। ਨਹੀਂ ਪਤਾ ਲੱਗਦਾ, ਇੱਕ ਬੁਲਾਰਾ ਸੱਦੀਏ ਕਿ ਭਾਈ ਸਾਨੂੰ ਸਮਝਾਓ ਹੋ ਕੀ ਰਿਹਾ। ਨਹੀਂ ਤਾਂ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਹੋ ਜਾਂਦਾ, ਤੇ ਜੇ ਹੁਣ ਤੋਂ ਪਹਿਲਾਂ ਪਤਾ ਲੱਗ ਜੂਗਾ ਫਿਰ ਸਾਲ ਦਿੱਲੀ ਥੋੜੀ ਜਾਣਾ ਪਊਗਾ, ਫਿਰ 700 ਕੁਰਬਾਨੀਆਂ ਥੋੜੀ ਦੇਣੀਆਂ ਪੈਣਗੀਆਂ। ਫਿਰ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਕੋਈ ਭਰਮਾ ਨਹੀਂ ਸਕੂਗਾ। ਅਸੀਂ ਆਪਣਾ ਫੈਸਲਾ ਲੈਣ ਦੇ ਆਪ ਸਮਰੱਥ ਹੋਵਾਂਗੇ। ਥੋੜੀ ਗੱਲ ਮੇਰਾ ਭਰਾ ਸੋਸ਼ਲ ਮੀਡੀਆ ਤੇ ਕਰ ਦਿਓ। ਇਹ ਸੋਸ਼ਲ ਮੀਡੀਆ ਵਾਲੀ ਗੱਲ ਤੇ ਦੇਖੋ ਬੜੀ ਕਮਾਲ ਦੀ ਹੈ, ਇਹ ਤੋਂ ਬਚਣ ਦੀ ਲੋੜ ਆ। ਆਹ ਜਿਹੜਾ ਸੋਸ਼ਲ ਮੀਡੀਆ, ਇਹਨੇ 2 ਤਰ੍ਹਾਂ ਦਾ ਰੋਲ ਨਿਭਾਇਆ। ਇੱਕ ਰੋਲ ਤੇ ਉਹ ਸੀਗਾ ਵੀ ਜਿਹਦੇ 'ਚ ਉਹ ਕਿਹਾ ਵੀ ਆਹ ਦੇਖੋ ਜੀ ਇੱਥੇ ਇਸ ਚੀਜ਼ ਦੀ ਕਮੀ ਹੈ ਜੀ, ਇੱਥੇ ਪਹੁੰਚੋ, ਇੱਥੇ ਇਸ ਚੀਜ਼ ਦੀ ਕਮੀ ਜੀ, ਇੱਥੇ ਪਹੁੰਚੋ, ਇੱਥੇ ਆਹ ਦੇਖੋ ਜੀ ਆਹ ਕੰਮ ਅਸੀਂ ਕਰਤਾ, ਸ਼ਾਬਾਸ਼ ਵਾਲੇ ਨਾਲ ਹੀ ਉਹ ਕਹਿੰਦੇ ਵੀ ਬੱਲੇ ਵੀ ਜਵਾਨੋ ਤੁਸੀਂ ਕਰਤਾ, ਜੇ ਲੋੜ ਹੋਈ ਤੇ ਆਹ ਖਵਾ ਜਾਓ। ਦੂਸਰਾ ਸੋਸ਼ਲ ਮੀਡੀਆ ਜਿਹੜਾ ਆਪਾਂ ਥੋੜ੍ਹਾ ਜਿਹਾ ਪਹਿਲਾਂ ਵੀ ਜ਼ਿਕਰ ਕੀਤਾ, ਉਹ ਜੇ ਉਸ ਵਾਲੇ ਪਾਸਿਓਂ ਸੀ ਤੇ ਆਪਣੇ ਭਾਈਚਾਰੇ, ਆਪਣੇ ਪਰਿਵਾਰ 'ਚੋਂ ਵੀ ਬਥੇਰੇ ਬੰਦੇ ਹੁੰਦੇ ਆ। ਕਿਉਂਕਿ ਮੈਂ ਨਹੀਂ ਕਹਿੰਦਾ ਵੀ ਉਹ ਅਗਲੇ ਦਾ ਦੋਸ਼ ਆ, ਕਿਸੇ ਵੇਲੇ ਹਰੇਕ ਬੰਦੇ ਦੀ ਆਪੋ ਆਪਣੀ ਸਮਝਦਾਰੀ ਹੁੰਦੀ ਆ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ ਵੀ ਇੱਕ ਹੀ ਚੀਜ਼ ਨੂੰ ਤੁਸੀਂ 2-3 ਪਾਸਿਆਂ ਤੋਂ ਦੇਖੋ ਤੇ ਕਈ ਵਾਰ ਤੁਹਾਨੂੰ ਉਹ ਚੀਜ਼ ਆਪਣੇ ਖੱਬੇ ਹੱਥ ਨਜ਼ਰ ਆਉਂਦੀ, ਕਿਸੇ ਨੂੰ ਆਪਣੇ ਸੱਜੇ ਹੱਥ ਨਜ਼ਰ ਆਉਂਦੀ। ਹੁਣ ਜਿਹਨੂੰ ਖੱਬੇ ਹੱਥ ਨਜ਼ਰ ਆਉਂਦੀ ਉਹ ਆਪਣੇ ਹਿਸਾਬ ਨਾਲ ਦੱਸੂਗਾ ਨਾ ਵੀ ਮੈਨੂੰ ਲੱਗਦਾ ਵੀ ਇਹ ਚੀਜ਼ ਭਾਈ ਸਾਹਿਬ ਖੱਬੇ ਹੱਥ ਹੈ, ਤੇ ਜਿਹੜਾ ਬੰਦਾ ਸੱਜੇ ਹੱਥ ਕੋਲ ਨਾ ਇਹ ਤੇ ਪਾਗਲ ਹੈ, ਐਵੇਂ ਆਖੀ ਜਾਂਦਾ ਸੀ। ਮੈਂ ਕਲੀਅਰ ਦੱਸਣ ਡਿਆ ਵੀ ਇਹ ਸੱਜੇ ਹੱਥ, ਉਹ ਆਪਣੇ ਆਪਣੇ ਸਰਕਮਸਟਾਂਸਿਸ ਨੇ। ਪਰ ਮੈਂ ਨਾ ਵੀ ਚਲੋ ਵਧੀਆ ਗੱਲ ਹੈ ਵੀ ਐਟਲੀਸਟ ਇੱਕ ਡਿਬੇਟ ਤੇ ਹੈ ਨਾ, ਤੇ ਉਸ ਡਿਬੇਟ ਦੇ ਵਿੱਚੋਂ ਚੰਗੀ ਮਾੜੀ ਚੀਜ਼ ਸਾਹਮਣੇ ਆਈ। ਕਿਉਂਕਿ ਜੇ ਇੱਕੋ ਹੀ ਚੀਜ਼ ਮੇਰੇ ਖਿਆਲ ਨਾਲ ਹਾਵੀ ਹੋ ਜਾਵੇ ਤੇ ਫਿਰ ਦੂਸਰਾ ਤਾਂ ਰਹਿ ਹੀ ਨਹੀਂ ਜਾਂਦਾ ਨਾ ਵੀ ਹਾਂ ਭਾਈ ਸਾਹਿਬ ਉਹਦਾ ਵੀ ਲਿੰਕ ਹੈਗਾ। ਪਰ ਇੱਕ ਚੀਜ਼ ਹੈ WhatsApp ਵੀ ਜੇ ਇਹ ਸਾਰੇ ਕੁਛ ਨੂੰ ਹੁਣ ਮੰਨ ਲਓ ਕਿ ਪੋਜ਼ਿਟਿਵ ਪੱਖ ਤੋਂ ਵਰਤਿਆ ਜਾਵੇ, ਇਹ ਨਹੀਂ ਵੀ ਇੱਥੇ ਖਤਮ ਕਰਤਾ ਜਾਵੇ।
ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ, ਮੈਂ ਕਹਿੰਦਾ ਵੀ ਜੇ ਪੰਜਾਬ ਮੰਨ ਲਓ ਹੁਣ ਆਪਾਂ ਨੂੰ ਲੱਗਦਾ ਵੀ ਦੁਨੀਆ ਭਰ ਦਾ ਪੰਜਾਬ, ਜਿੱਥੇ ਜਿੱਥੇ ਪੰਜਾਬ ਵਸਦਾ, ਜੇ ਆਪਾਂ ਰਾਤ ਵਾਲੇ ਪ੍ਰੋਗਰਾਮ 'ਚ ਵੀ ਗੱਲ ਕਰਦੇ ਵੀ ਹੁਣ ਇੱਕ ਸ਼ਹਿਰ ਦਾ ਪਿੰਡ ਦਾ ਨਾਂ ਨਾ ਲਈਏ, ਜਿੱਥੇ ਵੀ ਕੋਈ ਪੰਜਾਬੀ ਵਸਦਾ ਉਹ ਪੰਜਾਬ ਆ, ਉਹ ਸਾਰਾ ਪੰਜਾਬ ਜੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਜੁੜ ਗਿਆ ਵੀ ਇੱਕ ਮਸਲਾ ਪੰਜਾਬ ਦੇ ਵਿੱਚ ਉੱਠਦਾ, ਕੱਲ੍ਹ ਨੂੰ ਪੋਲੀਟੀਕਲ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਲੈ ਕੇ ਆਉਣੇ, ਇੱਕ ਮੁੱਦੇ ਦੀ ਗੱਲ ਹੋਊਗੀ, ਇੱਕ ਆਖੂ ਇੱਦਾਂ ਕਰਨਾ, ਦੂਜਾ ਕੋਈ ਇੱਦਾਂ ਕਰਨਾ, ਤੀਜਾ ਕੋਈ ਉੱਦਾਂ ਕਰਨਾ, ਉਹਦੇ ਤੇ ਇੱਕ ਪੰਜਵੀਂ ਰਾਏ ਵੀ ਹੋਵੇ ਜਿਹੜੀ ਉਸ ਪੰਜਾਬ ਦੀ ਹੋਵੇ, ਜਿਹੜਾ ਕਿ ਇੱਦਾਂ ਨਹੀਂ ਇੱਦਾਂ ਕਰਨਾ, ਵੀ ਇੱਦਾਂ ਹੋ ਸਕਦਾ ਹੀ, ਇੱਦਾਂ ਹੋ ਸਕਦਾ, ਤੇ ਜੇ ਕਰਦਾ ਕੋਈ ਤੇ ਗੱਲ ਕਰੋ, ਨਹੀਂ ਤੇ ਰਹਿਣ ਦਿਓ ਹੈ ਨਾ। ਮੇਰੇ ਖਿਆਲ ਨਾਲ ਉਹ ਜਿਹੜੀ ਤਾਕਤ ਇਸ ਵਕਤ 1 ਸਾਲ ਦੇ ਵਿੱਚ ਇਕੱਠੀ ਕੀਤੀ ਗਈ ਆ, ਉਹਨੂੰ ਉਦੋਂ ਬਾਅਦ ਸਿਰਫ ਠੁੱਸ ਕਰਨ ਨਾਲੋਂ ਚੰਗਾ ਵੀ ਉਹਨੂੰ ਹੁਣ ਸਗੋਂ ਪੰਜਾਬ ਦੇ ਗਾਂ ਭਲੇ ਲਈ ਵਰਤ ਲਿਆ ਜਾਵੇ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਇੱਕ ਮੈਨੂੰ ਲੱਗਦਾ ਕਿ ਜਿਹੜੀ ਮਹਾਨ ਤਬਦੀਲੀ ਆਈ ਹੈ ਪਿਛਲੇ 20-15 ਸਾਲਾਂ ਦੇ ਵਿੱਚ, ਅਸੀਂ ਬਾਰ-ਬਾਰ ਇਹ ਸੋਚਣ ਲੱਗ ਪਏ ਸੀ ਯਾਰ ਨਹੀਂ ਬਾਹਰਲੇ ਹੁਣ ਪੁੱਛਦੇ ਨਹੀਂ, ਬਾਹਰ ਜਾ ਕੇ ਬਹਿ ਗਏ ਆ, ਲਹੂ ਚਿੱਟਾ ਹੋ ਗਿਆ, ਉੱਥੇ ਘਰ ਲੈ ਲੈਂਦੇ ਆ, ਉੱਥੇ ਆਹ ਕਰ ਲਿਆ, ਜੇ ਅਸੀਂ ਕੁਝ ਕਹਿੰਦੇ ਆ ਤੇ ਕਹਿੰਦੇ ਨਹੀਂ ਜੀ ਇੱਥੇ ਤਾਂ ਸਾਡਾ ਆਪਣਾ ਹੀ ਨਹੀਂ ਸਰਦਾ। ਪਰ ਤੁਸੀਂ ਦੇਖੋ ਕਿ ਇਹਦੇ ਨਾਲ ਰਿਸ਼ਤਿਆਂ 'ਚ ਨਿਖਾਰ ਕਿੰਨਾ ਆਇਆ। ਜਿੰਨੀ ਕੁ ਧੂੜ ਪਿਛਲੇ ਸਮੇਂ 'ਚ ਜੰਮ ਗਈ ਸੀ, ਕਸੂਰ ਨਹੀਂ ਸੀ ਕਿਸੇ ਦਾ, ਇਹ ਆਪਣੀ ਸਮੱਸਿਆਵਾਂ ਦੇ ਵਿੱਚ ਹੁੰਦੇ ਸੀ, ਉੱਥੇ ਵਾਲੇ ਆਪਣੀਆਂ ਸਮੱਸਿਆਵਾਂ ਦੇ ਵਿੱਚ ਹੁੰਦੇ ਸੀ। ਇਹ ਕਿਹੜਾ ਇਹਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਣ ਗਿਆ ਸੀ ਕਿ ਭਾਈ ਸਾਰੇ ਇਸ ਤਰ੍ਹਾਂ ਦੇ ਨਿਆਣੇ ਬਾਹਰ ਲੈ ਜਾਣ। ਉਹ ਇੱਕ ਗੈਪ ਜਿਹੜਾ ਪੈ ਗਿਆ ਸੀ ਉਹ ਪੂਰਾ ਹੋ ਗਿਆ। ਹੁਣ ਬਾਹਰੋਂ ਫੋਨ ਕਿਉਂ ਆਉਂਦਾ ਸੀ, ਯਾਰ ਤੁਸੀਂ ਦਿੱਲੀ ਜਾਣਾ ਹੀ, ਟਰੈਕਟਰ 'ਚ ਤੇਲ 10,000 ਦਾ ਤੇਲ ਪੈ ਜਾਂਦਾ ਸੀ, ਤੇਲ ਦੀ ਫਿਕਰ ਨਹੀਂ ਕਰਨੀ, ਰਾਸ਼ਨ ਪੂਰਾ ਲੈ ਕੇ ਜਾਣਾ ਹੈ, 15 ਕੰਬਲ ਚਾਹੀਦੇ ਆ ਤਾਂ 25 ਲੈ ਕੇ ਜਾਣੇ ਆ, ਉੱਥੇ ਕਿਸੇ ਨੂੰ ਲੋੜ ਪੈ ਸਕਦੀ ਹੈ, ਬਾਕੀ ਨਹੀਂ ਤੁਸੀਂ ਪਰਵਾਹ ਕਰਨੀ, ਬੈਠੇ ਆ। ਕਿੰਨੇ ਲੋਕ ਸੀ ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ ਕਿ ਆਪਾਂ ਕਹਿੰਦੇ ਸੀ ਯਾਰ ਪੰਜਾਬ ਦੇ ਲੋਕ ਨਾ ਲੜਦੇ ਬਹੁਤ ਆ, ਕਚਹਿਰੀਆਂ 'ਚ ਮੇਲੇ ਲੱਗਦੇ ਆ, ਤੁਹਾਨੂੰ ਵੀ ਮਾਣ ਹੁੰਦਾ ਹੋਊਗਾ ਆਹ ਜਿਹੜੇ ਪੈਸੇ ਆ ਨਾ ਇਹ ਐਵੇਂ ਨਹੀਂ ਲਏ, ਆ ਜਿਹੜਾ ਕਾਲਾ ਕੋਟ ਹੈ ਐਵੇਂ ਨਹੀਂ ਪਾਇਆ $5 ਲੈ ਕੇ, ਇਹ ਕਿਸੇ ਗੱਲ ਨੂੰ ਪਾਇਆ, ਇਹ ਗੱਲ ਨੂੰ ਪਾਇਆ। ਹਾਂ, ਇਹ ਪਤਾ ਕਿਉਂ ਪਾਇਆ, ਉਹੀ ਪੰਜਾਬ ਸੀ ਦੇਖੋ ਸਾਲ ਦੇ ਵਿੱਚ ਕਿੱਥੇ ਆ ਜਾਂਦਾ, ਕਿਤੇ ਕਹਿੰਦੇ ਇਹ ਨਾ ਨਿਆਣਾ ਉੱਥੋਂ ਉਠਾ ਕੇ ਨਵੇਂ ਸਕੂਲੇ ਪਾਇਆ, ਚੱਲ ਪਿਆ ਪੰਜਾਬ, ਚੱਲ ਪਿਆ ਅੰਦੋਲਨ ਦੇ ਵਿੱਚ। ਕਿਵੇਂ ਚੱਲਿਆ, ਅਸੀਂ ਕਹਿੰਦੇ ਹੁੰਦੇ ਸੀ ਲੈ ਬਾਰੀ ਤੋਂ ਅਸੀਂ ਲੜਦੇ ਸੀ, ਬੈਹਾਂ ਮਾਰ ਕੇ ਸਿਰ ਪਾੜਦੇ ਸੀ ਇੱਕ ਦੂਜੇ ਦਾ ਕਿ ਨਹੀਂ, ਉਹੀ ਪੰਜਾਬੀ ਕਹਿੰਦਾ ਸੀ ਪਾ ਤੂੰ ਦਿੱਲੀਆਂ, ਮੈਂ ਦੇਖਿਆ ਹੀ ਤੇਰਾ ਝੋਨਾ ਵੱਢਣ ਵਾਲਾ, ਆਉਣ ਦੀ ਲੋੜ ਨਹੀਂ, ਤੂੰ ਮੈਨੂੰ ਇੰਨਾ ਦੱਸ ਦੇ ਕਿ ਆੜਤੀਏ ਦੇ ਕਿਹੜੇ ਜਿਹੜਾ ਟੈਲੀਫੋਨ ਉਹਨੂੰ ਕਰਦੇ, ਮੈਂ ਆਪਣਾ ਪਰਸੋਂ ਨੂੰ ਵੱਢ ਲੂੰ, ਪਹਿਲਾਂ ਤੇਰਾ ਵੱਢ ਕੇ ਉੱਥੇ ਜਾ ਕੇ ਮੰਡੀ 'ਚ ਵੇਚ ਕੇ ਫੇਰ ਆਉਂ। ਤੇ ਉਹ ਬੰਦਾ ਜੇ ਤੁਰੇ ਹੋ ਟੈਲੀਫੋਨ ਤੇ ਕਰਦੇ ਹੁੰਦਾ ਇਹ ਗੱਲ, ਦੂਜਾ ਕਹਿੰਦਾ ਅੱਛਾ ਉਹ ਨਾਜਰ ਸੂਹ ਦੇ ਝੋਨੇ ਦੀ ਗੱਲ ਕਰਦਾ ਹੀ, ਆਹੋ ਟਰਾਲੀ ਮੈਂ ਲੈ ਕੇ ਆਉਣਾ, ਤੂੰ ਆਪਦੀ ਟਰਾਲੀ ਉੱਥੇ ਘਰੇ ਰੱਖ, ਮੇਰੀ ਤਾਂ ਉੱਥੇ ਪਾਈ ਖੜੀ ਆ, ਮੈਂ ਕਿਤੇ ਚੱਲਿਆ ਸੀ। ਜਾਣੀ ਇੱਕ ਦੂਜੇ ਦੇ ਪੱਠੇ ਵੱਢਣੇ, ਇੱਕ ਦੂਜੇ ਦੇ ਖੇਤ ਸਵਾਰਨੇ, ਇੱਕ ਦੂਜੇ ਦੇ ਕਰਜ਼ੇ, ਕਿਸ਼ਤਾਂ ਟੁੱਟਦੀਆਂ ਸੀ, ਕੋਈ ਗੱਲ ਨਹੀਂ ਪਾ ਆਣ ਕੇ ਤੂੰ ਕਰ ਲਈ ਹਿਸਾਬ ਕਿਤਾਬ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਇੱਕ ਭੁੱਲ ਨਾ ਜਾਈਏ ਕਿਤੇ, ਜਿਹੜਾ ਮਜ਼ਦੂਰ ਵਰਗ ਹੈ ਨਾ ਉਹਨੇ ਬਹੁਤ ਸਾਥ ਦਿੱਤਾ। ਉਹ ਲਿਖਿਆ ਸੀ ਨਾ ਕਿ ਭਾਈ ਦੰਦ ਕਰੇੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਹੁਣ ਜਦੋਂ ਸਾਰਾ ਕੁਝ ਨਿਬੜ ਗਿਆ ਨਾ, ਆਪਾਂ ਉਹ ਜਿਹੜੇ ਕਮੀ ਬੰਦੇ ਨੇ, ਜਿਹੜੇ ਮਜ਼ਦੂਰ ਬੰਦੇ ਨੇ, ਜਿਹੜੇ ਪਸੀਨੇ ਦੇ ਨਾਲ ਕਮਾਈ ਕਰਕੇ ਰੋਟੀ ਖਾਂਦੇ ਆ, ਉਹਨਾਂ ਦਾ ਦੇਖਣਾ ਹੀ ਕਿਸੇ ਨਾ ਕਿਸੇ ਤਰੀਕੇ। ਭਾਈ ਉਹਨਾਂ ਦੀ ਕੋਈ ਜੰਗ ਹੋਈ ਨਾ ਕਿਤੇ ਇਦਾਂ ਹੀ ਐਨ ਹਿੱਕਾਂ ਢਾ ਕੇ ਮੋਰੇ ਸਾਥ ਦਿਓ, ਕਿਉਂਕਿ ਉਹਨਾਂ ਨੇ ਸਾਥ ਪੂਰਾ ਦਿੱਤਾ ਹੀ। ਨਹੀਂ ਬਿਲਕੁਲ ਦਿੱਤਾ। ਮੈਂ ਇਹੀ ਤੇ ਕਹਿ ਰਿਹਾ ਵੀ ਇਹੀ ਤੇ ਜਿਹੜਾ ਪੰਜਾਬ ਆ ਪਰੋਇਆ ਗਿਆ। ਹੁਣ ਦੇਖੋ ਪਹਿਲਾਂ ਪੰਜਾਬ ਦੇ ਵਿੱਚ ਕੀ ਹੁੰਦਾ ਸੀ, ਅਗਲਾ ਕਹਿੰਦਾ ਯਾਰ ਸਾਡਾ ਨਾ ਕੰਮ ਫੇ ਵਪਾਰ ਕਾਰੋਬਾਰ ਦੁਕਾਨਦਾਰ ਆ, ਇਦਾਂ ਦਾ ਕੁਛ ਹੈ ਨਾ ਵੀ ਯਾਰ ਉਹ ਆਉਂਦੇ ਯਾਰ ਪਿੰਡਾਂ ਪੁੰਡ ਵਾਲੇ ਇਦਾਂ ਹੀ ਆ। ਜੇ ਕੋਈ ਪਿੰਡ ਵਾਲਾ ਉਹ ਯਾਰ ਉਹਦੇ ਸ਼ਹਿਰਾਂ ਸ਼ੂਰਾਂ ਵਾਲੇ ਬੰਦੇ ਭਰਾਵਾ, ਉੱਥੇ ਉਹਨਾਂ ਨੂੰ ਪਤਾ ਪੱਖਾ ਲੱਗਾ ਏ, ਉੱਥੇ ਏਸੀ ਚੱਲਦਾ ਏ, ਠੰਡੇ ਥਾਂ 2 ਗਾਹਕ ਆ ਗਏ, ਝਾੜ ਲਏ, ਉਦੋਂ ਬਾਅਦ ਨਜ਼ਾਰੇ ਲੈ ਹੈ ਨਾ, ਸ਼ਾਮ ਨੂੰ ਟਿੱਕੀ ਟੁੱਕੀ ਖਾ ਕੇ ਵਿਹਲੇ, ਆਪਣਾ ਕੀ ਆ ਮੱਛਰ ਖਾਣ ਡਿਆ। ਉਦੋਂ ਬਾਅਦ ਵਾਲੇ ਜਿਹੜੇ ਉਹ ਕਹਿੰਦੇ ਵੀ ਇਹ ਸਰਦਾਰ ਬੰਦੇ ਆ, 4 ਸਿਆੜ ਹੈਗੇ ਆ, ਇਹ ਨਾ ਰੋਟੀ ਰਾਟੀ ਖਾਣੀ, ਸਾਨੂੰ ਕੌਣ ਪੁੱਛਦਾ ਹੀ। ਪਰ ਐਤਕੀ ਤੁਸੀਂ ਇਹ ਦੇਖੋ ਵੀ ਗੱਲ, ਚਾਹੇ ਉਹ ਪੰਜਾਬ ਦੇਸ਼ਾਂ 'ਚ ਬੈਠਾ ਸੀ ਉਹ ਵੀ ਉੱਥੇ, ਉਹ ਜਿਹੜਾ ਵੱਢਾਂ ਵਾਲਾ ਉਹ ਵੀ ਉੱਥੇ, ਜਿਹੜਾ ਦਾਤੀਆਂ ਵਾਲਾ ਉਹ ਵੀ ਉੱਥੇ, ਤੇ ਜਿਹੜਾ ਗੱਲੇ ਵਾਲਾ ਉਹ ਵੀ ਉੱਥੇ। ਹੁਣ ਇੰਨੀ ਤਰ੍ਹਾਂ ਦਾ ਪੰਜਾਬ ਜਦੋਂ ਇਕੱਠਾ ਹੋ ਗਿਆ, ਤੇ ਮੈਂ ਤਾਂ ਹੀ ਕਹਿੰਦਾ ਵੀ ਉਹ ਜਿਹੜੀ ਏਕਤਾ ਆ ਨਾ, ਉਹ ਜਿਹੜਾ ਏਕਾ, ਹੁਣ ਹੋ ਸਕਦਾ ਵੀ ਆ ਜਦੋਂ 1 ਸਾਲ ਹੋਵੇ ਤੇ ਆਪਾਂ ਨੂੰ ਇਹੋ ਜਾਪਦਾ ਵੀ ਜਿੱਦਾਂ ਸਾਰਾ ਕੁਝ ਸਹੀ ਹੋ ਗਿਆ, ਇਹ ਇੱਧਰੋਂ ਸਹੀ ਹੋਇਆ ਜੀ। ਦੂਸਰੇ ਪਾਸੇ ਕਈਆਂ ਨੂੰ ਫਾਰਾ ਬੜਾ ਇਸ ਚੀਜ਼ ਦਾ ਵੀ ਉਹ ਤੇਰਾ ਭਲਾ ਯਾਰ ਇਹਨਾਂ ਦੁਖੀ ਬੜਾ ਕੀਤਾ। ਇੱਕ ਹੁੰਦਾ ਨਾ ਵੀ ਇਹਦਾ, ਮੈਨੂੰ ਪਤਾ ਵੀ ਕਿੰਨਿਆਂ ਨੂੰ ਪਤਾ ਕਿ ਹੁੰਦਾ ਨਾ ਵੀ ਉਹ ਯਾਰ ਮੱਝ ਨੂੰ ਕੀ ਆ, ਕਹਿੰਦਾ ਮੱਝ ਨੂੰ ਫਾਰਾ ਪੈ ਗਿਆ, ਡਾਕਟਰ ਲਿਆਓ, ਡਾਕਟਰ ਐ ਲੱਭ ਕੇ ਜੇ ਸੂਈ ਮਾਰਦਾ ਵੀ ਇੱਥੇ ਹੀ ਨੁਕਸ ਹੈ ਨਾ। ਉਹ ਜਿਹੜਾ ਨੁਕਸ ਮੇਰੇ ਖਿਆਲ ਨਾਲ ਫਾਰੇ ਵਾਲਾ ਨਾ, ਉਹ ਕਈਆਂ ਨੂੰ ਹੈਗਾ, ਐਂਡ ਆਉਣ ਵਾਲੇ ਟਾਈਮ 'ਚ ਹੋਰ ਹੋ, ਕਿਉਂਕਿ ਦੇਖੋ ਕਾਰਨ ਆ ਵੀ ਇਸ ਤੋਂ ਪਹਿਲਾਂ ਕਈਆਂ ਦੀ ਰੋਟੀ ਚੱਲਦੀ ਸੀ ਵੀ ਆ ਭਾਈ ਸਾਹਿਬ ਤੂੰ ਫਲਾਣੇ ਦਾ ਸਿਰ ਪਾੜਨਾ, ਤੂੰ ਫਲਾਣੇ ਤੇ ਕੇਸ ਕਰਨਾ, ਇਹਨੂੰ ਇੱਧਰ ਰੱਖ ਕੇ ਇਹਦੇ 'ਚੋਂ ਆਪਾਂ ਨੂੰ 4 ਮਿਲਦੇ ਆ। ਉਹ ਜਿਹੜੇ ਬੰਦੇ ਨੇ ਉਹਨਾਂ ਨੇ ਦੁਬਾਰਾ ਉਸ ਚੀਜ਼ ਨੂੰ ਉੱਥੇ ਲਿਆਉਣ ਦੀ ਕੋਸ਼ਿਸ਼ ਕਰਨੀ ਆ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਏਕਤਾ ਬਣੀ ਆ, ਇਸ ਸਗੋਂ ਜਿਹੜਾ ਮੁੱਠਾ ਬਣ ਗਿਆ ਇਸ ਵੇਲੇ, ਇਹਨੂੰ ਹੋਰ ਐ ਪੀਡਾ ਰੱਖਿਆ ਜਾਵੇ। ਤੇ ਜਦੋਂ ਅਗਲੇ ਨੂੰ ਲੱਗੇ ਨਾ ਵੀ ਹਾਂ ਵੀਰ ਮੇਰਾ ਹੁਣ ਉਹ ਯਾਰ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ, ਕੋਈ ਹੋਰ ਦੁਕਾਨ ਕਰਕੇ ਸਾਰ ਲਓ, ਹੁਣ ਪਹਿਲਾਂ ਨਹੀਂ ਜੇ ਕੰਮ ਚੱਲਦੇ ਵੀ ਉਹ ਸੌਦਾ ਨਹੀਂ ਵਿਕਣਾ, ਉਹ ਨਹੀਂ ਜੇ ਵਿਕਣਾ ਹੈ ਨਾ। ਸੋ ਮੈਨੂੰ ਲੱਗਦਾ ਵੀ ਇਹ ਚੀਜ਼ ਜੇ ਬਣੀ ਰਹੇ ਨਾ ਤੇ ਪੰਜਾਬ ਜ਼ਿਆਦਾ ਨਹੀਂ, ਤੇ ਮੈਨੂੰ ਲੱਗਦਾ 2-4 ਸਾਲਾਂ ਦੀ ਗੇਮ ਆ, ਦੁਬਾਰਾ ਉੱਥੇ ਆ ਜਾਣਾ।
ਸੰਧਾਲੀਆ ਸਾਹਿਬ ਇੱਥੇ ਨਾ ਇੱਕ ਜਿਹੜੀ ਚੇਤੇ ਰੱਖਣ ਵਾਲੀ ਗੱਲ ਹੈ, ਆਖਿਆ ਜੀ ਰਾਜੇਵਾਲ ਸਾਹਿਬ ਨੇ ਮੁੱਖ ਮੰਤਰੀ ਬਣਨਾ ਹੀ। ਇੱਕ ਚਰਚਾ ਚੱਲਦੀ ਸੋਸ਼ਲ ਮੀਡੀਆ ਦੇ ਉੱਤੇ, ਇਹ ਤਾਂ ਸਾਰੇ ਟਿਕਟਾਂ ਨੂੰ ਭੱਜੇ ਫਿਰਦੇ ਆ, ਇਹ ਤਾਂ ਕਿਸਾਨ ਮਜ਼ਦੂਰ ਮਹਾਪੰਚਾਇਤਾਂ ਤਾਂ ਕਰਾਉਂਦੇ ਆ, ਇਹ ਤਾਂ ਫੰਡ ਖਾਂਦੇ ਆ, ਇਹ ਤਾਂ ਦਿੱਲੀ ਨੂੰ ਤਾਂ ਨਹੀਂ ਅੱਗੇ ਨੂੰ ਵੜਦੇ ਕਿਉਂਕਿ ਇਹ ਮੋਰਚੇ ਨੂੰ ਚੱਲਦਾ ਰੱਖਣਾ ਚਾਹੁੰਦੇ, ਇਹਨਾਂ ਨੂੰ 4 ਰੁਪਈਏ ਬਣਦੇ ਆ। ਚੜੂਨੀ ਸਾਹਿਬ ਅੱਡ ਹੋ ਗਿਆ ਜੀ, ਸੁਰਜੀਤ ਫੂਲ ਅੱਡ ਹੋ ਗਿਆ ਜੀ, ਟਕੈਤ ਨੇ ਆਹ ਬਿਆਨ ਦਿੱਤਾ ਜੀ, ਉਹਨੇ ਤਾਂ ਇਕੱਲੇ ਨੇ ਦਿੱਲੀ ਵੜ ਜਾਣਾ ਜੀ, ਟਕੈਤ ਹੋਰੀ ਤਾਂ ਉਹਨੂੰ ਚਲੇ ਗਿਆ ਜੀ, ਯੋਗੇਂਦਰ ਯਾਦਵ ਤਾਂ ਐਂ ਕਰਦਾ ਜੀ, ਕੱਕਾ ਸਾਹਿਬ ਤਾਂ ਐਂ ਕਰ, ਜਾਣੀ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਕੁਛ ਚੱਲਿਆ। 14 ਜਥੇਬੰਦੀਆਂ ਇੱਕ ਪਾਸੇ ਹੋ ਗਈਆਂ ਜੀ, 16 ਇੱਕ ਪਾਸੇ ਹੋ, ਜਾਣੀ ਇੰਨੀ ਵਾਰੀ ਭਾਰਤ ਦੇ ਲੋਕਾਂ ਨੂੰ ਜਾਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ 'ਚ ਫੁੱਟ ਪੈ ਗਈ, ਪੱਲੇ ਇਹਨਾਂ ਦੇ ਕੱਖ ਨਹੀਂ, 2-4 ਦਿਨਾਂ ਦੀ ਖੇਡ ਹੈ। ਇਦਾਂ ਹੀ MSP ਦੇ ਮੁੱਦੇ ਤੇ ਜਦੋਂ ਕਮੇਟੀ ਬਣ ਗਈ, ਇਦਾਂ ਦੀਆਂ ਅਫਵਾਹਾਂ ਹੋਣੀਆਂ। ਇਦਾਂ ਹੀ ਜੇ 3 ਖੇਤੀਬਾੜੀ ਕਾਨੂੰਨ ਜਦੋਂ ਰੱਦ ਹੋ ਗਿਆ 10-15 ਦਿਨਾਂ 'ਚ, ਇਦਾਂ ਹੀ ਫਿਰ ਹੁਣ ਜੀ ਆਹ 10 ਜਥੇਬੰਦੀਆਂ ਹੁਣ ਇਲੈਕਸ਼ਨ ਲੜਨਗੀਆਂ, ਆਹ 10 ਜਥੇਬੰਦੀਆਂ ਤਾਂ ਫਲਾਣੀ ਪਾਰਟੀ ਨਾਲ ਰਲ ਗਈਆਂ, ਆਹ ਦੇਖੋ ਜੀ ਇਹਨਾਂ ਦੀ ਫੋਟੋ ਨਿਕਲ ਕੇ ਬਾਹਰ ਆ ਗਈ। ਇੱਕਦਮ ਯਕੀਨ ਨਾ ਕਰਿਓ, ਬਿਲਕੁਲ ਨਾ ਕਰਿਓ। ਅਜੇ 2-4 ਦਿਨ ਸਿਆਸਤ ਦੀ ਗੱਲ ਵੀ ਨਾ ਕਰਿਓ, ਕਿਉਂਕਿ ਅਜੇ ਪ੍ਰਧਾਨ ਮੰਤਰੀ ਸਾਹਿਬ ਦੇ ਮੁਖਾਰ ਬਿੰਦ ਤੋਂ ਸ਼ਬਦ ਨਿਕਲੇ ਨੇ, ਅਜੇ ਉਹਨਾਂ ਸ਼ਬਦਾਂ ਨੇ ਕਾਗਜ਼ ਪੱਤਰ ਦਾ ਰੂਪ ਲੈਣਾ ਹੈ, ਬਾਕੀ ਸਾਰੀਆਂ ਗੱਲਾਂ ਬਾਅਦੀਆਂ ਨੇ। ਇਹ ਨਾਲੇ ਗੱਲ ਪਤਾ ਕੀ ਆ, ਮੈਨੂੰ ਲੱਗਦਾ ਵੀ ਜ਼ਿੰਮੇਵਾਰੀ ਜੇ ਹਰੇਕ ਬੰਦਾ ਆਪਣੀ ਲੈ ਲਵੇ ਨਾ, ਕਿਸੇ ਦੀ ਵੀ ਨਾ ਲਵੇ। ਮੰਨ ਲਓ ਬਾੜ ਸਾਹਿਬ ਤੁਸੀਂ ਆਪਣੀ ਲੈ ਲਓ, ਮੈਂ ਆਪਣੀ ਜ਼ਿੰਮੇਵਾਰੀ ਲੈ ਲਾਂ, ਬੜਾ ਮਸਲਾ ਹੱਲ ਹੋ ਜਾਂਦਾ। ਮੈਂ ਲਈ $5 ਜ਼ਿੰਮੇਵਾਰੀ, ਇਹ ਦਿੱਤੀ ਹੈ ਤਾਂ ਹੀ ਲਈ ਹੈ ਨਾ। ਅੱਛਾ, ਇੱਕ ਗੱਲ ਹੋਰ ਵੀ ਜਿੱਦਾਂ ਕੋਈ ਮਸਲਾ ਹੁੰਦਾ ਨਾ, ਬੰਦਾ ਐ ਗਦੇਲੇ ਤੇ ਪਿਆ ਹੁੰਦਾ, ਜੇ ਮੰਨ ਲਓ ਠੰਡ ਹੈ ਤੇ ਹੀਟ ਲੱਗੀ ਹੈ, ਜੇ ਗਰਮੀ ਹੈ ਤੇ AC ਚੱਲਦਾ, ਉਦੋਂ ਬਾਅਦ ਐ ਮਹਿੰਗੇ ਜੇ ਫੋਨ ਦੇ ਉੱਪਰ ਉਂਗਲਾਂ ਜਿਹੀਆਂ ਮਾਰ ਐ, ਜਦੋਂ ਛਕਾ ਕੇ ਸੌਣ ਵਾਲਾ ਟਾਈਮ ਹੈ ਨਾ, ਜਦੋਂ ਪਹਿਲਾਂ ਹੁਣ ਬੱਤੀ ਬੁਝਾਉਣੀ ਹੈ, ਉਦੋਂ ਐ ਫਰੋਲਦਿਆਂ ਫਿਰ ਜੀ ਕਰਦਾ ਵੀ ਮੈਂ ਹੁਣ ਕੁਛ ਲਿਖਾਂ, ਵੀ ਮੈਂ ਵੀ ਸਿਆਣਾ ਹੈਗਾ ਦੁਨੀਆ ਦੇ ਬੈਠਾ ਯਾਰ, ਕੋਈ ਮੇਰੀ ਵੀ ਸੁਣ ਲਓ। ਉਹ ਵਾਲੇ ਜਿਹੜੇ ਮੇਰੇ ਖਿਆਲ ਨਾਲ ਜਦੋਂ ਆਪਾਂ ਸ਼ਬਦ ਲਿਖਦੇ ਨੇ ਨਾ, ਉਦੋਂ ਬਾਅਦ ਆਪਾਂ ਹੀ ਭੁੱਲ ਜਾਂਦੇ ਹਾਂ ਵੀ ਯਾਰ ਇਹਦਾ ਕੋਈ ਅਸਰ ਕਿਤੇ ਹੋਊਗਾ ਤਾਂ ਨਹੀਂ ਜੀ। ਆਪਾਂ ਪਿਛਲੇ ਦਿਨਾਂ 'ਚ ਦੇਖਿਆ ਹੀ ਆ ਵੀ ਕਈ ਇਹੋ ਜਿਹੇ ਟਵੀਟ, ਕਈ ਇਹੋ ਜਿਹੇ ਬਿਆਨ ਉਦੋਂ ਬਾਅਦ ਕਿੱਧਰ ਤੱਕ ਖਿਲਾਰੇ ਪਾ ਦਿੰਦੇ। ਸੋ ਮੈਨੂੰ ਲੱਗਦਾ ਵੀ ਇਹ ਜ਼ਰੂਰ ਆਪਣੀ ਬੰਦਾ ਜਦੋਂ ਬੰਦੇ ਨੂੰ ਲੱਗਦਾ ਨਾ ਬਹੁਤ ਹੀ ਖਾਰਸ਼ ਆ ਵੀ ਮੈਂ ਲਿਖਣਾ ਹੀ, ਵੈਸੇ ਕਿਸੇ ਨੂੰ ਫੋਨ ਕਰਕੇ ਕਹਿ ਦਿਓ ਵੀ ਯਾਰ ਮੇਰਾ ਫਲਾਨੀ ਗੱਲ ਕਰਨ ਨੂੰ ਦਿਲ ਕਰਦੇ, ਘੱਟੋ ਘੱਟ ਸੋਸ਼ਲ ਮੀਡੀਆ 'ਤੇ ਨਾ ਪਾਇਆ ਕਰੀਏ, ਕਿਉਂਕਿ ਉਹ ਪਤਾ ਨਹੀਂ ਗੱਲ ਕਿੱਥੋਂ ਤੁਰੀ ਕਿੱਥੇ ਜਾ ਪਹੁੰਚੀ। ਇੱਕ ਨੇ ਉਹਦੇ ਵੀ ਗੱਲ ਕਹਿੰਦੀ ਵੀ ਤੂੰ ਮੈਨੂੰ ਮੂੰਹੋਂ ਕੱਢ ਦੇ ਮੈਂ ਪਿੰਡੋਂ ਕਢਾਉਣੀ, ਉਹ ਗੱਲ ਮੂੰਹੋਂ ਕੱਢਣ ਵਾਲੇ ਤੇ ਲੱਭਦੇ ਨਹੀਂ, ਪਰ ਉਹ ਪਿੰਡੋਂ ਕਈਆਂ ਨੂੰ ਕਢਾਉਣ ਦੀ ਬਾਤ। ਉਹ ਮੰਜਾ ਚੱਕ ਕੇ ਪਹਿਲੇ ਤੁਰੇ ਫਿਰਦੇ, ਬਿਠਾਓ ਇਹਨੂੰ ਇੱਥੇ ਕਰੀ ਰੱਖ ਕੇ ਆਈਏ ਬਾਹਰ, ਹੈ ਨਾ। ਨਹੀਂ ਜ਼ਰੂਰੀ ਹੈ। ਤੇ ਸੰਧਾਲੀਆ ਸਾਹਿਬ ਇੱਕ ਮੈਨੂੰ ਹੋਰ ਚੇਤੇ ਆਉਂਦਾ ਸੀ, ਪੀਪਲ ਵਿਪ। ਜਦੋਂ ਕਿਸਾਨ ਸੰਸਦ ਸ਼ੁਰੂ ਹੋਣੀ ਸੀ ਕਿ ਅੰਦਰ ਪਾਰਲੀਮੈਂਟ ਦਾ ਸੈਸ਼ਨ ਚੱਲਣਾ ਤੇ ਬਾਹਰਲੇ ਪਾਸੇ ਕਿਸਾਨ ਕਹਿੰਦੇ ਅਸੀਂ ਪਾਰਲੀਮੈਂਟ ਲਾਉਣੀ ਹੈ, ਪਹਿਲੀ ਵਾਰੀ ਭਾਰਤ ਦੇ ਇਤਿਹਾਸ ਦੇ ਵਿੱਚ ਸ਼ਬਦ ਆਇਆ ਪੀਪਲ ਵਿਪ। ਰਾਜਨੀਤਿਕ ਪਾਰਟੀਆਂ ਵਿਪ ਜਾਰੀ ਕਰਦੀਆਂ ਹੁੰਦੀਆਂ ਕਿ ਸਾਡੇ ਸਾਰੇ MLA ਵਿਧਾਨ ਸਭਾ 'ਚ ਹਾਜ਼ਰ ਰਹਿਣ, ਹੱਕ 'ਚ ਜਾਂ ਵਿਰੋਧ 'ਚ ਵੋਟ ਪਾਉਣ, ਸਾਡੀ ਪਾਰਟੀ ਦੇ ਸਾਰੇ MP ਲੋਕ ਸਭਾ 'ਚ ਰਾਜ ਸਭਾ 'ਚ ਹਾਜ਼ਰ ਰਹਿਣ। ਪਹਿਲੀ ਵਾਰੀ ਕਿਸਾਨ ਜਥੇਬੰਦੀਆਂ ਨੇ ਪੀਪਲ ਵਿਪ ਜਾਰੀ ਕੀਤਾ ਕਿ ਵਿਰੋਧੀ ਪਾਰਟੀਆਂ ਦਾ ਕੋਈ ਵੀ MP ਪਾਰਲੀਮੈਂਟ ਤੋਂ ਗੈਰ ਹਾਜ਼ਰ ਨਾ ਰਹੇ ਤੇ ਵਿਰੋਧੀ ਪਾਰਟੀ ਦਾ ਕੋਈ ਵੀ MP ਖੇਤੀਬਾੜੀ ਦੇ ਮੁੱਦੇ ਤੋਂ ਪਹਿਲਾਂ ਕੋਈ ਹੋਰ ਗੱਲ ਨਾ ਕਰੇ। ਪਹਿਲੀ ਵਾਰੀ ਇੰਨੀ ਭਰਮੀ ਹਾਜ਼ਰੀ ਹੋਈ। ਜੇ ਕਿਸੇ ਨੇ ਇੱਕ ਅੱਧੀ ਵਾਰੀ ਪ੍ਰਧਾਨਗੀ ਸਾਂਭਣ ਦੇ ਲਈ ਜਾਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੇ ਲਈ ਆਏ ਸੀ 2-3 ਪਾਰਟੀਆਂ ਦੇ ਬੰਦੇ, ਉਹਨਾਂ ਨੇ ਜੇ ਕੀਤਾ ਤਾਂ ਤੈਅ ਫਿਰ ਕਿਸਾਨਾਂ ਨੇ ਉਹ ਲਾਈ। ਫਿਰ ਪਤਾ ਕਹਦੇ ਅਸੀਂ ਆਉਣਾ ਹੀ ਕਿਸਾਨ ਪਾਰਲੀਮੈਂਟ ਦੇ ਵਿੱਚ ਤੁਹਾਡੇ 200 ਬੰਦੇ, ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਪਬਲਿਕ ਗੈਲਰੀ ਮਾੜੀ ਜਿਹੀ ਪਿੱਛੇ ਕਰਕੇ ਬਣਾਈ ਹੈ। ਰਾਹੁਲ ਗਾਂਧੀ ਸਮੇਤ, ਕਾਮਰੇਡਾਂ ਸਮੇਤ, ਆਮ ਆਦਮੀ ਪਾਰਟੀ ਦੇ ਲੀਡਰਾਂ, ਬੜੀਆਂ ਪਾਰਟੀਆਂ ਦੇ MP ਉੱਥੇ ਖੜ ਕੇ ਗੱਲ ਸੁਣਦੇ ਸੀ। ਜਾਣੀ ਆਮ ਲੋਕਾਂ ਦਾ ਜਿਹੜਾ ਜਿੰਦਰਾ ਹੈ ਨਾ, ਉਹ ਏਡਾ ਵੱਡਾ, ਪਰ ਉਹ ਵੱਡਾ ਤਾਂ ਆ ਜੇ ਤੁਸੀਂ ਇਕੱਠੇ ਹੋ। ਫਿਰ ਲੀਡਰ ਤੁਹਾਡੇ ਮੋਰੇ ਭੱਜੇ ਫਿਰਨਗੇ ਕਿ ਭਾਈ ਇਹ ਵਾਰੀ ਦੱਸੋ ਇਹ ਸਕੂਲੇ ਮਾਸਟਰ ਲਾਉਣਾ ਹੈ ਕਿ ਹਸਪਤਾਲ ਡਾਕਟਰ ਲਾਉਣਾ ਹੈ। ਉਹ ਫਿਰ ਇਹ ਨਹੀਂ ਕਹਿਣਗੇ ਕਿ ਪਰਚੇ 'ਚ ਨਾ ਪਵਾਉਣਾ ਕਿ ਪਰਚੇ 'ਚ ਨਾ ਕਢਾਉਣਾ। ਨਹੀਂ, ਇਹ ਬੜਾ ਫਰਕ ਆ। ਸੋ ਇਹ ਜਿਹੜਾ ਫਰਕ ਆ ਇਹ ਜੇ ਇੱਥੋਂ ਤੱਕ ਪਿਆ ਤੇ ਅਸੀਂ ਵਾਰ-ਵਾਰ ਆਪ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਆਹ ਜਿੱਥੇ 1 ਸਾਲ ਕੱਢ ਲਿਆ ਨਾ, ਆਹ ਹੁਣ 10-15 ਦਿਨ ਜਿਹੜੇ ਹੋਰ ਜ਼ਿਆਦਾ ਜ਼ਿੰਮੇਵਾਰ ਹੋ ਕੇ ਨਿਕਲਣਦੇ ਆ ਤੇ ਉਹ ਜਿੱਥੇ ਵੀ ਹੈਗੇ ਆ ਉੱਥੇ ਆਪਾਂ ਨੂੰ ਇਹ ਲੱਗੇ ਵੀ ਯਾਰ ਕੋਈ ਮੈਂ ਇਹੋ ਜਿਹਾ ਕੰਮ ਤਾਂ ਨਹੀਂ ਕਰਨ ਲੱਗਿਆ ਜਾਂ ਕੁਛ ਇਹੋ ਜਿਹਾ ਕਹਿ ਤਾਂ ਨਹੀਂ ਦੇਣ ਲੱਗਿਆ ਵੀ ਜਿਹਦੇ ਨਾਲ ਨੁਕਸਾਨ ਹੋ ਸਕਦਾ। ਜੇ ਭੂਰਾ ਵੀ ਜਾਪੇ ਤੇ ਬੰਦਾ ਆਪਣੇ ਆਪ ਦੀ ਬ੍ਰੇਕ ਲਾ ਦੇ ਉਸੇ ਵੇਲੇ ਵੀ ਮੈਂ ਇਹ ਕੰਮ ਨਹੀਂ ਕਰਨਾ। ਜਦੋਂ ਮਨ ਚ ਆਉਂਦੀ ਆ ਕਹਾਂ ਕਿ ਨਹੀਂ ਕਹਿਣਾ, ਆ ਲਿਖਾਂ ਕਿ ਨਾ ਲਿਖਾਂ, ਨਹੀਂ ਲਿਖਣਾ। ਤੇ ਸੰਧਾਲੀਆ ਸਾਹਿਬ 2 ਬੇਨਤੀਆਂ ਆਪਾਂ ਹਮੇਸ਼ਾ ਕੀਤੀਆਂ ਸਾਲ 1 ਤੋਂ। ਇੱਕ ਭਾਈ ਸ਼ਾਂਤੀ ਨਾਲ ਰਹਿਣਾ, ਤੇ ਕਈ ਵਾਰੀ ਮੂਹਰੇ ਕਹਿੰਦੇ ਤੇ ਹੁਣ ਡਾਂਗਾ ਖਾਈਏ, ਆਰਾਮ ਨਾਲ ਕਹੋ। ਹਾਂ ਵੀ ਆਰਾਮ ਨਾਲ ਸ਼ਾਂਤੀ ਨਾਲ ਰਹਿਣਾ। ਹਾਂ ਠੀਕ ਹੈ ਜੀ, ਆਰਾਮ ਅਤੇ ਸ਼ਾਂਤੀ ਨਾਲ ਰਹਿਣਾ। ਠੀਕ ਹੈ ਜੀ। ਦੂਸਰੀ ਗੱਲ ਆਪਾਂ ਇਹ ਕਹਿੰਦੇ ਸੀ ਕਿ ਭਾਸ਼ਾ ਬੜੀ ਵਧੀਆ ਵਰਤਿਓ। ਹੁਣ ਵੀ ਉਹੀ, ਹੁਣ ਕਿਤੇ ਇਹ ਨਾ ਕਹਿ ਦਿਓ ਕਿ ਭਾਈ ਪਿੰਡ ਦੇ ਵਿੱਚ ਹੀ ਕਹਿ ਰਹੇ ਬੰਦਾ ਕੋਈ ਸਿਆਸੀ ਪਾਰਟੀ ਨਾਲ ਹੁੰਦਾ, ਕਿਉਂ ਅੜ ਭੰਨੀ ਕਿ ਨਹੀਂ ਭੰਨੀ ਤੇਰੀ, ਇਦਾਂ ਨਹੀਂ ਕਹਿਣਾ। ਉਹਨੂੰ ਕਹਿਣਾ ਕਿ ਭਾ ਕੋਈ ਗੱਲ ਨਹੀਂ, ਜੋ ਤੂੰ ਪਹਿਲਾਂ ਕਰਦਾ ਸੀ ਹੁਣ ਆਪਾਂ ਐਂ ਕਰਨਾ ਹੀ, ਆਪਾਂ ਇਕੱਠੇ ਹੋ ਕੇ ਰਹਿਣਾ।
ਨਫ਼ਰਤ ਨਹੀਂ ਫੈਲਾਉਣੀ, ਧੜੇ ਨਹੀਂ ਬਣਾਉਣੇ, ਬੇਲੋੜਾ ਬੋਝ ਨਹੀਂ ਸਿਰ ਤੇ ਚੱਕੀ ਫਿਰਨਾ, ਕਿਉਂਕਿ ਪੰਜਾਬ ਦੀ ਧਰਤੀ ਦਾ ਪਾਣੀ ਥੱਲੇ ਹੈ। ਅਸੀਂ ਅਜੇ ਫਸਲੀ ਵਿਭਿੰਨਤਾ ਲਿਆਉਣੀ ਹੈ। ਸਾਡੀਆਂ ਫਸਲਾਂ 'ਚ ਜ਼ਹਿਰਾਂ ਨੇ, ਨਿੱਕੇ ਨਿਆਣਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਠਮਾਰੀਆਂ ਲੱਗੀਆਂ, ਉਹਦੇ ਵਿੱਚੋਂ ਅਸੀਂ ਬਾਹਰ ਜਾਣਾ ਹੈ। ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਕਿੱਦਾਂ ਮਜ਼ਬੂਤ ਕਰਨਾ, ਉਹ ਸਾਡੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ। ਸਕੂਲਾਂ ਸਾਡਿਆਂ 'ਚ ਮਾਸਟਰ ਇੱਕ ਇੱਕ ਜਾਂ ਦੋ ਦੋ ਆ, ਨਿਆਣੇ ਸਾਡੇ ਬੇਰੁਜ਼ਗਾਰ ਤੁਰੇ ਫਿਰਦੇ ਆ, ਅਸਾਮੀਆਂ ਅਜੇ ਖਾਲੀ ਨੇ। ਅਸੀਂ ਉਹ ਸਾਰਾ ਕੁਝ ਦਰੁਸਤ ਕਰਨਾ ਹੈ। ਤੇ ਉਹ ਕਿੱਦਾਂ ਹੋਣਾ? ਕਰਜ਼ਾਈ ਹੋਏ ਪਏ ਕਿਸਾਨ ਵੀ ਤੇ ਮਜ਼ਦੂਰ ਵੀ, ਉਹਨਾਂ ਨੂੰ ਕਰਜ਼ੇ ਦੀ ਚੁੰਗਲ ਦੇ ਵਿੱਚੋਂ ਕਿੱਦਾਂ ਕੱਢਣਾ ਹੈ? ਕੀ ਸਾਨੂੰ ਥੋੜ੍ਹਾ ਜਿਹਾ ਖਰਚੇ ਘਟਾਉਣੇ ਪੈਣਗੇ? ਇੱਕ ਬੇਨਤੀ ਜ਼ਰੂਰ ਹੈ ਕਿ ਜਦੋਂ ਪਿੰਡ ਨੂੰ ਜਾਓ, ਜਦੋਂ ਅੰਦੋਲਨ ਜਿੱਤ ਹੋ ਗਿਆ, ਆਪੋ ਆਪਣੇ ਪਿੰਡ ਦਾ ਫੰਡ ਕ੍ਰੀਏਟ ਕਰਿਓ। ਇੱਕ ਸਾਰੇ ਜਣੇ ਪਿੰਡ ਦੇ 5-7 ਨਿਆਣੇ ਹੁੰਦੇ ਜਿਹੜੇ ਪੜਾਉਣ ਵਾਲੇ ਹੁੰਦੇ ਆ, ਉਹ ਫੀਸ ਕੋਲੋਂ ਨਾ ਤੁਹਾਡੇ ਪਿੰਡ ਦਾ ਕੋਈ ਬੱਚਾ ਰਹੇ। ਕੋਈ ਆਰਥਿਕ ਤੌਰ ਤੇ ਕਮਜ਼ੋਰ ਬਿਮਾਰ ਪੈ ਗਿਆ, ਉਹਨੂੰ ਦਵਾਈ ਦੇ ਲਈ ਕਰਜ਼ਾ ਨਾ ਲੈਣਾ ਪਵੇ, ਅੱਗੇ ਹੋਵੋ। ਤੇ ਜੇ ਇਦਾਂ ਵੀ ਹੁੰਦਾ ਕਿ ਨਿਆਣੇ ਨੂੰ ਪੜਾਉਣ ਦੇ ਲਈ 2-4 ਘੰਟੇ ਲਈ ਕੋਈ ਮਾਸਟਰ ਰੱਖਣੇ ਪੈਂਦੇ ਆ, ਦਿਓ ਪੈਸੇ। ਜੇ ਸਾਡੇ ਨਿਆਣੇ ਪੜ ਗਏ, ਉਹ ਕਾਨੂੰਨ ਪੜ ਜਾਣਗੇ। ਜੇ ਉਹ ਕਾਨੂੰਨ ਪੜ ਗਏ, ਫਿਰ ਅਗਲੇ ਪਾਸੇ ਨੂੰ ਤੁਰ ਜਾਣਗੇ। ਫਿਰ ਸਾਲ ਨਹੀਂ ਬੈਠਣਾ ਪਊਗਾ। ਫਿਰ ਉਹਨਾਂ ਦਾ ਇੱਕ ਟਵੀਟ ਸਾਰੀ ਦੁਨੀਆ ਦੇ ਵਿੱਚ ਧੁੰਮਾ ਪਾ ਜਾਊਗਾ। ਐਵੇਂ ਨਹੀਂ ਸੰਧਾਲੀਆ ਸਾਹਿਬ ਐਤਕੀ ਦੇ ਕਿਸਾਨ ਅੰਦੋਲਨ ਤੇ ਨੌਮ ਚਮਸਕੀ ਹੋਰਾਂ ਨੇ ਟਿੱਪਣੀਆਂ ਕੀਤੀਆਂ ਸੀ ਕਿ ਭਾਰਤ ਦੇ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਹਨੇਰੇ 'ਚ ਚਾਨਣ ਵਰਗਾ ਅੰਦੋਲਨ ਹੈ, ਤੇ ਜਿਹਦਾ ਚਾਨਣ ਸਾਰੀ ਦੁਨੀਆ 'ਚ ਹੋਏਗਾ। ਕਿੱਡਾ ਵੱਡਾ ਬੰਦਾ ਹੈ ਜਿਹਨੇ ਏਡੀ ਵੱਡੀ ਟਿੱਪਣੀ ਕੀਤੀ ਸੀ। ਤੇ ਜਦੋਂ ਤੁਹਾਡਾ ਸਰਮਾਇਆ ਏਡਾ ਵੱਡਾ, ਉਹਨੂੰ ਸਾਂਭ ਕੇ ਜ਼ਰੂਰ ਰੱਖਿਓ। ਨਹੀਂ ਬਿਲਕੁਲ ਰੱਖੀਏ। ਇੱਕ ਬੇਨਤੀ ਮੈਂ ਜ਼ਰੂਰ ਕਰਾਂ, ਆਪਾਂ ਨੇ ਇਹਨੂੰ ਦੇਸੀ ਉਦਾਹਰਨ ਦਿੰਦਾ। ਹਾਲਾਤ ਇਹ ਆ ਵੀ ਜੇ ਮੰਨ ਲਓ ਵੀ ਆਪਾਂ ਇਸ ਤੋਂ ਠੀਕ 1.25 ਸਾਲ ਪਿੱਛੇ ਚਲੇ ਜਾਈਏ, ਜਦੋਂ ਅਜੇ ਖੇਤੀ ਕਾਨੂੰਨਾਂ ਦਾ ਕੋਈ ਰੌਲਾ ਨਹੀਂ ਸੀਗਾ, 1.25 ਸਾਲ ਤੋਂ ਵੀ ਜ਼ਿਆਦਾ ਹੀ ਪਿੱਛੇ ਜਾਣਾ ਪੈਣਾ। ਜੇ ਆਪਾਂ ਆਰਡੀਨੈਂਸ ਵੀ ਚੱਲੀਏ 2 ਸਾਲ ਪਿੱਛੇ ਜਾ ਵੜਦੇ, ਉਦੋਂ ਖੇਤੀ ਕਾਨੂੰਨ ਜੇ ਨਹੀਂ ਸੀ ਤੇ ਇਹ ਥੋੜਾ ਵੀ ਖੇਤੀ ਬੜੀ ਵਧੀਆ ਸੀ ਵੀ ਨਜ਼ਾਰੇ ਲੈਨੇ ਹਾਂ ਭਾਈ ਸਾਹਿਬ, ਓਏ ਹੋਏ ਹੋਏ ਗੁਰੂਆ, ਅਸੀਂ 5 ਦਾਣੇ ਸੁੱਟਣੇ, ਉਦੋਂ ਬਾਅਦ ਸੋਨਾ ਹੀ ਨਿਕਲ ਆਉਣਾ ਵਿੱਚੋਂ ਜ਼ਮੀਨ 'ਚ। ਇਦਾਂ ਤਾਂ ਹੁੰਦਾ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਆਲਰੇਡੀ ਇੱਕ ਸਹਿਕ ਦੀ ਮਰ ਰਹੀ ਖੇਤੀ ਦੇ ਵਿੱਚ ਆਪਣੇ ਆਪ ਦਾ ਮਾੜਾ ਮੋੜ ਗੁਜ਼ਾਰਾ ਜਾਂ ਕਰਦੇ ਲੋਕਾਂ ਨੂੰ ਜਦੋਂ ਲੱਗਿਆ ਵੀ ਲੈ ਬਿਲਕੁਲ ਹੀ ਗਿਆ ਹੀ ਸਾਰਾ ਕੁਝ, ਉਦੋਂ ਭੱਜੇ। ਜੀ ਹੁਣ ਵੀ ਉਹ ਜਿਹੜੀ ਖੇਤੀ ਉਹ ਤੇ ਉਦਾਂ ਹੀ ਸੀਗੀ, ਕਿਉਂਕਿ ਉਹਦੇ ਲਈ ਤਬਦੀਲੀ ਹੋਈ ਕਿਉਂ ਨਹੀਂ? ਉਹ ਜਿਹੜੀ ਆਪਾਂ ਇਹ ਕਹਿ ਲਏ ਵੀ ਜਿਹੜਾ ਬਜ਼ੁਰਗ ਪੰਜਾਬ ਬਜ਼ੁਰਗ ਜਿੱਦਾਂ ਤੇ ਐਂ ਜਿੱਦਾਂ ਜਮਦੂਦ ਲੈਣ ਆਇਆ ਹੋਵੇ ਵੀ ਆ ਬਾਪੂ ਚੱਲੀਏ, ਤੇ ਫਿਰ ਜਮਦੂਦ ਦੇ ਗਿੱਟੇ ਫੜੇ ਵੀ ਨਾ ਬਾਪੂ ਨਹੀਂ ਜਾਣ ਦੇਣਾ, ਬਾਪੂ ਨਹੀਂ ਜਾਣ ਦੇਣਾ, ਬਾਪੂ ਦੇ ਢਿੱਲਾ ਹੀ ਅਜੇ। ਹੁਣ ਮੈਨੂੰ ਲੱਗਦਾ ਵੀ ਜੇ ਜਮਦੂਦ ਨੇ ਖੜਾ ਛੱਡਤਾ, ਜੇ ਉਹ ਮੰਨ ਲਓ ਖੇਤੀ ਕਾਨੂੰਨ ਜਾਂਦੇ ਲੱਗੇ, ਹੁਣ ਕਾਇਮ ਕਰੀਏ ਬਾਪੂ ਨੂੰ, ਇਹਨੂੰ ਦਵਾਈ ਬੂਟੀ ਦੇ ਕੇ ਇੱਕ ਵਾਰ ਠੀਕ ਕਰੇ ਵੀ ਇਹਨੂੰ ਨੁਕਸ ਕੀ ਆ, ਕੋਈ ਫੋੜਾ ਫੈਂਸੀ ਇੱਧਰ ਉੱਧਰ ਕੋਈ ਗਲੂਕੋਜ਼ ਦੀ ਬੋਤਲ ਬਾਦਲ ਚੜਾ ਕੇ ਵੀ ਉਹ ਜਾਣੇ ਬਾਪੂ ਉੱਠ ਕੇ ਤੁਰਨ ਵਾਲਾ ਹੋਵੇ, ਜਰਾ ਬਿਲਕੁਲ ਉਹ ਜਾਣੇ ਬਾਹਰ ਜਾਣ ਜੋਗਾ ਹੋਵੇ, ਮਾਲਸ਼ਾਂ ਮੂਲਸ਼ਾਂ ਕਰੀਏ। ਮੈਨੂੰ ਲੱਗਦਾ ਵੀ ਹੁਣ ਸਗੋਂ ਜ਼ਿਆਦਾ ਜ਼ਿੰਮੇਵਾਰੀ ਬਾਪੂ ਦੀ ਸੇਵਾ ਦੀ ਹੈ। ਨਹੀਂ ਇਦਾਂ ਹੀ ਆ ਸੰਧਾਲੀਆ ਸਾਹਿਬ, ਕੁੱਲ ਮਿਲਾ ਕੇ ਤਾਂ ਮਸਲਾ ਇੱਥੇ ਇੱਕ ਖਲੋਤਾ ਕਿ ਅਸੀਂ ਕੁਆਲੀਫਾਈ ਹੋ ਗਏ, ਸਾਨੂੰ ਆਪਣੀ ਸਮਰੱਥਾ ਦਾ ਪਤਾ ਲੱਗ ਗਿਆ ਕਿ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਅਸੀਂ ਪੜ੍ਹ ਵੀ ਸਕਦੇ ਹਾਂ, ਅਸੀਂ ਸੇਵਾ ਵੀ ਕਰ ਸਕਦੇ ਹਾਂ, ਅਸੀਂ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਸਬਰ ਦੇ ਨਾਲ ਬੈਠ ਵੀ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ ਕਿ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਸੀ ਵੰਡ ਛਕਣ ਵਾਲਾ, ਉਹ ਅਸੀਂ ਦਿੱਲੀ ਦੇ ਵਿੱਚ ਪ੍ਰਮਾਣ ਦੇ ਰੂਪ 'ਚ ਕਰਕੇ ਆਏ ਹਾਂ। ਹਰਿਆਣੇ ਵਾਲੇ, ਯੂਪੀ ਵਾਲੇ, ਰਾਜਸਥਾਨ ਵਾਲੇ, ਬੰਗਾਲ ਵਾਲੇ ਸਾਰੇ ਸਾਡੇ ਭਰਾ ਨੇ, ਇਕੱਠੇ ਹੋ ਕੇ ਚੱਲੇ ਆ ਤਾਂ ਜਿੱਤ ਹੋਈ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਕਈ ਤਰ੍ਹਾਂ ਦੇ ਕੋਡ ਸਮਾਜਿਕ ਤੌਰ ਤੇ ਖਤਮ ਕਰਨੇ ਆ, ਇੱਕ ਰਹਿਣਾ ਪਊਗਾ। ਦੂਜੇ ਦੀ ਗੱਲ ਸੁਣ ਕੇ ਜੇ ਉਹਦੀ ਗੱਲ 'ਚ ਵਜ਼ਨ ਹੈਗਾ ਤਾਂ ਮੰਨਣੀ ਪਊਗੀ, ਭਾ ਤੂੰ ਠੀਕ ਕਹਿਣਾ, ਚੱਲ ਆਪਾਂ ਇਹ ਕਰਦੇ ਹਾਂ। ਕੁਰਸੀਆਂ ਲਈ ਨਹੀਂ ਲੜਨਾ, ਤੁਹਾਨੂੰ ਲੜਾਉਣ ਵਾਲੇ ਅਗਲੇ 2-3 ਮਹੀਨੇ ਬਹੁਤ ਸਰਗਰਮ ਹੋਣੇ ਆ। ਜੇ ਤੁਸੀਂ ਉਸ ਡੰਗ ਤੋਂ ਬਚ ਗਏ ਤਾਂ ਪੰਜਾਬ 5-7 ਸਾਲਾਂ 'ਚ ਪੈਰਾਂ ਤੇ ਆ ਜਾਣਾ। ਤੇ ਇਹ ਬਹੁਤ ਵੱਡਾ। ਤੇ ਜਦੋਂ ਵੀ ਕੋਈ ਮਾੜਾ ਕੰਮ ਕਰਨ ਲੱਗੇ, ਉਹਨਾਂ 700 ਲੋਕਾਂ ਨੂੰ, ਨਵਰੀਤ ਨੂੰ, ਜਿਹੜਾ ਉੱਥੇ ਟਰੈਕਟਰ ਪਰੇਡ ਦੇ ਵਿੱਚ ਜਿਹਦੀ ਮੌਤ ਹੋਈ ਸੀ, ਉਹਦੀ ਮ੍ਰਿਤਕ ਦੇਹ ਨੂੰ ਯਾਦ ਕਰਿਓ ਕਿ ਭਾਈ ਇਹ ਅੰਦੋਲਨ ਤੁਹਾਡਾ ਇਕੱਲਿਆਂ ਦਾ ਨਹੀਂ, ਸਾਡਾ ਇਕੱਲਿਆਂ ਦਾ ਨਹੀਂ, ਇਹ 700 ਲੋਕਾਂ ਦੀ ਕੁਰਬਾਨੀਆਂ ਦੀ ਨੀਂਹ ਤੇ ਖੜਾ ਹੈ। ਇੱਕ ਮੈਂ ਜ਼ਰੂਰ ਬੇਨਤੀ ਕਰਾਂ, ਹੋ ਸਕਦਾ ਬੜਿਆਂ ਨੂੰ ਲੱਗਦਾ ਹੋਊਗਾ ਵੀ ਯਾਰ ਅਸੀਂ ਬਿਆਨ ਦਿੰਦੇ ਹਾਂ ਤੇ ਖਬਰ ਬਣਦੀ ਹੈ। ਜਦੋਂ ਪਿੱਛੇ ਜੇ ਗਾਣਾ ਵੀ ਸੀ ਵੀ ਸਾਡਾ ਕਰਕੇ ਅਖਬਾਰਾਂ ਖਬੂਰਾਂ ਵੀ ਚੱਲਦੀਆਂ, ਟੈਲੀਵਿਜ਼ਨ ਚੱਲਦੇ ਆ। ਅੱਜ ਵਾਲੇ ਪ੍ਰੋਗਰਾਮ 'ਚ ਆਪਾਂ ਕਿਸੇ ਰਾਜਨੀਤਿਕ ਲੀਡਰ ਦੀ ਗੱਲ ਨਹੀਂ ਕੀਤੀ। ਹੁਣ ਜੇ ਟੈਲੀਵਿਜ਼ਨ ਦੇ ਪ੍ਰੋਗਰਾਮ ਚੱਲ ਸਕਦੇ ਲੀਡਰਾਂ ਤੋਂ ਬਿਨਾਂ, ਤੇ ਪੰਜਾਬ ਵੀ ਚੱਲ ਸਕਦਾ, ਕੋਈ ਏਡੀ ਗੱਲ ਨਹੀਂ ਹੈਗੀ, ਵੇਲਣੇ ਜ਼ਬਾਨ ਨਹੀਂ ਆਈ, ਹੈ ਨਾ। ਸੋ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਹੁਣ ਇਸ ਵਕਤ ਪੰਜਾਬ ਨੇ ਹਾਸਲ ਕਰ ਲਈ, ਬਸ ਉਹਨੂੰ ਜੋੜ ਕੇ ਸਹੇਜ ਕੇ ਰੱਖਣ ਦੀ ਲੋੜ ਆ, ਤਾਂ ਜੋ ਹੋਰ 2-4 ਸਾਲਾਂ ਤੱਕ ਆਪਾਂ ਉਹ ਉਦਾਹਰਨ ਦਈਏ। ਹੋ ਸਕਦਾ ਵੀ ਬਾਹਰਲੇ ਲੋਕ ਵੀ ਵੇਖਣ ਵੀ ਯਾਰ ਉੱਥੇ ਇੱਕ ਖਿੱਤਾ ਸੀ, ਉਸ ਖਿੱਤੇ ਦੇ ਲੋਕ ਸੀ, ਤੇ ਉਹਨਾਂ ਫਿਰ ਆਪਣੀ ਜਿਹੜੀ ਕਿਸਮਤ ਸੀ ਇੱਦਾਂ ਬਦਲੀ। ਬਿਲਕੁਲ ਸੰਧਾਲੀਆ ਸਾਹਿਬ, ਬਸ ਜਾਗਦੇ ਰਹੋ, ਹੁਸ਼ਿਆਰ ਰਹੋ। ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਵਿਰਸਾ ਦੇ ਕੇ ਚੱਲੇ ਹੋ। ਤੁਸੀਂ ਹੁਣ ਮਾਣ ਕਰ ਸਕਦੇ। ਆਪਾਂ ਕਹਿੰਦੇ ਸੀ ਨਾ ਕਿ ਤੁਸੀਂ ਕੀ ਕਹੋਗੇ ਕਿ ਅਸੀਂ ਕਰਕੇ ਚੱਲੇ ਹਾਂ, ਤੁਸੀਂ ਕਰ ਦਿੱਤਾ। ਬਸ ਉਹਨੂੰ ਬੇਬੇ ਵਾਲੀ ਸੰਦੂਕ ਦੇ ਵਿੱਚ ਸਾਂਭ ਕੇ ਰੱਖਣ ਦੀ ਲੋੜ ਹੈ। ਜਾਗਦੇ ਹੋ, ਹੁਸ਼ਿਆਰ ਰਹੋ, ਚੜ੍ਹਦੀ ਕਲਾ 'ਚ ਰਹੋ, ਮਾੜਾ ਬੋਲਣਾ ਕਿਸੇ ਨੂੰ ਬੋਲਿਓ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।